अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिन अमीन व अला आलिहि व अस्हाबिहि अजमईन। क़ाल अल्लाहु अज़्ज़ा व जल फ़ी किताबिहिल करीम या अय्युहन्नासु इत्तक़ू रब्बकुम अल्लज़ी ख़लक़कुम मिन नफ़्सिन वाहिदा व खलक मिन्हा ज़ौजहा व बस्स मिन्हुमा रिजालन कसीरन व निसाअ वत्तक़ुल्लाहल्लज़ी तसाअलून बिही वल अरहाम इन्नल्लाहा काना अलैकुम रक़ीबा। सदक़ल्लाहुल अलियुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज़ दोस्तों, पंजाबी दौरा तर्जमा कुरान के हवाले नाल इस वेले साडी 16वीं मजलिस का आगाज़ हो रहा है और ये 16वीं मजलिस जिहड़ी है ਇਹਦੇ ਵਿੱਚ ਅਸੀਂ ਆਗਾਜ਼ ਕਰ ਰਹੇ ਹਾਂ ਸੂਰਾ ਨਿਸਾ ਦਾ। ਸੂਰਾ ਨਿਸਾ ਜਿਹੜੀ ਹੈ ਨਾ, ਇਹ ਵੀ ਮੱਕੀ ਸੂਰਤ ਹੈ, ਇਹ ਵੀ ਮਦਨੀ ਸੂਰਤ ਹੈ। ਯਾਨੀ ਜਿੱਦਾਂ ਸੂਰਾ ਬਕਰਾ ਹਿਜਰਤ ਤੋਂ ਬਾਅਦ ਮਦੀਨੇ ਆ ਕੇ ਨਾਜ਼ਲ ਹੋਈ और सूरा बकरा नाजल हुई ਜਿਹੜੀ है ना वो समझ लो कि बदर तो पहले और फिर बदर तो बाद और ओहद तो बाद ये टाइम हैगा वा सूरा आले इमरान दा। और फिर ये समझ लो सन 4 ਜਿਹੜਾ है ना ਉਹਦੇ ਵਿੱਚ ਇਹ ਸੂਰਾ ਨਿਸਾ ਦਾ ਨਜ਼ੂਲ ਹੋਇਆ। ਔਰ ਇਹ ਸੂਰਾ ਨਿਸਾ ਜਿਹੜੀ ਹੈ ਇਹਦੇ ਵਿੱਚ ਕਈ ਸਾਰੇ ਮਜ਼ਾਮੀਨ ਹੈ। ਖਾਸ ਤੌਰ 'ਤੇ ਜਿਹੜਾ ਨਾ, ਕਿਉਂਕਿ ਇਹ ਜ਼ਮਾਨੇ ਦੇ ਵਿੱਚ ਨਵੇਂ ਲੋਕ ਇਸਲਾਮ ਦੇ ਵਿੱਚ ਦਾਖਲ ਹੋ ਰਹੇ ਸੀਗੇ ਹੈਂ। ਉਹ ਮੈਂ ਦੱਸਿਆ ਨਾ ਵੀ ਤੁਹਾਨੂੰ, ਇਹ ਜਿੱਦਾਂ ਬਦਰ ਦੀ ਕਾਮਯਾਬੀ ਜਿਹੜੀ ਹੈ ਉਹਦੇ ਅਸਰਾਤ ਫਿਰ ਇੱਦਾਂ ਹੋਏ ਕਿ 1 ਸਾਲ ਬਾਅਦ 313 ਦੀ ਜਗ੍ਹਾ 1000 ਖੜੇ ਸੀਗੇ। ਉਹ ਫਿਰ ਇਹਦੇ ਨਾਲ ਜਿਹੜਾ ਨਾ ਉਹ ਫਿਰ ਨਫਾਕ ਵਿੱਚ ਵੀ ਮੁਬਤਲਾ ਹੋ ਜਾਂਦੇ ਸੀ। ਉਹ ਅੱਗੋਂ ਜਦੋਂ ਵੇਖ ਕੇ ਬਦਰ ਆਏ ਸੀ ਤੇ ਅੱਗੋਂ ਪੈ ਗਈ ਜਿੱਦਾਂ ਕਹਿੰਦੇ ਆ ਉਹਦ ਤੇ ਉਹ ਫਿਰ ਇੱਦਾਂ ਦੇ ਸਖਤੀਆਂ ਤੇ ਉਹ ਫਿਰ ਵਿੱਚ ਨਾ ਗੈਰ ਸ਼ਊਰੀ ਤੌਰ 'ਤੇ, ਇਹਨੂੰ ਕਹਿੰਦੇ ਗੈਰ ਸ਼ਊਰੀ ਤੌਰ 'ਤੇ ਜਿਹੜਾ ਨਾ ਬੰਦਾ ਉਹਦੇ ਵਿੱਚ ਨਫਾਕ ਪੈਦਾ ਹੋ ਜਾਂਦਾ। ਉਹ ਇਹ ਸੋਚ ਕੇ ਤਾਂ ਨਹੀਂ ਆਉਂਦਾ ਹੈਂ ਕਿ, ਲੇਕਿਨ ਇਹ ਆ ਕਿ ਅੱਗੋਂ ਹਾਲਾਤ ਮੂੰਹ ਫੇਰ ਦਿੰਦੇ ਆ ਹੈਂ, ਉਹ ਸਖਤੀਆਂ ਮੂੰਹ ਫੇਰ ਦਿੰਦੀਆਂ। ਪਹਿਲਾਂ ਤਾਂ ਉਹ ਜ਼ੋਫੇ ਈਮਾਨ ਹੁੰਦਾ ਔਰ ਫਿਰ ਉਹ ਕਰਦਿਆਂ ਜੇ ਤੌਬਾ ਨਹੀਂ ਕਰਦਾ, ਇਸਲਾਹ ਨਹੀਂ ਕਰਦਾ ਤੇ ਉਹ ਫਿਰ ਨਫਾਕ ਦਾ ਆਗਾਜ਼ ਹੋ ਜਾਂਦਾ। ਬਸ ਇਹ ਹੁਣ ਇਹਦਾ ਅਸੀਂ ਆਗਾਜ਼ ਕਰਦੇ ਹਾਂ। फरमाया या अय्युहन्नास, लोगो इत्तकू रब्बकुम अल्लज़ी खलक़कुम मिन नफ्सिन वाहिदा, ਆਪਣੇ ਰੱਬ ਦਾ ਤਕਵਾ ਇਖਤਿਆਰ ਕਰੋ ਜਿਹਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ। ਹੁਣ ਇਹ ਸਮਝ ਲਓ ਜੀ, ਇਹ ਪਹਿਲੀ ਆਇਤ ਤੋਂ ਅਸੀਂ ਆਗਾਜ਼ ਕਰ ਰਹੇ ਹਾਂ। ਮਾਸ਼ਰਤੀ ਅਹਿਕਾਮਾਤ ਦਾ ਇਹਦੇ ਵਿੱਚ ਜ਼ਿਕਰ ਆ ਰਿਹਾ। ਮਾਸ਼ਰਤੀ ਅਹਿਕਾਮਾਤ, ਇਹਨਾਂ ਦੀ ਅਹਿਮੀਅਤ ਸਮਝ ਲਓ। ਵੈਸੇ ਮੈਂ ਸੂਰਾ ਬਕਰਾ 'ਚ ਵੀ ਦੱਸਿਆ ਸੀਗਾ ਕਿ ਚੂੰਕਿ ਮੁਸਲਮਾਨ ਹੁਣ ਜਿਹੜੇ ਆ ਨਾ ਉਹ ਕਿਤਾਲ ਦੇ ਮਰਹਲੇ 'ਚ ਦਾਖਲ ਹੋ ਗਏ ਨਾ, ਤੇ ਕਿਸੇ ਵੀ ਮਾਸ਼ਰਾ ਜਿਹੜਾ ਨਾ ਉਹਦਾ ਬੈਰੂਨੀ ਦੁਸ਼ਮਣਾਂ ਦੇ ਨਾਲ ਜਿਹੜਾ ਮੁਕਾਬਲਾ ਉਹਨੇ ਕਰਨਾ ਹੁੰਦਾ ਨਾ, ਉਹਦੇ ਨਾਲ ਅੰਦਰੂਨੀ ਇਸਤਹਿਕਾਮ ਵੀ ਬੜਾ ਜ਼ਰੂਰੀ ਹੁੰਦਾ ਹੈ। ਜਿਹੜੀ ਚੀਜ਼ ਅੰਦਰੋਂ ਪੋਲੀ ਹੁੰਦੀ ਹੈ ਨਾ, ਉਹ ਬਾਹਰ ਕਿਸੇ ਚੀਜ਼ ਬੈਰੂਨੀ ਕਿਸੇ ਚੀਜ਼ ਨਾਲ ਨਹੀਂ ਟਕਰਾ ਸਕਦੀ।
ਅੰਦਰੋਂ ਉਹ ਅੰਦਰੂਨੀ ਤੌਰ ਤੇ ਮਜ਼ਬੂਤ ਹੈ, ਉਹ ਖੁਦ ਇੱਕ ਚੀਜ਼ ਮਜ਼ਬੂਤ ਹੈ, ਉਹਨੂੰ ਕਿਸੇ ਚੀਜ਼ ਦੇ ਤੇ ਮਾਰੋਗੇ ਤੇ ਫਿਰ ਉਸ ਚੀਜ਼ ਦਾ ਕੁਝ ਵਿਗੜੇਗਾ ਨਾ। ਤੇ ਇਸ ਵਾਸਤੇ ਜਿਹੜਾ ਨਾ ਇਹ ਮਾਸ਼ਰਤੀ ਅਹਿਕਾਮਾਤ ਦੱਸੇ ਜਾ ਰਹੇ ਆ। ਔਰ ਇਹਦੇ ਚ ਆਗਾਜ਼ ਹੋ ਰਿਹਾ, ਯਾ ਯੁਹ ਨਾਸ ਲੋਕੋ ਇਤਕੂ ਰੱਬਾਕੁਮ, ਆਪਣੇ ਰੱਬ ਦਾ ਤਕਵਾ ਅਖਤਿਆਰ ਕਰੋ। ਅੱਲਾ ਜੀ ਖਲਕਕੁਮ ਮਿਨ ਨਫਸਿਨ ਵਾਹਿਦਾ, ਜਿਹਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ। व खलक मिनहा ज़ौजहा, और ਉਸੇ ਤੋਂ ਉਹਦਾ ਜੋੜਾ ਬਣਾਇਆ। वबस्सा फीहा मिन वबस्सा मिनहुमा रिजालन कसीरन व निसा, और ਇਸ ਤੋਂ ਉਹਨੇ ਕਿੰਨੇ ਹੀ ਯਾਨੀ ਇੱਕ ਜੋੜੇ ਤੋਂ ਕਿੰਨੇ ਹੀ ਮਰਦ ਔਰ ਔਰਤ ਉਹਨੇ ਬਣਾ ਦਿੱਤੇ, फैला ਦਿੱਤੇ। बल्कि वत्तकुल्लाह अल्लज़ी तसालूना बिही वल अरहाम, और उस अल्लाह ਦਾ ਤਕਵਾ ਇਖਤਿਆਰ ਕਰੋ ਜਿਹਦਾ ਨਾਂ ਲੈ ਕੇ ਤੁਸੀਂ सवाल करते हो। इन अल्लाह कान अलैकुम रकीबा, और बेशक अल्लाह ताला तुहाडे उत्ते निगहबान है। हुण इत्थे ये गल समझाई जा रही है कि ਜਿਹੜੀ ਉਹ ਕਾਲੇ ਨੂੰ ਗੋਰੇ ਤੇ ਗੋਰੇ ਨੂੰ ਕਾਲੇ ਤੇ ਕੋਈ ਫਜ਼ੀਲਤ ਨਹੀਂ ਹੈਗੀ। ਤੁਸੀਂ ਸਭ ਇੱਕ ਜੋੜੇ ਦੀ ਔਲਾਦ ਹੋ। ਕੋਈ ਮਹਾਜਰ ਹੈ, ਕੋਈ ਮਕਾਮੀ ਹੈ। ਫਿਰ ਇਹ ਆ ਕਿ ਹੁਣ ਹਿਜਰਤ ਕਰਕੇ ਹੋਰਾਂ ਜਗ੍ਹਾ ਤੋਂ ਵੀ, ਜਿੱਥੇ ਕੋਈ ਹਿਜਰਤ ਕਰਦਾ ਈਮਾਨ ਲਿਆਉਂਦਾ ਸੀ, ਉਹ ਹਿਜਰਤ ਕਰਕੇ ਮਦੀਨੇ ਆਉਂਦਾ ਸੀ। ਹੁਣ ਇਹਨਾਂ ਦੇ ਵਿੱਚ ਬਾਹਮੀ ਇਹ ਜਿਹੜਾ ਨਵਾਂ ਮਾਸ਼ਰਾ ਵਜੂਦ ਦੇ ਵਿੱਚ ਆ ਰਿਹਾ ਨਾ, ਇਸ ਤੋਂ ਪਹਿਲੇ ਤੇ ਇਸਲਾਮੀ ਮਾਸ਼ਰਤ ਹੈ ਹੀ ਕੋਈ ਨਹੀਂ ਸੀ। ਹੁਣ ਇਸਲਾਮੀ ਮਾਸ਼ਰਤ ਵਜੂਦ ਦੇ ਵਿੱਚ ਆ ਰਹੀ ਹੈ, ਤੇ ਫਿਰ ਜ਼ਾਹਿਰ ਗੱਲ ਹੈ ਕਿ ਇੱਕ ਤੇ ਇਹਨਾਂ ਦੇ ਦਰਮਿਆਨ ਦੇ ਵਿੱਚ ਜਿਹੜਾ ਮਾਮਲਾਤ, ਫਿਰ ਇਹ ਆ ਕਿ ਖਾਨਦਾਨੀ ਮਾਮਲਾਤ, ਦੂਸਰੇ ਮਾਮਲਾਤ, ਇਹ ਚੀਜ਼ ਜਿਹੜੀ ਹੈ ਨਾ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਜਿੱਥੇ ਰਗੜਾ ਰਵੇ, ਮਤਲਬ ਹੈ ਕਿ ਕਾਲੇ ਦਾ ਗੋਰੇ ਦਾ, ਜਿਵੇਂ ਕਹਿੰਦੇ ਕਿਸੇ ਜਗ੍ਹਾ ਦੇ ਉੱਤੇ ਸ਼ੂਦਰ ਦਾ ਤੇ ਵੇਸ਼ ਦਾ ਊਚ ਨੀਚ, ਇਹਨੂੰ ਖਤਮ ਕੀਤਾ ਗਿਆ। ਵਆਤੁਲ ਯਤਾਮਾ ਅਮਵਾਲਹੁਮ, ਹੁਣ ਜ਼ਾਹਰਾ ਜੰਗਾਂ ਹੋਣਗੀਆਂ, ਉਹਦੇ ਚ ਬੇਵਾਵਾਂ ਵੀ ਹੋਣਗੀਆਂ, ਯਤੀਮ ਵੀ ਹੋਣਗੇ। ਉਹਨਾਂ ਦਾ ਮਤਲਬ ਹੈ ਕਿ ਖਿਆਲ ਕਰਨਾ, ਤਾਂ ਕਿ ਜਿਹੜਾ ਮੈਦਾਨੇ ਜੰਗ ਜਾਂਦਾ ਉਹ ਇਹੀ ਪਰੇਸ਼ਾਨ ਹੋਵੇ ਕਿ ਮੈਂ ਮਰ ਗਿਆ ਉੱਥੇ ਤੇ ਮੇਰੇ ਬੱਚੇ ਕੌਣ ਸਾਂਭੂ। ਵਆਤੁਲ ਯਤਾਮਾ ਅਮਵਾਲਹੁਮ, ਔਰ ਆਪਣੇ ਔਰ ਦੇ ਦਿਆ ਕਰੋ ਯਤੀਮਾਂ ਨੂੰ ਉਹਨਾਂ ਦੇ ਮਾਲ। ਵਲਾ ਤਤਬਦਲੁਲ ਖਬੀਸਾ ਬਿੱਤਯਿਬ, ਔਰ ਯਤੀਮਾਂ ਦਾ ਚੰਗਾ ਮਾਲ ਜਿਹੜਾ ਉਹਨੂੰ ਆਪਣੇ ਖਬੀਸ ਮਾਲ ਨਾਲ ਨਾ ਬਦਲ ਲਿਆ ਕਰੋ। ਵਲਾ ਤਾਕੁਲੂ ਅਮਵਾਲਹੁਮ ਇਲਾ ਅਮਵਾਲਿਕੁਮ, ਔਰ ਨਾ ਉਹਨਾਂ ਦੇ ਮਾਲਾਂ ਨੂੰ ਆਪਣੇ ਮਾਲਾਂ ਨਾਲ ਰਲਾ ਕੇ ਜਿਹੜਾ ਨਾ ਉਹ ਖਾਇਆ ਕਰੋ। इन्नहु काना हुबन कबीरा, बेशक ये बहुत बड़ा गुनाह, बड़ा वबाल है यतीम दा माल खाना। व इन खिफ्तुम अल्लाह तुक़सितू फिल यतामा, और अगर तुहानू ये डर होवे कि तुसी यतीमा दे दरमियान इंसाफ नहीं कर सकोगे। ਇੱਥੇ ਇਹ ਗੱਲ ਨੋਟ ਕਰ ਲਓ ਕਿ ਇਹ ਯਤੀਮ ਕਿਹੜਾ ਵਾ। ਇਹ ਯਤੀਮ ਹੈ ਯਤੀਮ ਲੜਕੀਆਂ। ਜਿਸ ਤਰ੍ਹਾਂ ਸਾਡੇ ਮਾਸ਼ਰੇ 'ਚ ਬਾਜ਼ ਔਕਾਤ ਅਗਰ ਕੋਈ ਬੰਦਾ ਫੌਤ ਹੋ ਜਾਂਦਾ ਤੇ ਹੁਣ ਉਹਦੇ ਬੱਚਿਆਂ ਦੇ ਵਿੱਚ ਕੋਈ ਬੱਚਾ ਜਿਹੜਾ ਨਾ ਉਹ ਵਾਵਾ ਪੜ੍ਹ ਲਿਖ ਜਾਵੇ, ਅੱਛਾ ਸੁਧਰ ਜਾਵੇ, ਤੇ ਉਹ ਜਿਹੜਾ ਮਤਲਬ ਆ ਕਿ ਜਿਹੜਾ ਉਹਨਾਂ ਦਾ ਮਤਲਬ ਆ ਕਿ ਸਰਪ੍ਰਸਤ ਹੁੰਦਾ, ਜਿਹਨੇ ਉਹ ਯਤੀਮ ਪਾਲੇ ਹੁੰਦੇ ਆ, ਯਾਨੀ ਯਤੀਮ ਬਿਲਕੁਲ ਛੋਟੇ ਬੱਚੇ ਹੁੰਦੇ ਆ ਨਾ। ਤੇ ਹੁਣ ਉਹ ਕੋਈ ਇੱਕ ਬੰਦਾ ਮਰ ਗਿਆ, ਦੂਸਰੇ ਭਰਾ ਨੇ ਉਹ ਬੱਚਾ ਉਹ ਯਤੀਮ ਪਾਲੇ ਆ। ਹੁਣ ਯਤੀਮ ਵੱਡੇ ਹੋ ਗਏ, ਯਤੀਮਾਂ ਦੇ ਵਿੱਚ ਬੱਚਾ ਜਿਹੜਾ ਕੋਈ ਬੇਟਾ ਜਿਹੜਾ ਉਹ ਬੜਾ ਪੜ੍ਹ ਲਿਖ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਦੂਸਰਾ, ਉਹਦੀ ਕੋਸ਼ਿਸ਼ ਹੋਏਗੀ ਕਿ ਇਹ ਜਿਹੜਾ ਡਾਕਟਰ ਆ ਜਾਂ ਇਹ ਜਿਹੜਾ ਵੱਡਾ, ਇਹ ਜਿਹੜਾ ਬੜੀ ਕਮਾਈ ਕਰਨ ਲੱਗ ਪਿਆ, ਇਹਦਾ ਮੈਂ ਆਪਦੀ ਬੇਟੀ ਨਾਲ ਨਿਕਾਹ ਕਰ ਦੇਵਾਂ। ਔਰ ਇਸੇ ਤਰੀਕੇ ਨਾਲ ਅਗਰ ਉਹ ਯਤੀਮ ਬੇਟੀ ਹੈ, ਉਹ ਯਤੀਮ ਦੀ ਕੋਈ ਬੇਟੀ ਹੈ, ਉਹਦੇ ਨਾਲ ਕੋਈ ਰਕਬਾ ਵਾ, ਕੋਈ ਜ਼ਮੀਨ ਹੈ, ਕੋਈ ਜਾਇਦਾਦ ਹੈ, ਕੋਈ ਪ੍ਰਾਪਰਟੀ ਹੈ, ਕੋਈ ਹੋਰ ਮਾਲ ਵੀ ਹੈਗਾ ਉਹਦੇ ਬਾਪ ਦਾ ਜਿਹੜਾ ਉਸ ਬੇਟੀ ਦਾ ਵਾ, ਤੇ ਉਹ ਫਿਰ ਉਹਦੇ 'ਚ ਖਾਹਿਸ਼ ਪੈਦਾ ਹੋਏਗੀ ਕਿ ਇਹ ਬੇਟੀ ਜਿਹੜੀ ਹੈ ਨਾ, ਮੈਂ ਆਪਦੇ ਕਿਸੇ ਬੇਟੇ ਨਾਲ ਇਹਦਾ ਨਿਕਾਹ ਕਰ ਦੇਵਾਂ ਤੇ ਇਹ ਮਾਲ ਰਹਿ ਜਾਵੇ, ਮਾਲ ਦੀ ਵਜ੍ਹਾ ਤੋਂ, ਜਿੱਦਾਂ ਸਾਡੇ ਕਈ ਲੋਕ ਜ਼ਮੀਨ ਦੀ ਵਜ੍ਹਾ ਤੋਂ ਵਿਆਹ ਕਰਦੇ। ਅੱਛਾ, ਉਹਦੇ 'ਚ ਹੁੰਦਾ ਇਹ ਹੈ ਕਿ ਉਹ ਯਤੀਮ ਨੂੰ ਫਿਰ ਉਹ ਮੁਕਾਮ ਨਹੀਂ ਮਿਲਦਾ
ਕਿਉਂਕਿ ਉਹ ਮਾਲ ਦੀ ਵਜ੍ਹਾ ਤੋਂ ਹੀ ਇਹ ਸਾਰਾ ਕੰਮ ਹੋਇਆ ਹੁੰਦਾ। ਉਹਨੂੰ ਉਹਦੀ ਉਹ ਮੁਕਾਮ ਨਹੀਂ ਮਿਲਦਾ ਯਤੀਮ ਬੱਚੀ ਨੂੰ, ਖਾਸ ਤੌਰ ਤੇ। ਬੇਟਾ ਤੇ ਚਲੋ ਹੋਰ ਗੱਲ ਹੈ, ਉਹ ਬੇਟੀ ਜਿਹੜੀ ਹੈ ਉਹਦੇ ਕੋਈ ਹਕੂਕ ਦਾ ਪਾਸ, ਕਿਉਂਕਿ ਬਾਪ ਤੇ ਉਹਦਾ ਫੌਤ ਹੋ ਗਿਆ, ਹੁਣ ਉਹਦੀ ਕਿਹਨੇ ਉਹਦੇ ਹਕੂਕ ਦਾ ਤਹਫਜ਼ ਕਰਨਾ। ਤੇ ਅੱਲਾਹ ਤਾਲਾ ਕਹਿੰਦਾ ਇਸ ਗੱਲ ਤੋਂ ਮਨਾ ਕੀਤਾ ਹੈ ਕਿ ਵਾ ਇਨ ਖਿਫਤੁਮ ਅੱਲਾ ਤੁਕਸਿਤੂ ਫਿਲ ਯਤਾਮਾ, ਅਗਰ ਤੁਹਾਨੂੰ ਇਹ ਡਰ ਹੈ ਕਿ ਤੁਸੀਂ ਯਤੀਮ ਲੜਕੀਆਂ ਦੇ ਨਾਲ ਯਾਨੀ ਇਨਸਾਫ ਨਹੀਂ ਕਰ ਸਕੋਗੇ, ਯਾਨੀ ਵਿਆਹ ਤਾਂ ਲਓਗੇ ਤੁਸੀਂ ਕਿਸੇ ਮਾਲ ਦੇ ਚੱਕਰ 'ਚ ਜਾਂ ਕਿਸੇ ਹੋਰ ਐਸੀ ਗੱਲ ਦੇ ਖਿਆਲ ਦੇ ਲਿਆ ਕੇ, ਤੇ ਫਿਰ ਜ਼ਾਹਿਰ ਗੱਲ ਹੈ, ਹੋ ਸਕਦਾ ਤੁਹਾਨੂੰ ਉਹ ਮਾਲ ਦੀ ਵਜ੍ਹਾ ਤੋਂ ਪਸੰਦ ਆ, ਬੇਟੇ ਤੁਹਾਡੇ ਨੂੰ ਪਸੰਦ ਨਹੀਂ ਹੈਗੀ, ਤੇ ਫਿਰ ਉਹਦਾ ਹੱਕ ਕੌਣ ਦੇਗਾ। ਤੇ ਫਰਮਾਇਆ ਵਾ ਇਨ ਖਿਫਤੁਮ ਅੱਲਾ ਤੁਕਸਿਤੂ ਫਿਲ ਯਤਾਮਾ, ਅਗਰ ਤੁਹਾਨੂੰ ਇਹ ਡਰ ਹੋਵੇ ਕਿ ਤੁਸੀਂ ਯਤੀਮ ਲੜਕੀਆਂ ਦੇ ਬਾਰੇ 'ਚ ਮਤਲਬ ਇਹ ਹੈ ਕਿ ਉਹਨਾਂ ਦੇ ਨਾਲ ਇਨਸਾਫ ਨਹੀਂ ਹੋਵੇਗਾ, ਫਨਕਿਹੂ ਮਾ ਤਾਬਾ ਲਕੁਮ ਮਿਨਨ ਨਿਸਾ, ਤੇ ਫਿਰ ਤੁਸੀਂ ਨਿਕਾਹ ਕਰੋ ਜਿਹੜਾ ਨਾ ਜਿਹੜੀਆਂ ਤੁਹਾਨੂੰ ਔਰਤਾਂ ਚੋਂ ਪਸੰਦ ਆਵੇ। ਮਤਲਬ ਫਿਰ ਉਹ ਯਤੀਮ ਲੜਕੀਆਂ ਨਾਲ ਨਿਕਾਹ ਨਾ ਕਰੋ। ਮਤਲਬ ਕੀ ਹੈ? ਮਤਲਬ ਇਹ ਹੈ ਕਿ ਯਤੀਮ ਲੜਕੀਆਂ ਦਾ ਫਿਰ ਕਿਸੇ ਦੂਸਰੀ ਜਗ੍ਹਾ ਨਿਕਾਹ ਕਰੋ, ਕਿਉਂਕਿ ਜਦੋਂ ਦੂਸਰੀ ਜਗ੍ਹਾ ਨਿਕਾਹ ਕਰੋਗੇ ਨਾ ਤੇ ਫਿਰ ਉਹਨਾਂ ਦੇ ਹਕੂਕ ਦਾ ਤਹਫਜ਼ ਤੁਸੀਂ ਕਰੋਗੇ। ਫਿਰ ਤੁਸੀਂ ਉਹਦੇ ਚਾਚੇ ਹੋ ਜਾਂ ਮਾਮੇ ਹੋ ਜਾਂ ਦਾਦਾ ਬਣ ਕੇ, ਦਾਦੇ ਨੂੰ ਵੀ ਫਿਰ ਦਰੇਗ ਹੁੰਦਾ ਨਾ। ਲੇਕਿਨ ਅਗਰ ਉਹ ਆਪਣੇ ਘਰ ਰੱਖ ਲਏਗਾ ਤੇ ਫਿਰ ਉਹ ਇੱਕ ਪਾਸੇ ਉਹਦਾ ਬੇਟਾ, ਇੱਕ ਪਾਸੇ ਉਹਦੀ ਬਹੂ ਆ। ਲੇਕਿਨ ਅਗਰ ਉਹਦਾ ਕਿਸੇ ਥਰਡ ਬੰਦੇ ਦੇ ਨਾਲ ਨਿਕਾਹ ਹੁੰਦਾ ਤੇ ਫਿਰ ਅਗਰ ਉਹ ਬੰਦਾ ਕੋਈ ਜ਼ਿਆਦਤੀ ਕਰਦਾ ਜਾਂ ਉਹਦੇ ਕੋਈ ਹਕੂਕ ਦਾ ਮਾਮਲਾ, ਤੇ ਫਿਰ ਇਹੋ ਹੀ ਚਾਚਾ, ਤਾਇਆ, ਦਾਦਾ ਉਹਦਾ ਵਾਰਿਸ ਬਣ ਕੇ ਖੜੋਵੇਗਾ। ਇਹ ਗੱਲ ਫਰਮਾਇਆ। ਤੇ ਉਹ ਯਤੀਮ ਔਰਤਾਂ ਦੇ ਬਾਰੇ 'ਚ ਅਗਰ ਤੁਸੀਂ ਸਮਝਦੇ ਹੋ ਕਿ ਇਨਸਾਫ ਨਹੀਂ ਹੋਏਗਾ ਤੇ ਨਾ ਕਰੋ ਨਿਕਾਹ। ਹਾਂ, ਤੁਹਾਨੂੰ ਨਿਕਾਹ ਦੀ ਜ਼ਰੂਰਤ ਹੈ। ਫਨਕਿਹੂ ਮਾ ਤਾਬਾ ਲਕੁਮ ਮਿਨਨ ਨਿਸਾ, ਤੇ ਫਿਰ ਜਿਹੜੀਆਂ ਵੀ ਔਰਤਾਂ ਤੁਹਾਨੂੰ ਪਸੰਦ ਆ ਉਹਨਾਂ ਦੇ 'ਚੋਂ ਤੁਸੀਂ ਨਿਕਾਹ ਕਰ ਲਓ। ਦੋ ਵੀ ਕਰ, ਮਸਨਾ 2 ਕਰ ਲਓ, ਯਾਨੀ 2 ਔਰਤਾਂ ਰੱਖ ਲਓ। ਵਸੁਲਾਸਾ ਔਰ 3 ਰੱਖ ਲਓ। ਵਰੁਬਾ ਔਰ 4 ਕਰ ਸਕਦੇ ਹੋ ਤੁਸੀਂ, ਯਾਨੀ ਉਹ ਹੋਰ ਔਰਤਾਂ ਹੈਗੀਆਂ ਉੱਥੇ ਨਿਕਾਹ ਕਰ ਲਓ। ਫਇਨ ਖਿਫਤੁਮ ਅੱਲਾ ਤਾਦਿਲੂ, ਹੁਣ ਇੱਥੇ ਨੋਟ ਕਰੋ ਅਦਲ ਇਨਸਾਫ, ਅਦਲ ਇਨਸਾਫ। ਅਸਲ ਰੌਲਾ ਇਹ ਹੈ, ਉਹ ਯਤੀਮ ਬੱਚੀਆਂ ਤੋਂ ਵੀ ਇਸੇ ਤੋਂ ਮਨਾ ਕੀਤਾ ਕਿ ਫਿਰ ਤੁਸੀਂ ਇਨਸਾਫ ਨਾ ਕਰੋ। ਇਨਸਾਫ ਤਾਂ ਇਸਲਾਮ ਦੀਨ ਅਦਲ, ਇਨ ਅੱਲਾਹ ਯਾਮੁਰੂ ਬਿਲ ਅਦਲ ਲਕਦ ਅਰਸਲਨਾ ਰਸੂਲਨਾ ਬਿਲ ਬਯਿਨਾਤ व अंज़लना माहुमुल किताब वल मीज़ान लियकुम अन्नास बिल क़िस्त। अगर अदल ही नहीं हो रहा, अदल कायम नहीं है, तो इस्लामी हुकूमत कित्थे है? फिर तो तागूत दी हुकूमत है। फ़इन खिफ़्तुम अल्ला तादिलू, और अगर ਤੁਹਾਨੂੰ ਇਹ ਡਰ ਹੋਵੇ ਕਿ 2 ਬੀਵੀਆਂ 3 ਬੀਵੀਆਂ 4 ਬੀਵੀਆਂ 'ਚ ਫਿਰ ਅਦਲ ਨਹੀਂ ਕਰ ਸਕਦਾ, ਫਵਾਹਿਦਾ, ਤੇ ਫਿਰ ਨਾ ਕਰੋ, ਇੱਕ ਹੀ ਰੱਖੋ। ਔ ਮਾ ਮਲਕਤ ਅਯਮਾਨੁਕੁਮ, ਜਾਂ ਫਿਰ ਇੱਕ ਬੀਵੀ ਤਾਂ ਤੁਸੀਂ ਨਿਕਾਹ ਵਾਲੀ ਹੈਗੀ ਆ, ਜਾਂ ਫਿਰ ਜਿਹੜੀ ਤੁਹਾਡੀ ਕੋਈ ਲੌਂਡੀ ਕਨੀਜ਼ ਹੈ। ਲੌਂਡੀ ਕਨੀਜ਼ ਜਿਹੜੀ ਹੈ ਨਾ, ਉਹਦੇ ਹਕੂਕ ਆਮ ਔਰਤ ਨਿਕਾਹ ਵਾਲੀ ਆਜ਼ਾਦ ਦੇ ਬਰਾਬਰ ਨਹੀਂ ਹੈਗੀ, ਲਿਹਾਜ਼ਾ ਉੱਥੇ ਅਦਲ ਵਾਲੀ ਗੱਲ ਨਹੀਂ ਹੈਗੀ। ਠੀਕ ਹੈ ਨਾ, ਉੱਥੇ ਉਹ ਚੀਜ਼ ਨਹੀਂ। ਉਸ ਦੇ ਲੌਂਡੀ ਕਨੀਜ਼ ਜਿਹੜੀ ਹੈ ਨਾ, ਉਹਨੂੰ ਅਗਰ ਨਿਕਾਹ ਕਰੋਗੇ ਤੇ ਫਿਰ ਹਕੂਕ ਵਾਲੀ ਗੱਲ ਆਏਗੀ। ਤੁਸੀਂ ਵੈਸੇ ਹੀ ਇੱਕ ਲੌਂਡੀ ਹੈ, ਉਹ ਤੁਹਾਡੀ ਮਲਕੀਅਤ ਹੈ ਤੇ ਤੁਹਾਡਾ ਉਹਦੇ ਤੇ ਹੱਕ ਹੈ। ਬਸ ਜ਼ਾਲਿਕਾ ਅਦਨਾ ਅੱਲਾ ਤਾਊਲੂ, ਇਹ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਇੱਕੋ ਪਾਸੇ ਦੇ ਹੋ ਜਾਓ, ਯਾਨੀ ਵਿਆਹ ਤੇ ਕਰ ਲਓ 2 ਤੇ 3 4 ਤੇ ਮੁੜ ਕੇ ਬਾਕੀਆਂ ਨੂੰ ਛੱਡੀ ਫਿਰੋ, ਇੱਕ ਦੇ ਨਾਲ ਤੁਸੀਂ ਰਵੋ, ਜਾਂ ਸਾਰੇ ਉਹਦੇ ਤੇ ਹਕੂਕ ਪੂਰੇ ਕਰੋ ਤੇ ਬਾਕੀਆਂ ਨੂੰ ਪੁੱਛੋ ਨਾ।
ਤੇ ਉਦੋਂ ਫਿਰ ਬਿਹਤਰ ਹੈ ਇੱਕ ਹੀ ਕਰੋ। व आतुन निसा सदुकातिहिन्ना निहला, और ਨਿਕਾਹ ਕਰੋ ਤੇ ਜਿਹੜੇ ਔਰਤਾਂ ਨੂੰ ਉਹਨਾਂ ਦੇ ਮਿਹਰ ਹੈ ਨਾ ਉਹ ਖੁਸ਼ੀ ਖੁਸ਼ੀ ਦਿਆ ਕਰੋ, ਤੰਗ ਦਿਲ ਨਾ ਹੋਇਆ ਕਰੋ ਮਿਹਰ ਦਿੰਦਿਆਂ ਹੋਇਆਂ। ਫਾਇਨ ਤਿਬਨਾ ਲਕੁਮ ਅਨ ਸ਼ੈਇਨ ਮਿਨਹੁ ਨਫਸਨ, ਫਿਰ ਅਗਰ ਤੁਹਾਨੂੰ ਆਪ ਉਹਦੇ ਚੋਂ ਕੋਈ ਚੀਜ਼ ਛੱਡ ਦੇਣ। ਇਹ ਅੱਜ ਕੱਲ੍ਹ ਸਾਡੇ ਤੇ ਬਸ ਰਿਵਾਜ ਇਹ ਬਣਿਆ ਨਾ ਕਿ ਜੀ ਕਿੰਨਾ ਸ਼ਰੀ ਹੱਕ ਮਿਹਰ ਹੈ। ਉਹ ਅੱਗੇ ਤਾਂ ਕਹਿੰਦੇ ਹੁੰਦੇ ਸੀ ਸਵਾ ਬੱਤੀ ਹੈ, ਹੁਣ ਥੋੜੇ ਤੋਂ ਥੋੜਾ ਦੇਣ ਦਾ ਸੋਚਦੇ। ਉਸ ਜ਼ਮਾਨੇ ਦੇ ਵਿੱਚ ਜਿਹੜਾ ਨਾ ਉਹ ਊਠ ਦਿੰਦੇ ਸੀ, ਬੱਕਰੀਆਂ ਦਿੰਦੇ ਸੀ, ਭੇਡਾਂ ਦਿੰਦੇ ਸੀ, ਜਿਹੜੀਆਂ ਮਤਲਬ ਇਹ ਜਾਨਵਰ ਹੁੰਦੇ ਸੀ। ਤੇ ਕੋਈ 50 ਦਿੱਤਾ ਜਾਨਵਰ, ਕੋਈ ਜਿਹੜਾ ਨਾ ਕੋਈ ਹੋਰ। ਹੁਣ ਉਹ ਮਤਲਬ ਇਹ ਹੈ ਕਿ ਇੱਦਾਂ ਔਰਤ ਨੂੰ ਦੇ ਕੇ ਤੇ ਉਹਦੇ ਨਾਲ ਨਿਕਾਹ ਹੁੰਦਾ ਸੀਗਾ। ਹੁਣ ਅਗਰ ਔਰਤ ਉਹਦੇ ਚੋਂ ਕੋਈ ਦੇ ਦਿੰਦੀ ਹੈ, ਜਾਂ ਔਰਤ ਕਹਿੰਦੀ ਆ ਵੀ ਚਲੋ ਆਪਣੇ ਇਕੱਠੇ ਇਸਤੇਮਾਲ ਦੇ ਹੀ ਹੈਗੇ ਆ, ਇਹ ਉਠਣੀਆਂ ਜਿਹੜੀਆਂ ਮੇਰੇ ਮਿਹਰ ਦੀਆਂ ਵਾ, ਇਹਦਾ ਦੁੱਧ ਤੂੰ ਵੀ ਪੀ ਜਾਇਆ ਕਰ, ਹੈਂ, ਜਾਂ ਕੋਈ ਜੋ ਵੀ ਮਾਮਲਾ। तो फरमाया फ़इन तिबना लकुम अन शैइन मिनहु नफ्सन, अगर वो अपनी खुशी ना, ये नोट करो ਇਹਦੇ ਚ ਅਸਲ ਚੀਜ਼ ਕੀ ਹੈ, ਆਪਣੀ ਖੁਸ਼ੀ। ਤੁਸੀਂ ਨੇ ਤੁਹਾਡਾ ਉਹਨੂੰ ਡਰ ਨਾ ਹੋਵੇ, ਤੁਹਾਡਾ ਉਹਨੂੰ ਦਬਾਅ ਨਾ ਹੋਵੇ। ਜਿਵੇਂ ਤੁਸੀਂ ਦਬਾਅ ਦੇ ਨਾਲ ਰਿਸ਼ਵਤ ਦਿੰਦੇ ਹੋ ਕਿਉਂਕਿ ਤੁਹਾਡਾ ਕੰਮ ਨਹੀਂ ਹੁੰਦਾ, ਪਟਵਾਰੀ ਨੂੰ ਜਾ ਕੇ ਦਿੰਦੇ ਹੋ, ਥਾਣੇਦਾਰ ਨੂੰ ਦਿੰਦੇ ਹੋ, ਤੇ ਫਿਰ ਕਹਿੰਦੇ ਅਸੀਂ ਖੁਸ਼ੀ ਨਾ ਦਿੱਤੇ ਆ, ਇਹ ਖੁਸ਼ੀ ਨਹੀਂ। ਤੇ ਫਰਮਾਇਆ ਫਾਇਨ ਤਿਬਨਾ ਲਕੁਮ ਅਨ ਸ਼ੈਇਨ ਮਿਨਹੁ ਨਫਸਨ, ਅਗਰ ਉਹ ਆਪਣੀ ਮਰਜ਼ੀ ਨਾਲ ਤੁਹਾਨੂੰ ਉਹਦੇ ਚੋਂ ਕੋਈ ਛੱਡਣ, ਫਕੁਲੂਹੁ ਹਨੀਆ ਮਰੀਆ, ਤਾਂ ਕੋਈ ਨਹੀਂ, ਫਿਰ ਖਾਓ ਪੀਓ, ਉਹ ਹਲਾਲ ਹੀ ਹੈ। वला तुअतु सुफहा अमवालकुम अल्लती जअलल्लाहु लकुम क़ियामा, और ना हवाले करया करो अपने माल ना समझा दे ਜਿਹੜੇ ਮਾਲ ਤੁਹਾਡੀ ਜ਼ਿੰਦਗੀ ਦਾ ਸਹਾਰਾ ਵਾ, ਇਹ ਨਾ ਸਮਝਾਂ ਦੇ ਸਵਾਲੇ ਹਵਾਲੇ ਨਾ ਕਰੋ। ਬੜੀ ਇੱਕ ਅਹਿਮ ਗੱਲ ਅੱਲਾਹ ਤਾਲਾ ਨੇ ਫਰਮਾਈ ਆ। ਅਸਲ ਤਾਂ ਇਹ ਕਹੀ ਜਾ ਰਹੀ ਹੈ ਵੀ ਯਤੀਮ ਬੱਚੇ ਜਿਹੜੇ ਆ ਨਾ, ਉਹਨਾਂ ਦੇ ਮਾਲ ਉਹਨਾਂ ਦੇ ਕਬਜ਼ੇ 'ਚ ਨਾ ਦਿਆ ਕਰੋ, ਕਿਉਂਕਿ ਫਿਰ ਉਹ ਨਿੱਕੇ ਨਿੱਕੇ ਬੱਚੇ ਜ਼ਾਇਆ ਕਰ ਬਹਿਣਗੇ, ਜਾਂ ਆਪਣੇ ਉਹਨਾਂ ਦੇ ਕੋਈ ਸਮਝ ਨਹੀਂ ਹੈਗੀ। ਤੇ ਅਲਬત્ਤਾ ਇਹ ਹੈ ਕਿ ਉਹਨਾਂ ਨੂੰ ਉਹਦੇ ਵਿੱਚੋਂ ਖਿਲਾਓ ਪਿਲਾਓ ਸਹੀ, ਉਹਨਾਂ ਦੀ ਪਰਵਰਿਸ਼ ਕਰੋ। ਦੇਖੋ ਦੋ ਚੀਜ਼ਾਂ ਵਾ, ਇੱਕ ਹੈ ਯਤੀਮ, ਇੱਕ ਹੈ ਗਰੀਬ। ਲਾਜ਼ਮੀ ਨਹੀਂ ਕਿ ਯਤੀਮ ਗਰੀਬ ਵੀ ਹੋਵੇ, ਯਤੀਮ ਕਿਸੇ ਮਿਲ ਮਾਲਕ ਦਾ ਪੁੱਤਰ ਵੀ ਹੋ ਸਕਦਾ, ਉਹਦੀ ਕੋਈ ਪ੍ਰਾਪਰਟੀ ਹੋ ਸਕਦੀ, ਜਾਇਦਾਦ ਹੋ ਸਕਦੀ ਹੈ। ਉਹਦੀ ਪਰਵਰਿਸ਼ ਤੇ ਉਹਦੇ ਮਾਲ ਨਾਲ ਹੀ ਕਰਨੀ ਹੈ, ਲੇਕਿਨ ਇਹ ਹੈ ਕਿ ਉਹਦੇ ਮਾਲ ਨੂੰ ਸੰਭਾਲਣਾ, ਇਹ ਗੱਲ। ਫਰਮਾਇਆ ਵਰਜ਼ਕੂਹੁਮ, ਅਲਬਤਾ ਇਸ ਮਾਲ ਦੇ ਵਿੱਚੋਂ ਉਹਨਾਂ ਨੂੰ ਖਿਲਾਓ, ਉਹਨਾਂ ਦੀ ਪਰਵਰਿਸ਼ ਕਰੋ। ਵਕਸੂਹੁਮ, ਔਰ ਉਹਨਾਂ ਨੂੰ ਪਹਿਨਾਓ, ਲਿਬਾਸ ਵਗੈਰਾ ਦਿਓ। ਵਕੂਲੂ ਲਹਮ ਕੌਲਮ ਮਾਰੂਫਾ, ਔਰ ਉਹਨਾਂ ਦੇ ਨਾਲ ਅੱਛਾ ਵਰਤਾਓ ਕਰੋ, ਮਤਲਬ ਇਹ ਕਿ ਅੱਛੀ ਗੱਲਬਾਤ ਕਰੋ। ਤਰਬੀਅਤ, ਜਿਵੇਂ ਆਪਣੇ ਬੱਚਿਆਂ ਦੇ ਨਾਲ ਤਰਬੀਅਤ ਦਾ ਇੰਤਜ਼ਾਮ ਕਰ ਦਿਓ ਤਾਂ ਕਿ ਉਹ ਵੱਡੇ ਹੋ ਕੇ ਜ਼ਿੰਦਗੀ ਗੁਜ਼ਾਰਨ ਵਾਲੇ ਬਣਨ। ਵਬਤੁਲ ਯਤਾਮਾ ਹੱਤਾ ਇਜ਼ਾ ਬਾਲਗੁ ਨਿਕਾਹ, ਔਰ ਅਜ਼ਮਾਇਸ਼ ਕਰਦੇ ਰਿਹਾ ਕਰੋ ਯਤੀਮਾਂ ਦੀ। ਹੱਤਾ ਇਜ਼ਾ ਬਾਲਗੁ ਨਿਕਾਹ, ਹੱਤਾ ਕਿ ਉਹ ਨਿਕਾਹ ਦੀ ਬਲੂਗਤ ਤੱਕ ਪਹੁੰਚ ਜਾਣ। ਮਤਲਬ ਇਹ ਹੈ ਉਹਨਾਂ ਨੂੰ ਜਾਂਚਦੇ ਰਿਹਾ ਕਰੋ ਕਿ ਇਹਨਾਂ 'ਚ ਸਮਝ ਪੈਦਾ ਹੋ ਰਹੀ ਜਾਂ ਨਹੀਂ ਹੋ ਰਹੀ। ਕਿਸੇ ਪਾਸਿਓਂ ਕੋਈ ਕਮੀ ਹੁੰਦੀ ਹੈ ਤਾਂ ਫਿਰ ਉਹ ਕਮੀ, ਜਿੱਦਾਂ ਸਾਡੇ ਬੱਚੇ 'ਚ ਕੋਈ ਕਮੀ ਹੁੰਦੀ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਦੀ ਇਹ ਕਮੀ ਦੂਰ ਕਰੀਏ। ਹੱਤਾ ਕਿ ਉਹ ਨਿਕਾਹ ਦੀ ਉਮਰ ਦੇ ਬਾਲਗ ਹੋ ਜਾਣ। ਫਇਨ ਆਨਸਤੁਮ ਮਿਨਹੁਮ ਰੁਸ਼ਦਾ, ਫਿਰ ਅਗਰ ਤੁਸੀਂ ਇਹ ਦੇਖੋ ਕਿ ਇਹਨਾਂ ਦੇ ਵਿੱਚ ਸਮਝ ਆ ਗਈ ਹੈ, ਸਿਆਣੇ ਹੋ ਗਏ ਆ, ਫਦਫਊ ਇਲੈਹਿਮ ਅਮਵਾਲਹੁਮ, ਤੇ ਫਿਰ ਉਹਨਾਂ ਦੇ ਮਾਲ ਉਹਨਾਂ ਨੂੰ ਜਿਹੜਾ ਨਾ ਮੋੜ ਦਿਓ। ਔਰ ਸ਼ਰੀਅਤ ਦੇ ਵਿੱਚ ਇਹ ਹੈ ਕਿ ਜਦੋਂ ਬਾਲਗ ਹੋ ਗਿਆ ਨਾ, ਬਸ ਉਹਨਾਂ ਨੂੰ ਦੇ ਦਿਓ, ਵਰਨਾ ਤਾਂ ਕੋਈ ਬੰਦਾ ਕਹੇਗਾ ਜੀ ਸਿਆਣਾ ਹੋਇਆ ਹੀ ਨਹੀਂ। ਫਦਫਊ ਇਲੈਹਿਮ ਅਮਵਾਲਹੁਮ, ਉਹਨਾਂ ਦੇ ਮਾਲ ਉਹਨਾਂ ਨੂੰ ਮੋੜ ਦਿਓ। ਵਲਾ ਤਾਕੁਲੂਹਾ ਇਸਰਾਫਮ ਵ ਬਿਦਾਰਾ, ਔਰ ਨਾ ਖਾਓ ਉਹਨਾਂ ਨੂੰ ਜ਼ਰੂਰਤ ਤੋਂ ਜ਼ਿਆਦਾ, ਔਰ ਨਾ ਜਿਹੜਾ ਨਾ ਜਲਦੀ। ਯਾਨੀ ਉਹ ਮਾਲ ਜਿਹੜੇ ਆ ਨਾ, ਉਹ ਇੱਕ ਸੂਰਤ ਹੈ ਉਹਦੇ ਵਿੱਚੋਂ ਅਗਰ ਬਿਲਫਰਜ਼, ਕਿਉਂਕਿ
मैं पहले जिक्र किया कि यतीम जिहड़ा ना वो लाजमी नहीं कि गरीब भी होवे। हुण वो जिस बंदे ने ਉਹਨੂੰ मतलब है कि ਉਹਦੀ परवरिश करनी, हो सकता वो गरीब होवे, वो कोई रेहड़ी लांदा है, मतलब एक भाई है वो रेहड़ी लांदा है और दूसरा मजदूर है, और दूसरा भाई जिहड़ा है वो मालदार है, मर मालदार जांदा है। तो हुण परवरिश किहने करनी है? मजदूर ने। ਹੁਣ ਮਜ਼ਦੂਰ ਉਹਨਾਂ ਬੱਚਿਆਂ ਦੀ ਕਦੀ ਸਕੂਲ ਛੱਡਣ ਚਲਾ ਗਿਆ, ਕਦੀ ਸਕੂਲੋਂ ਲੈਣ ਚਲਾ ਗਿਆ, ਕਦੀ ਕਿਸੇ ਨੂੰ ਹਸਪਤਾਲ ਲੈ ਗਿਆ, ਕਦੀ ਕੋਈ ਸਬਜ਼ੀ, ਕੋਈ ਸੋਡਾ, ਇਹ ਉਹ ਹੈ। ਹੁਣ ਉਹ ਦਿਹਾੜੀ ਤੇ ਨਹੀਂ ਜਾ ਸਕਦਾ, ਤੇ ਉਹ ਇਸ ਹੱਦ ਤੱਕ ਜਿੰਨਾ ਕੁ ਉਹਦਾ ਨੁਕਸਾਨ ਹੁੰਦਾ ਹੈ ਨਾ, ਮਤਲਬ ਜਿੰਨੀ ਕੋ ਕਮਾਈ ਕਰਦਾ ਸੀ ਉਹਨਾਂ ਕੋ ਲੈ ਸਕਦਾ ਹੈ, ਅਗਰ ਉਹਦਾ ਆਪਣਾ ਗੁਜ਼ਾਰਾ ਨਹੀਂ ਹੁੰਦਾ ਤਾਂ। बस ये गल अल्लाह ताला कहता कि ना तो आप विचों इदां खाओ, बस वो जिन्ना क तुहाडा है उन्ना क तां तुसीं खा सकदे हो, तनख्वाह दे तौर ते समझ लो। ते ना ज्यादा खाओ ते ना जल्दी जल्दी बच्चों नूं खिला के कहो कि जी चलो माल इन्हां दे जवान होण तो पहला पहला माल मुका दईए। ये हसद हो जाता ना, बाज़ औकात कहंदे शरीकां दे विच हसद हो जाता है कि ये भी गरीब हो जाण, ਜਿਹੜਾ ਨਾ ਇਹਨਾਂ ਕੋਈ ਮਾਲ ਨਾ ਰਵੇ। तो फरमाया नहीं, वो एहतियात दे ना बचा बचा के इस्तेमाल करो। वला ताकुलूहा इसराफम व बेदारन यकबरू, और ना उन्हें जल्दी जल्दी और ज्यादा ज्यादा करके ਜਿਹੜਾ ना वो इस्तेमाल करो, खाओ कि वो ਵੱਡੇ ਹੋਣ ਤੇ ਮੁਕਾਇਆ ਹੋਵੇ। वमन कान गनियन फल यस्ताफिफ, ਜਿਹੜਾ आप मालदार है वो तो उन्होंने माल चो ना लवे, ये गरीब जिहड़ा ਉਹਨੂੰ हक दिता है। वमन काना फकीरा, जिहड़ा फकीर है ते ਉਹ यतीम की परवरिश कर रहा, फल याकुल बिल मारूफ, ते ਉਹ मारूफ तरीके नाल ਉਹਦੇ चों लै सकदा, जिन्नी को ਉਹਦੀ दिहाड़ी मारी गई है उन्ना को लै लवे। फाइजा दफातुम इलैहिम अमवालहुम, और जिस वेले उन्हां दे माल उन्हां नूं मोड़ो, वो वड्डे हो गए मोड़ो, फअशहिदू अलैहिम, ਤੇ ਉਹਦੇ ਤੇ ਗਵਾਹ ਬਣਾ ਲਿਆ ਕਰੋ ਕਿ ਇਹ ਇਹਨਾਂ ਦਾ ਯਤੀਮਾਂ ਦਾ ਮਾਲ ਸੀਗਾ ਤੇ ਮੈਂ ਇਹਨਾਂ ਨੂੰ ਮੋੜ ਦਿੱਤਾ। ਵਕਫਾ ਬਿल्लाह ਹਸੀਬਾ, ਬਾਕੀ ਹਿਸਾਬ ਅੱਲਾ ਨੇ ਲੈਣਾ ਹੈ ਕਿ ਤੁਸੀਂ ਕੋਈ ਭੂਸ ਵਿੱਚੋਂ ਗਾਇਬ ਤਾਂ ਨਹੀਂ ਕੀਤਾ। ਲਿਰਰਿਜਾਲ ਨਸੀਬੁ ਮਿਮਾ ਤਰਕਲ ਵਾਲਿਦਾਨ ਵਲ ਅਕਰਬੂਨ, ਤੇ ਮਰਦਾਂ ਦੇ ਵਾਸਤੇ ਹਿੱਸਾ ਵਾ ਉਸ ਮਾਲ ਚੋਂ ਜਿਹੜਾ ਉਹਨਾਂ ਦੇ ਵਾਲदैन ਜਾਂ ਕੋਈ ਕਰਾਬਤਦਾਰ ਜਿਹੜੇ ਆ ਉਹ ਛੱਡ ਕੇ ਮਰਦੇ ਆ, ਉਹਦੇ ਵਿੱਚੋਂ ਹਿੱਸਾ ਵਾ ਮਰਦਾਂ ਨੂੰ ਵੀ ਲੱਭਦਾ। ਵਲਿਨ ਨਿਸਾਏ ਨਸੀਬ ਮਿਮਾ ਤਰਕਲ ਵਾਲਿਦਾਨ ਵਲ ਅਕਰਬੂਨ, ਔਰ ਇਸੇ ਤਰੀਕੇ ਦੇ ਨਾਲ ਔਰਤਾਂ ਦਾ ਵੀ ਹਿੱਸਾ ਵਾ ਉਸ ਮਾਲ ਦੇ ਵਿੱਚੋਂ ਜਿਹੜੇ ਉਸ ਔਰਤ ਦੇ ਵਾਲदैन ਜਾਂ ਕੋਈ ਕਰਾਬਤਦਾਰ ਮਰਨ, ਤੇ ਉਹ ਹੁਣ ਕਿੱਦਾਂ ਉਹ ਅੱਗੇ ਦੱਸ ਦਿੱਤਾ ਜਾਏਗਾ। यानी औरत का भी विरासत च हिस्सा, मर्द का भी विरासत च हिस्सा। मिम्मा कल्ला मिन हो औ कसुर, वो थोड़ा होवे या ज्यादा ओदा हक है। कदी नहीं ये समझना कि भी ये थोड़ा जा वा है और की देना, नहीं, ये ओदा हक है, ओदे कोल मतलब है कि ये ओदा हक है। नसीबा मफरूजा, ये फर्ज कर दिते गए आ, यानी ये समझ लो जिदा नमाज पढ़ना फर्ज है, इदा ही इन्हां हिस्सियां दा अपने अपने मालक नूं पहुंचना फर्ज है। वैजा हाजर अल किस्मत उलुल कुरबा, और अगर हाजिर हो जान आ जान तकसीम वेले, यानी विरासत की तकसीम वेले, अजकल तो साढ़े विरासत पता नहीं लगता ना, वो पटवारी को जाके करा करू लेंदे आ, बाकी चीज़ां दा कोई वंडदे नहीं। उस वेले बकरियां वंडनियां, ऊठ वंडने, इदां दियां चीज़ां हुंदियां सीगियां, ते उस अपनी बरादरी दे कबीले दे कई गरीब भी आ जांदे सीगे ਉਹ ਵੰਡ ਹੋਣ ਦੇ ਵੇਲੇ, ਕਿਉਂਕਿ ਉਹ ਵੰਡ 'ਚ ਫਿਰ 4 ਬੰਦੇ ਵੀ ਸੱਦਣੇ ਪੈਂਦੇ ਆ ਨਾ, ਪਤਾ ਲੱਗ ਜਾਂਦਾ, ਕਿਉਂਕਿ ਫਿਰ ਉਹ ਕੋਈ ਇਨਸਾਫ ਨਾਲ ਕਰਨਾ ਹੁੰਦਾ ਨਾ। ਤੇ फरमाया उस वेले कोई तुहाडी बरादरी दे कोई कराबतदार मस्कीन वल यतामा यतीम वल मसाकीन मस्कीन हैं, वो भी अगर उत्थे आ गया
ਤੇ ਫਰਜ਼ਕੂਹੁਮ ਮਿਨਹੁ, ਤੇ ਉਹਨਾਂ ਨੂੰ ਵੀ ਥੋੜਾ ਬਹੁਤਾ ਖਾਣ ਲਈ ਵਿੱਚੋਂ ਦੇ ਦਿਆ ਕਰੋ, ਕੋਈ ਉਹਨਾਂ ਨੂੰ ਵੀ ਵਿੱਚੋਂ ਥੋੜਾ ਬਹੁਤਾ ਦੇ ਦਿਆ ਕਰੋ, ਗਰੀਬ ਸਮਝ ਕੇ, ਵਿਰਾਸਤ ਨਹੀਂ ਉਹਨਾਂ ਦੀ, ਗਰੀਬ ਮਸਕੀਨ ਸਮਝ ਕੇ ਦੇ ਦਿਆ ਕਰੋ। ਵਕੂਲੂ ਲਹਮ ਕੌਲਮ ਮਾਰੂਫਾ, ਔਰ ਉਹਨਾਂ ਨੂੰ ਮਤਲਬ ਹੈ ਕਿ ਬੁਰੀ ਨਜ਼ਰ ਨਾਲ ਨਾ ਦੇਖਿਆ ਕਰੋ, ਉਹਨਾਂ ਨਾਲ ਖੁਸ਼ ਹੋ ਕੇ ਗੱਲਬਾਤ ਕਰਿਆ ਕਰੋ। ਵਲ ਯਖਸ਼ ਲਦੀਨਾ ਲਓ ਤਾਰਕੂ ਮਿਨ ਖਲਫਿਹਿਮ ਜ਼ੁਰਯਤਨ ਜ਼ਿਆਫਾ, ਤੇ ਡਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਇੱਦਾਂ ਗਰੀਬ ਨੂੰ ਵੇਖ ਕੇ ਤੇ ਜਿਹੜਾ ਨਾ ਉਹ ਮੂੰਹ ਵੱਟ ਲੈਂਦੇ ਆ, ਕਿ ਅਗਰ ਉਹ ਮਰਨ ਔਰ ਉਹਨਾਂ ਦੇ ਪਿੱਛੇ ਇੱਦਾਂ ਹੀ ਛੋਟੇ ਛੋਟੇ ਬੱਚੇ ਰਹਿ ਜਾਣ, ਹੈਂ, ਤੇ ਖਾਫੂ ਅਲੈਹਿਮ, ਕਿੰਨਾ ਉਹਨਾਂ ਨੂੰ ਉਹਨਾਂ ਦਾ ਖੌਫ ਹੋਏਗਾ ਕਿ ਯਾਰ ਮੇਰੇ ਬੱਚੇ ਕਿੱਦਾਂ ਪਾਲਣਗੇ, ਇਹਨਾਂ ਨੂੰ ਕੌਣ ਪਾਲੇਗਾ। ਤੇ ਫਰਮਾਇਆ ਇਹ ਜਿਹੜੇ ਮਸਕੀਨ ਜਾਂ ਕੋਈ ਯਤੀਮ ਆ ਗਿਆ ਤੇ ਇਹਨਾਂ ਨੂੰ ਵੇਖ ਕੇ ਵਟਿਆ ਨਾ ਕਰੋ, ਕੋਈ ਦੇ ਦਿਆ ਕਰੋ ਥੋੜਾ ਬਹੁਤ ਇਹਨਾਂ ਨੂੰ ਵੀ। ਫਲ ਯਤਕੁல்லாਹ, ਤੇ ਚਾਹੀਦਾ ਅੱਲਾ ਤੋਂ ਡਰਦੇ ਰਹੋ, ਕਿ ਉਹ ਜਿਹੜੇ ਮੂੰਹ ਵੱਟਦੇ ਆ ਉਹ ਅੱਲਾ ਤੋਂ ਡਰਿਆ ਕਰਨ। ਵਲ ਯਕੂਲੂ ਕੌਲਮ ਮਾਰੂ ਸਦੀਦਾ, ਔਰ ਅੱਲਾ ਤੋਂ ਡਰਨ ਦਾ ਇਹ ਹੈ ਕਿ ਉਹਨਾਂ ਨਾਲ ਖੁਸ਼ ਅਖਲਾਕੀ ਨਾਲ ਪੇਸ਼ ਆਓ, ਉਹ ਯਤੀਮਾਂ ਮਸਕੀਨਾਂ ਨਾਲ। ਇਨ ਲਦੀਨਾ ਯਾਕੁਲੂਨਾ ਅਮਵਾਲ ਅਲ ਯਤਾਮਾ ਜ਼ੁਲਮਾ, ਔਰ ਬੇਸ਼ੱਕ ਉਹ ਲੋਕ ਜਿਹੜੇ ਯਤੀਮਾਂ ਦਾ ਮਾਲ ਨਾਹਕ ਖਾ ਲੈਂਦੇ ਆ, ਜ਼ੁਲਮ ਨਾਲ ਖਾ ਲੈਂਦੇ ਆ, ਇਨਮਾ ਯਾਕੁਲੂਨਾ ਫੀ ਬਤੂਨਹਿਮ ਨਾਰਾ, ਉਹ ਆਪਣੇ ਢਿੱਡਾਂ ਦੇ ਵਿੱਚ ਅੱਗ ਪਾਉਂਦੇ ਆ। ਵਸਾ ਯਸਲਊਨਾ ਸਈਰਾ, ਔਰ ਅਨ ਕਰੀਬ ਉਹ ਸਾਰੇ ਦੇ ਸਾਰੇ ਉਹ ਅੱਗ 'ਚ ਹੀ ਪਾ ਦਿੱਤੇ ਜਾਣਗੇ। ਅੱਗੇ ਤੇ ਅੱਗ ਸਿਰਫ ਢਿੱਡ 'ਚ ਆ, ਤੇ ਫਿਰ ਉਹ ਆਪ ਪੂਰਾ ਵਜੂਦ ਹੀ ਪਾ ਦਿੱਤਾ ਜਾਏਗਾ ਜਹਨਮ 'ਚ। ਯੂਸੀਕੁਮੁੱਲਾਹੁ ਫੀ ਔਲਾਦਿਕੁਮ, ਅੱਲਾਹ ਤਾਲਾ ਤੁਹਾਨੂੰ ਵਸੀਅਤ ਕਰਦਾ ਹੈ ਤੁਹਾਡੀ ਔਲਾਦ ਦੇ ਬਾਰੇ 'ਚ। ਲਿਜ਼ਾਕਰ ਮਿਸਲੁ ਹੱਜ਼ਿਲ ਉਨਥਯੈਨ, ਕਿ ਇੱਕ ਮਰਦ ਜਿਹੜਾ ਹੈ ਯਾਨੀ ਇੱਕ ਬੇਟਾ ਜਿਹੜਾ ਹੈ ਉਹਦਾ ਹਿੱਸਾ ਵਾ ਦੋ ਔਰਤਾਂ ਜਾਂ ਦੋ ਬੇਟੀਆਂ ਦੇ ਬਰਾਬਰ। ਜਿੰਨਾ ਦੋ ਬੇਟੀਆਂ ਨੂੰ ਮਿਲੇਗਾ ਉਹਨਾਂ ਇਕੱਲੇ ਬੇਟੇ ਨੂੰ ਮਿਲੇਗਾ। ਇਹ ਹੁਣ ਵਿਰਾਸਤ ਦੀ ਗੱਲ ਆ ਰਹੀ, ਪਿੱਛੇ ਆਇਆ ਨਾ ਕਿ ਔਰਤਾਂ ਦਾ ਵੀ ਹਿੱਸਾ ਜਦੋਂ ਉਹਨਾਂ ਦਾ ਕੋਈ ਕਰਾਬਤਦਾਰ ਜਾਂ ਕੋਈ ਮਾਂ ਬਾਪ ਮਰਨ, ਤੇ ਇਸੇ ਤਰ੍ਹਾਂ ਮਰਦਾਂ ਦਾ ਵੀ ਹੈ। ਹੁਣ ਇਹ ਹੋਏਗਾ ਇਸ ਤਰ੍ਹਾਂ ਤਕਸੀਮ। ਫਇਨ ਕੁੰਨਾ ਨਿਸਾਨ ਫੌਕ ਸਨਤੈਨ, ਫਿਰ ਅਗਰ ਉਹ ਔਰਤਾਂ ਹੀ ਆ, ਬੇਟੀਆਂ ਹੀ ਆ, ਔਰ ਉਹ ਹੈਗੀਆਂ ਦੋ ਜਾਂ ਦੋ ਤੋਂ ਜ਼ਿਆਦਾ, ਫਲਾਹੁੰਨ ਸੁਲੁਸਾ ਮਾ ਤਰਕ, ਤੇ ਉਹਨਾਂ ਦਾ ਹੋਏਗਾ 2/3, ਯਾਨੀ 2/3 ਹਿੱਸਾ ਹੋ ਜਾਏਗਾ ਸਾਰੇ ਤਰਕੇ ਦਾ, ਕਿਉਂਕਿ ਬੇਟਾ ਤੇ ਹੈ ਨਹੀਂ, ਬੇਟੀਆਂ ਹੀ ਆ, ਔਰ ਬੇਟੀਆਂ ਵੀ ਦੋ ਤੋਂ ਜ਼ਿਆਦਾ ਹੈ, ਦੋ ਜਾਂ ਦੋ ਤੋਂ ਜ਼ਿਆਦਾ। व इन कानत वाहिदा, अगर बेटी ही है बेटा नहीं है और कली बेटी या किसी बंदे दी फलाह निस्फ, ते ओनू ओदी विरासत दा अद्धा मिल जाएगा। वाले आबा वही है लिकुल वाहिद मिनहुम सुदुस, और ओदे मां बाप वास्ते, यानी वो जेड़ा मरन वाला ओदे मां बाप वास्ते जिहदी विरासत तकसीम होनी है, हर एक मां बाप दे विचों हर एक वास्ते होएगा 6वां हिस्सा, 1/6 बाप नू 1/6 मां नू। मिम्मा तारक, उस तरके विचों। इन काना लहू वलद, अगर ओदी औलाद भी है, मरन वाले दी औलाद भी है, तो फिर मां ते बाप नू, ओदे मरन वाले दे मां बाप नू मिल जाएगा 1/6 1/6, 6वां हिस्सा। फ़इल्लम यकुन लहू वलद, फिर अगर ओदी औलाद नहीं हैगी मरन वाले दी, व वारिसहू अबवाहु, और ओदे वारिस सिर्फ ओदे मां बाप ही है, यानी मां बाप ही वारिस, औलाद है नहीं। फल उम्महि सुलुस, तो ओ मरन वाले दी मां नू मिलेगा 1/3 हिस्सा। फ़इन काना लहू इखवा, यानी मां नू ये मिलेगा, बाकी प्यो नू चला जाएगा। फ़इन काना लहू इखवा, फिर अगर ओदे भरा भी है, हुण ओदे भरा हैगे आ, ते भरा होण दी वजह तो मां नू मां दा हिस्सा घट, क्योंकि भरा वो जेडे भरा किहने पालने आ, किहने विआउणे आ, बाप ने विआउणे ना, बाप नू फिर वध मिलेगा। फ़इन काना लहू इखवा, फिर अगर ओदे भरा है गया, फल उम्म सुदुस, तो ओदी मां नू
तीसरा हिस्सा ਜਿਹੜਾ ਨਹੀਂ ਮਿਲੇਗਾ, 6ਵਾਂ हिस्सा मिलेगा। मिन बाद वसीयतन यूसी बिहा औदैन, और ये होवेगा वसीयत और कर्ज की अदायगी तो बाद। अगर वसीयत और कर्ज तो बाद कुछ बचदा तो ਉਹੀ विरासत तकसीम होनी है। अगर उथे ही मुक गया तो मुक गया। फिर पहला सारिਆਂ तो पहले कर्ज ते वसीयत है। आबाओकुम व अबनाओकुम, और तुहाडे बाप होण या तुहाडे बेटे, ला तदरून अय्युहुम अकरबु लकुम नफा। ਇਹ ਇੱਕ ਨਵੀਂ ਜੀ ਗੱਲ ਜਿਹੜੀ ਨਾ, ਨਵੀਂ ਤਾਂ ਨਹੀਂ ਹੈਗੀ, ਲੇਕਿਨ ਹੁਣ ਸਾਡੇ ਆਮ ਤੌਰ ਤੇ ਕੋਈ ਬੰਦਾ ਮਰਦਾ ਹੈ, ਉਹਦਾ ਪਿਓ ਵੀ ਜਿੰਦਾ ਹੋਵੇ, ਉਹਦੀ ਮਾਂ ਵੀ ਜਿੰਦੀ ਹੋਵੇ, ਤੇ ਵਿਰਾਸਤ ਜਦੋਂ ਤਕਸੀਮ ਹੁੰਦੀ ਹੈ, ਵਿਰਾਸਤ ਸਿਰਫ ਜ਼ਮੀਨ ਹੀ ਤੇ ਨਹੀਂ ਹੁੰਦੀ, ਉਹਦਾ ਬੈਂਕ ਦਾ ਵੀ ਪੈਸਾ ਹੁੰਦਾ, ਦੂਸਰਾ ਕੋਈ ਘਰ ਦਾ ਸਾਮਾਨ ਹੁੰਦਾ ਹੈ, ਤੇ ਉਹਦੀ ਔਲਾਦ ਉਹਦਾ ਮਾਲਕ ਬਣਦੀ ਹੈ। ਉਹਦੇ ਮਾਂ ਬਾਪ ਨੂੰ ਕੋਈ ਨਹੀਂ ਵਿੱਚੋਂ ਨਾ ਸਮਝਦੇ ਵੀ ਇਹਦਾ ਵੀ ਕੋਈ ਹਿੱਸਾ ਹੈ। ਆਮ ਮਾਸ਼ਰਾ ਵੀ ਨਹੀਂ ਸਮਝਦਾ ਕਿ ਮਾਂ ਜਾਂ ਪਿਓ ਦਾ ਕੋਈ ਹਿੱਸਾ ਹੈ। ਅੱਲਾਹ ਕਹਿੰਦਾ ਕਿ ਮਾਂ ਬਾਪ ਦਾ ਵੀ ਹਿੱਸਾ ਹੈ। ਔਰ ਆਮ ਤੌਰ ਦੇ ਉੱਤੇ ਉਹ ਜਿਹੜਾ ਮਰਨ ਵਾਲਾ ਹੁੰਦਾ ਨਾ, ਉਹ ਵੀ ਇਹੀ ਸਮਝਦਾ ਕਿ ਮਾਂ ਬਾਪ ਮੈਨੂੰ ਕੀ ਦੇਣਾ। ਹੁਣ ਅੱਲਾਹ ਕਹਿੰਦਾ ਲਾ ਤਦਰੂਨਾ ਆਬਾਓकुम व अबनाओकुम, ਤੁਹਾਡੇ ਬੇਟੇ ਹੋਣ ਜਾਂ ਤੁਹਾਡੇ ਬਾਪ ਹੋਣ। ਅੱਲਾਹ ਨੇ ਬੇਟੇ ਦਾ ਵੀ ਹਿੱਸਾ ਰੱਖਿਆ, ਅੱਲਾਹ ਨੇ ਬਾਪ ਦਾ ਵੀ ਹਿੱਸਾ ਰੱਖਿਆ, बीवी ਦਾ ਵੀ ਰੱਖਿਆ ਤੇ ਮਾਂ ਦਾ ਵੀ ਰੱਖਿਆ। ਲਾ ਤਦਰੂਨ ਅਯੁਹਮ ਅਕਰਬੁ ਲਕੁਮ ਨਫਾ, ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਵਾਸਤੇ ਜ਼ਿਆਦਾ ਨਫੇ ਵਾਲਾ ਤੁਹਾਡਾ ਪਿਓ ਹੈ ਜਾਂ ਤੁਹਾਡਾ ਬੇਟਾ ਹੈ। ਫਰੀਜ਼ਤਮ ਮਿਨ ਅੱਲਾਹ, ਲਿਹਾਜ਼ਾ ਹਿੱਸੇਦਾਰਾਂ ਦਾ ਹਿੱਸਾ ਮਿਲਣਾ ਚਾਹੀਦਾ ਹੈ। ਫਰੀਜ਼ਤਮ ਮਿਨ ਅੱਲਾਹ, ਇਹ ਫਰਜ਼ ਕਰ ਦਿੱਤਾ ਅੱਲਾਹ ਨੇ। इन अल्लाह काना अलीमन हकीम, अल्लाह है इल्म हिकमत वाला। ये अल्लाह ये अल्लाह ने एवें नहीं कह दिता, अल्लाह का इल्म है तो हिकमत है। वलकुम निस्फु मा तरका ज़वाजुकुम, और तुहाडा हिस्सा अद्धा होएगा जदों तुहाडी बीवी फौत हुंदी है, तो ओहदे तुहाडी बीवी दे माल चों तुहाडा अद्धा हिस्सा वा। इल्लम यकुल लहुन्ना वलद, और ਤੁਹਾਨੂੰ ਅੱਧਾ ਉਦੋਂ ਮਿਲਣਾ ਜਦੋਂ ਉਸ बीवी ਦੀ ਕੋਈ ਔਲਾਦ ਨਹੀਂ ਹੈਗੀ। ਇਹ ਨੋਟ ਕਰੋ, बीवी ਦੀ ਔਲਾਦ ਹੋ ਸਕਦੀ ਹੈ, ਔਰ बीवी ਦੀ ਔਲਾਦ ਜ਼ਰੂਰੀ ਨਹੀਂ ਕਿ ਉਹ ਤੁਹਾਡੀ ਵੀ ਹੋਵੇ। बीवी ਹੋ ਸਕਦਾ ਉਹਨੇ ਪਹਿਲੇ 2 ਨਿਕਾਹ ਪਹਿਲੇ ਕੀਤੇ ਆ, ਉੱਥੇ ਵੀ ਉਹਦੀ ਔਲਾਦ ਹੈਗੀ ਹੈ, ਤੇ ਉਹ ਮਾਂ ਦੇ ਵਿੱਚ ਮਾਂ ਦਾ ਹਿੱਸਾ ਤੇ ਉਹਨੂੰ ਉਹਦੇ ਚੋਂ ਤਾਂ ਉਹਨੂੰ ਮਿਲਣਾ ਹੈ ਨਾ। व इल्लम यकुल लहुन्ना वलद, अगर ओदी औलाद नहीं हैगी तो तुहाडा अद्धा वा तुहाडी बीवी दे विरासत चों। फ़इन कान लहुन्ना वलद, अगर उन्हां दी औलाद है तो फिर औलाद नूं भी मिलना है। फलकुमुर रुबु मिम्मा तरकना, तो फिर तुहानूं चौथा हिस्सा मिलेगा ओदी विरासत चों। मिन बाद वसीयतिन यूसीना बिहा औदैन, और ये तकसीम होएगी विरासत ਜਿਹੜੇ ਆ ਨਾ ਉਹ ਕੀ ਉਹਨੂੰ ਕਹਿੰਦੇ ਆ, वसीयत और कर्ज की अदायगी तो बाद। वलहुन्ना रुबु मिम्मा तरकतुम, और उन्होंने यानी तुहाडियां बीवियां नूं तुहाडी विरासत दे विचों तुहाडे तरके तुहाडे मरण की शक्ल च तुहाडी जिहड़ी तरका वा ओहदे विचों चौथा हिस्सा मिलेगा। इल्लम यकुल लकुम वलद, अगर तुहाडी औलाद नहीं हैगी तो फिर तो मिलेगा नूं चौथा। फ़इन कान लकुम वलद, फिर अगर तुहाडी औलाद हैगी तो फिर औलाद नूं भी मिलना, लिहाजा मां नूं घट बीवी नूं घट मिलेगा, बच्चों की मां नूं घट मिलेगा। फलहुन्ना सुमुन मिम्मा तरकतुम, तो फिर उन्होंने मिलेगा 8वां हिस्सा उस तरके का। मिन बाद वसीयतिन तूसूना बिहा औदैन, नोट करो हर जगह आ रहा कर्ज की अदायगी, कर्ज की अदायगी, कर्ज की अदायगी, ये बहुत जरूरी है, वसीयत कर्ज की अदायगी। व इन कान रजुलन यूरसु कलाला, और अगर कोई मर्द वा जेड़ा कलाला, अविमरातुन, या कोई औरत कलाला वा। कलाला कहंदे आ जेदा अगा पिछे कोई ना होवे, मतलब यह कि विरासत दा पहले हकदार जेड़े है ना, वो मियाँ बीवी आपस दे एक दूसरे की विरासत दे हकदार है। औलाद जिहड़ी है वो बेटियां बेटे वो हकदार है माँ बाप की विरासत दे, और जेड़े माँ बाप है वो हकदार है अपने बेटे या बेटी की विरासत दे भी हकदार है। ठीक है, अपना अपने हिस्से उन्होंने हैगे। हुण कोई आदमी वो है कि जेड़ा कलाला है,
ਨਾ ਉਹਦੇ ਮਾਂ-ਬਾਪ ਹੈ, ਨਾ ਉਹਦੀ ਬੀਵੀ ਹੈਗੀ ਹੈ। ਜੇ ਔਰਤ ਹੈ ਤਾਂ ਉਹਦਾ ਸ਼ੌਹਰ ਕੋਈ ਨਹੀਂ ਹੈ, ਵਿਆਹ ਹੀ ਨਹੀਂ ਕੀਤਾ, ਮਰ ਗਿਆ, ਔਲਾਦ ਹੀ ਕੋਈ ਨਹੀਂ। ਹੁਣ ਉਹਦੀ ਵਿਰਾਸਤ ਕਿੱਧਰ ਜਾਏਗੀ? ਹੁਣ ਉਹਦੀ ਵਿਰਾਸਤ ਜਾਏਗੀ ਉਹਦੇ ਭੈਣਾਂ ਭਰਾਵਾਂ ਨੂੰ। ਅੱਛਾ, ਉਹਦੀ ਗੱਲ ਆ ਰਹੀ। ਵਲਾਹੂ ਆਖੁਨ ਔ ਉਖਤੁਨ, ਉਹਦਾ ਉਹਦਾ ਕੋਈ ਭਰਾ ਹੈਗਾ ਵਾ, ਕੋਈ ਭੈਣ ਹੈਗੀ ਆ। ਲੇਕਿਨ ਇਹ ਗੱਲ ਸਮਝ ਲਓ, ਇਹ ਜਿਸ ਭੈਣ ਭਰਾ ਦੀ ਗੱਲ ਹੋ ਰਹੀ ਹੈ ਨਾ, ਉਹ ਭੈਣ ਭਰਾ ਉਹ ਹੈ ਜਿਹੜੇ ਉਹਦੇ ਮਾਂ ਵੱਲੋਂ ਆ, ਸਕੇ ਨਹੀਂ ਸਕੇ। ਅਸੀਂ ਉਹਨੂੰ ਕਹਿੰਦੇ ਆ ਜਿਹਦਾ ਪਿਓ ਵੀ ਉਹੀ ਹੋਵੇ ਤੇ ਮਾਂ ਵੀ ਉਹੀ ਹੋਵੇ। ਇੱਕ ਉਹ ਆ ਕਿ ਇੱਕ ਆਦਮੀ ਜਿਹੜਾ ਹੈ, ਉਹਦੀ ਮਾਂ ਦਾ ਪਹਿਲੇ ਕਿਸੇ ਜਗ੍ਹਾ ਦੇ ਉੱਤੇ ਵਿਆਹ ਸੀਗਾ, ਉੱਥੇ ਉਹਦੇ ਕੋਈ ਭੈਣ ਭਰਾ ਹੈਗੇ ਆ ਹੈ, ਅੱਗੇ ਅੱਗੇ ਆ ਕੇ ਹੈ ਜਾਂ ਨਹੀਂ ਹੈ, ਫਿਰ ਇਹ ਬਾਅਦ ਦੀ ਗੱਲ ਹੈ। ਜੇ ਅੱਗੇ ਹੈਗੇ ਆ ਤੇ ਇਹਨਾਂ ਨੂੰ ਸਕੇ ਕਹਿ ਲਓ, ਉਹ ਮਾਂ ਸਕੇ ਆ, ਪਿਓ ਸਕੇ ਨਹੀਂ ਹੈ, ਇਸ ਤਰ੍ਹਾਂ ਦੀ ਗੱਲ ਵਾ। ਤੇ ਫਰਮਾਇਆ ਕਿ ਉਹ ਜਿਹੜਾ ਹੁਣ ਮਰਿਆ ਕਲਾਲਾ, ਉਹਦਾ ਕੋਈ ਭੈਣ ਭਰਾ ਹੈਗਾ, ਲੇਕਿਨ ਉਹ ਸਕੇ ਨਹੀਂ ਹੈਗੇ। ਉਹਨਾਂ ਦੀ ਗੱਲ ਹੋ ਰਹੀ। ਜਿਹੜੇ ਸਕੇ ਆ ਨਾ, ਉਹਨਾਂ ਦੀ ਗੱਲ ਅੱਗੇ ਜਾ ਕੇ ਆਏਗੀ। ਇਹ ਉਹਨਾਂ ਦੀ ਗੱਲ ਨਹੀਂ, ਇਹ ਜਿਹਨਾਂ ਨੂੰ ਅਸੀਂ ਸੁਤੇਲੇ ਕਹਿੰਦੇ ਆ ਨਾ, ਉਹਨਾਂ ਦਾ ਜ਼ਿਕਰ ਹੈ। ਫਲ ਕੁੱਲੇ ਵਾਹਿਦ ਮਿਨਹੁਮ ਸੁਦਸ, ਤੇ ਉਹਨਾਂ ਦੇ ਵਿੱਚੋਂ ਹਰ ਉਹਦੇ ਸਤੀਲੇ ਭੈਣ ਭਾਈ ਨੂੰ ਮਿਲੇਗਾ ਛੇਵਾਂ ਹਿੱਸਾ। ਫਇਨ ਕਾਨੂ ਅਕਸਰਾ ਮਿਨ ਜ਼ਾਲਿਕ, ਔਰ ਅਗਰ ਉਹ, ਇਹ ਤਾਂ ਹੈ ਨਾ ਇੱਕ ਭੈਣ ਹੈ ਜਾਂ ਇੱਕ ਭਰਾ ਵਾ, ਤੇ ਅਗਰ ਉਹ ਕਾਫੀ ਸਾਰੇ ਆ ਸਤੇਲੇ ਭੈਣ ਭਰਾ ਕਾਫੀ ਬਣ ਜਾਂਦੇ ਆ, ਫਾਹੁਮ ਸ਼ੁਰਕਾਉ ਫਿ ਸੁਲਸ, ਤੇ ਫਿਰ ਉਹ ਇੱਕ ਤਿਹਾਈ ਦੇ ਵਿੱਚ ਸਾਰਿਆਂ ਚ ਵੰਡ ਦਿੱਤਾ ਜਾਏਗਾ। ਮਿਨ ਬਾਅਦ ਵਸੀਅਤਨ ਯੂਸਾ ਬਿਹਾ ਉਦੈਨ, ਔਰ ਇਹ ਹੋਵੇਗਾ ਉਹਦੀ ਵਸੀਅਤ ਤੇ ਉਹਦੇ ਕਰਜ਼ ਨੂੰ ਅਦਾ ਕਰਕੇ, ਗੈਰਾ ਮੁਦਾਰ, ਕਿਸੇ ਨੂੰ ਘਾਟਾ ਦਿੱਤੇ ਬਗੈਰ, ਨੁਕਸਾਨ ਦਿੱਤੇ ਬਗੈਰ। ਵਸੀਅਤ ਮਿਨ ਅੱਲਾ, ਇਹ ਅੱਲਾ ਦੀ ਤਰਫੋਂ ਵਸੀਅਤ ਹੈ, ਤਾਕੀਦ ਹੈ। ਵੱਲਾਹੁ ਅਲੀਮੁਨ ਹਲੀਮ, ਔਰ ਅੱਲਾਹ ਤਾਲਾ ਜਿਹੜਾ ਨਾ, ਉਹ ਇਲਮ ਵਾਲਾ ਵੀ ਹੈ, ਔਰ ਅੱਲਾਹ ਤਾਲਾ ਤਹਮਲ ਵਾਲਾ ਵੀ ਹੈ। ਤਿਲ ਕਾ ਹਦੂਦੁल्लाह, ਔਰ ਇਹ ਅੱਲਾਹ ਤਾਲਾ ਦੀਆਂ ਹੱਦਾਂ ਵਾ। ਵਮਨ ਯੁਤਿ ਅੱਲਾਹ व रसूला, और ਜਿਹਨੇ ਵੀ ਅੱਲਾਹ ਉਹਦੇ ਰਸੂਲ ਦੀ ਇਤਾਅਤ ਕੀਤੀ। ਹੁਣ ਇੱਥੇ ਅੱਲਾਹ ਉਹਦੇ ਰਸੂਲ ਦੀ ਇਤਾਅਤ ਮੁਤਾਬਕ ਕਿਸੇ ਦਾ ਹਿੱਸਾ ਨਹੀਂ ਖਾਦਾ, ਹੱਕਦਾਰ ਨੂੰ ਉਹਦਾ ਹੱਕ ਦਿੱਤਾ। ਇੱਥੇ ਇਹ ਇਤਾਅਤ ਹੈ। ਤੇ ਜਿਹਨੇ ਇਹਨਾਂ ਵਸੀਅਤਾਂ ਤੇ ਅਮਲ ਕੀਤਾ, ਯੁਦਖਿਲਹੁ ਜन्नातिन तजरी मिन तहतिहा अल-अनहार खालिदीन फीहा, ਤੇ ਉਹ ਦਾਖਲ ਹੋਏਗਾ ਉਹਨਾਂ ਜੰਨਤਾਂ ਦੇ ਵਿੱਚ ਜਿਹਦੇ ਵਿੱਚ ਨਹਿਰਾਂ ਵਗਦੀਆਂ ਹੋਣਗੀਆਂ। ਵਜ਼ਾਲਿਕਲ ਫੌਜ਼ੁਲ ਅਜ਼ੀਮ, ਔਰ ਉਹਦੇ ਵਾਸਤੇ ਹੋਏ ਉਹ, ਔਰ ਇਹ ਬਹੁਤ ਬੜੀ ਕਾਮਯਾਬੀ ਹੈ। ਪਹਿਲੇ ਸਮਝ ਗਿਆ ਗੱਲ। ਪਹਿਲੇ ਫਰਮਾਇਆ ਤਿਲ ਕਾ ਹਦੂਦੁल्लाह, ਇਹ ਅੱਲਾ ਦੀ ਹਦੂਦ ਹੈ। ਹੁਣ ਇਹਦੇ ਮੁਕਾਬਲੇ 'ਚ ਦੂਸਰਾ ਆ ਗਿਆ, ਜਿਹਨੇ ਅੱਲਾ ਦੀ ਹਦੂਦ ਤੋੜੀ। ਅੱਲਾ ਦੀ ਹਦੂਦ ਤੋੜਨ ਤੋਂ ਮੁਰਾਦ ਹੈ ਕਿਸੇ ਦੀ ਵਿਰਾਸਤ ਖਾਧੀ, ਕਿਸੇ ਨੂੰ ਵਿਰਾਸਤ ਨਾ, ਹੱਕਦਾਰ ਨੂੰ ਹੱਕ ਨਹੀਂ ਜਾਣ ਦਿੱਤਾ। ਵਮਨ ਯਾਸ ਅੱਲਾਹ व रसूला, ਔਰ ਜਿਹਨੇ ਅੱਲਾ ਉਹਦੇ ਰਸੂਲ ਦੀ ਗੱਲ ਨਹੀਂ ਮੰਨੀ, ਕਿਸੇ ਦੀ ਵਿਰਾਸਤ ਖਾਧੀ, ਕਿਸੇ ਨੂੰ ਵਾਰਿਸ ਨੂੰ ਹੱਕ ਨਹੀਂ ਜਾਣ ਦਿੱਤਾ। ਵਯਤਅੱਦਾ ਹਦੂਦਾ, ਔਰ ਉਹਦੀਆਂ ਹਦੂਦ ਤੋਂ ਤਜਾਵਜ਼ ਕੀਤਾ। ਯੁਦਖਿਲਹੁ ਨਾਰਨ ਖਾਲਿਦਨ ਫੀਹਾ, ਤੇ ਉਹਨੂੰ ਅੱਲਾ ਦਾਖਲ ਕਰੇਗਾ ਅੱਗ ਦੇ ਵਿੱਚ, ਔਰ ਰਵੇਗਾ ਅੱਗ 'ਚ ਹਮੇਸ਼ਾ। ਭਾਵੇਂ ਉਹਨੇ ਹੱਜ ਕੀਤੇ ਹੋਣ, ਤੇ ਭਾਵੇਂ ਉਹਨੇ ਉਮਰੇ ਕੀਤੇ ਹੋਣ, ਤੇ ਭਾਵੇਂ ਉਹਨੇ ਦਾੜੀ ਰੱਖੀ ਹੋਏ, ਤੇ ਭਾਵੇਂ ਨਮਾਜ਼ ਛੱਡਦਾ ਨਾ ਹੋਵੇ, ਲੇਕਿਨ ਖਾਦਾ ਕਿਸੇ ਦੀ ਵਿਰਾਸਤ ਜਿਹੜੀ ਆ ਉਹ ਨਹੀਂ ਦਿੰਦਾ। ਵਲਹੁ ਅਜ਼ਾਬੁਨ ਮੁਹੀਨ, ਅੱਲਾ ਅਜ਼ਾਬ ਵੀ ਦੇਗਾ। ਮੁਹੀਨ ਕਹਿੰਦੇ ਆ ਤੌਹੀਨ ਨੂੰ, ਜ਼ਲੀਲ ਵੀ ਕਰੇਗਾ। ਵੱਲਾਤੀ ਯਾਤੀਨ ਅਲਫਾਹਿਸ਼ਾਤਾ ਮਿਨ ਨਿਸਾਇਕੁਮ, ਔਰ ਤੁਹਾਡੀਆਂ ਔਰਤਾਂ ਦੇ ਚੋਂ ਉਹ ਔਰਤਾਂ ਜਿਹੜੀਆਂ ਕੋਈ ਬੇਹਯਾਈ ਕਰ ਬੈਠਣ। ਫਸਤਸ਼ਹਿਦੂ ਅਲੈਹਿਨ ਅਰਬਾਤਾ ਮਿਨਕੁਮ, ਤੇ ਫਿਰ ਉਹਨਾਂ ਦੇ ਉੱਤੇ ਲਿਆਓ 4 ਗਵਾਹ। ਫਇਨ ਸ਼ਾਹਿਦੂ, ਫਿਰ ਅਗਰ ਉਹ ਗਵਾਹੀ ਦੇ ਜਾਣ। ਫਅਮਸਿਕੂਹੁਨ ਫਿਲ ਬਯੂਤ, तो ਫਿਰ ਆਪਣੀਆਂ ਉਹਨਾਂ ਔਰਤਾਂ ਨੂੰ ਘਰਾਂ 'ਚ ਬੰਦ ਕਰ ਲਓ। ਹੱਤਾ ਯਤਵਫਾਹੁਨ ਅਲ ਮੌਤ, ਹੱਤਾ ਕਿ ਮੌਤ ਆ ਜਾਵੇ ਉਹਨਾਂ ਨੂੰ। ਔ ਯਜਅਲ ਅੱਲਾਹੁ ਲਹੁਨ ਸਬੀਲਾ, ਜਾਂ ਫਿਰ ਅੱਲਾਹ ਤਾਲਾ ਉਹਨਾਂ ਦੇ ਵਾਸਤੇ ਕੋਈ ਹੋਰ ਰਾਹ ਕੱਢ ਦੇਵੇ। ਹੁਣ ਇਹ ਗੱਲ ਸਮਝ ਲਓ ਜੀ ਕਿ ਅਸਲ ਦੇ ਵਿੱਚ ਹਜੇ ਇਸਲਾਮੀ ਹਕੂਮਤ ਕਾਇਮ ਨਹੀਂ ਹੋਈ। ਮਦੀਨੇ ਵਿੱਚ
ਯਹੂਦੀਆਂ ਦੀਆਂ ਵੀ ਅਦਾਲਤਾਂ ਵਾਂ, ਮੁਸਲਮਾਨਾਂ ਦੀਆਂ ਵੀ ਅਦਾਲਤਾਂ ਵਾਂ। ਕਦੀ ਇੱਕ ਹੁਕੂਮਤ ਜਿਹੜੀ ਹੈ ਨਾ, ਜਿਹੜੀ ਕਾਇਮ ਹੋਵੇ, ਉਹ ਕਿਸੇ ਆਪਣੇ ਇਲਾਵਾ ਕਿਸੇ ਨੂੰ ਅਦਾਲਤ ਨਹੀਂ ਲਾਉਣ ਦਿੰਦੀ। ਤੇ ਜਿਹੜਾ ਨਾ ਮਿਕਸ ਮਾਸ਼ਰਾ, ਹੁਣ ਕਈ ਵਾਰੀ ਏਦਾਂ ਹੁੰਦਾ ਮਸਲਾ ਕਿ ਇੱਕ ਮਰਦ ਹੈ ਮੁਸਲਮਾਨ ਤੇ ਔਰਤ ਯਹੂਦੀ ਆ, ਉਹਨਾਂ ਦੇ ਦਰਮਿਆਨ ਕੋਈ ਖਰਾਬੀ ਬਣ ਗਈ, ਜਾਂ ਔਰਤ ਮੁਸਲਮਾਨ ਹੈ, ਮਰਦ ਜਿਹੜਾ ਉਹ ਯਹੂਦੀ ਹੈ ਜਾਂ ਮੁਸ਼ਰਕ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਹੈ, ਉਹਨਾਂ ਦੇ ਦਰਮਿਆਨ ਖਰਾਬੀ ਪੈਦਾ ਹੋ ਗਈ ਹੈ। ਤੇ ਹੁਣ ਉਹ ਇਸਲਾਮੀ ਹੁਕਮ ਜਿਹੜਾ ਉਹ ਕਿਹਦੇ ਤੇ ਲਾਗੂ ਹੁੰਦਾ, ਔਰ ਉਹ ਦੂਸਰੀ ਬਰਾਦਰੀ ਦਾ ਦੂਸਰਾ, ਹਜੇ ਕਈ ਸਾਰੇ ਮਸਲੇ ਹੈ ਸੀ ਨਾ। ਇਸ ਵਾਸਤੇ ਅੱਲਾਹ ਤਾਲਾ ਨੇ ਆਰਜ਼ੀ ਹੁਕਮ ਇਹ ਦਿੱਤਾ ਹੈ। ਜ਼ਨਾ ਦੀ ਸਜ਼ਾ ਜਿਹੜੀ ਹੈ ਨਾ, ਉਹ ਫਿਰ ਸੂਰਾ ਨੂਰ ਦੇ ਵਿੱਚ ਆਈ ਹੈ। ਇਹਦੇ ਵਿੱਚ ਬਸ ਇਹ ਦੱਸਿਆ ਕਿ ਹਜੇ ਜਿੱਦਾਂ ਦਾ ਮਾਸ਼ਰਾ, ਕਿਉਂਕਿ ਮੈਂ ਦੱਸਿਆ ਸੀ ਨਾ ਕਿ ਸੂਰਾ ਨਿਸਾ ਜਿਹੜੀ ਹੈ ਨਾ, ਇਹਦੇ ਵਿੱਚ ਇੱਕ ਮਾਸ਼ਰੇ ਦੀ ਤਸ਼ਕੀਲ ਵਾਸਤੇ ਅਹਿਕਾਮਾਤ ਦਿੱਤੇ ਜਾ ਰਹੇ ਆ, ਤੇ ਮਾਸ਼ਰੇ ਦੀ ਤਸ਼ਕੀਲ ਹੋ ਰਹੀ ਹੈ। ਤੇ ਉਹ ਹਜੇ ਫਿਰ ਚूंकि ਹਜੇ ਤਸ਼ਕੀਲ ਦੀ ਇਬਤਦਾ ਵਾ, ਹਜੇ ਉਹਦਾ ਇਬਤਦਾਈ ਸਮਝ ਲਓ ਕਿ ਲੈਵਲ ਹੈ, ਤੇ ਉਹ ਫਿਰ ਉਸ ਹਿਸਾਬ ਦੇ ਅਹਿਕਾਮ ਦਿੱਤੇ ਕਿ ਅਗਰ ਕੋਈ ਔਰਤ ਜਿਹੜੀ ਹੈ ਉਹ ਕੋਈ ਬੇਹਯਾਈ ਦਾ ਕੰਮ ਕਰਦੀ ਹੈ ਤੇ 4 ਗਵਾਹ ਵੀ ਮਿਲ ਜਾਂਦੇ ਆ, ਤੇ ਫਿਰ ਉਹ ਔਰਤ ਜਿਹੜੀ ਹੈ ਉਹਨੂੰ ਘਰ ਵਿੱਚ ਬੰਦ ਕਰ ਦਿਓ ਔਰ ਇੰਤਜ਼ਾਰ ਕਰੋ ਕਿ ਜਾਂ ਤੇ ਉਹ ਫਿਰ ਮਤਲਬ ਹੈ ਕਿ ਉਹ ਜੇ ਤੁਹਾਡੇ ਕੋਲ ਗਵਾਹ ਹੈ ਤਾਂ ਗਵਾਹ ਤੋਂ ਬਗੈਰ ਨਹੀਂ, ਇਹ ਨਹੀਂ 4 ਗਵਾਹ ਦੱਸ ਦਿੱਤੇ ਆ, ਇਹ 4 ਗਵਾਹ ਤੋਂ ਬਗੈਰ ਤੁਸੀਂ ਇਲਜ਼ਾਮ ਨਹੀਂ ਲਾ ਸਕਦੇ ਕਿ ਇਹਨੇ ਜ਼ਨਾ ਕੀਤਾ ਜਾਂ ਇਹ ਕੋਈ ਇਦਾਂ ਦੀ ਗੱਲ। ਤੇ ਜਾਂ ਤੇ ਫਿਰ ਇਹ ਆ ਕਿ ਉਹ ਮਰ ਜਾਵੇ, ਤੇ ਜਾਂ ਫਿਰ ਇਹ ਆ ਕਿ ਅੱਲਾਹ ਤਾਲਾ ਕੋਈ ਹੋਰ ਹੁਕਮ ਨਾਜ਼ਲ ਕਰਦਾ, ਮਤਲਬ ਵਕਤ ਬਦਲ ਜਾਵੇ, ਅੱਲਾਹ ਦਾ ਕੋਈ ਦੂਸਰਾ ਹੁਕਮ ਆ ਜਾਵੇ, ਤੇ ਫਿਰ ਉਹਦੇ ਤੇ ਅਮਲ ਕਰ ਲਈਓ। ਇਹ ਪਿਛਲੀ ਆਇਤ ਦੇ ਵਿੱਚ ਤਾਂ ਮਤਲਬ ਇਹ ਸੀ ਨਾ ਕਿ ਅਗਰ ਮਰਦ ਜਿਹੜਾ ਜਾਂ ਔਰਤ ਜਿਹੜੀ ਹੈ ਉਹ ਮੁਸਲਮਾਨ ਹੈ, ਤੇ ਦੂਸਰੀ ਤਰਫ ਜਿਹੜਾ ਮਰਦ ਜਾਂ ਔਰਤ ਹੈ ਉਹ ਗੈਰ ਮੁਸਲਮ ਹੈ, ਉਹ ਯਹੂਦੀ ਹੈ, ਉਹ ਕਈ ਮਸਾਇਲ ਸੀਗੇ, ਤੇ ਉਹਦੇ ਵਿੱਚ ਫਿਰ ਜਿਹੜਾ ਨਾ ਉਹ ਇਹ ਹੁਕਮ ਦਿੱਤਾ ਅੱਲਾਹ ਤਾਲਾ ਨੇ। ਹੁਣ ਇਹ ਦੂਸਰੀ ਗੱਲ ਆ ਰਹੀ ਆ, ਵੱਲਾਜ਼ਾਨ ਯਾਤੀਆਨਹਾ ਮਿਨਕੁਮ, ਅਗਰ ਉਹ ਦੋਨੋਂ ਤੁਹਾਡੇ ਵਿੱਚੋਂ ਆ, ਯਾਨੀ ਮਰਦ ਵੀ ਤੇ ਔਰਤ ਵੀ, ਜਿਨ੍ਹਾਂ ਤੇ ਜ਼ਨਾ ਦਾ ਇਲਜ਼ਾਮ ਹੈ ਜਾਂ ਉਹ ਗਵਾਹ 4 ਆ ਗਏ ਆ, ਫਆਜ਼ੂਹੁਮਾ, ਤੇ ਹੁਣ ਉਹਨਾਂ ਨੂੰ ਤੁਸੀਂ ਸਜ਼ਾ ਦਿਓ। ਅੱਛਾ, ਸਜ਼ਾ ਜਿਹੜੀ ਉਹ ਹੈ ਜ਼ਨਾ ਦੀ, ਰਜਮ ਜਾਂ ਉਹ ਸੰਸਾਰ ਕਰਨਾ, ਉਹ ਤੇ ਫਿਰ ਅੱਗੇ ਸੂਰਾ ਨੂਰ ਦੇ ਵਿੱਚ ਕੋੜਿਆਂ ਦੀ ਸਜ਼ਾ ਆਈ ਹੈ ਨਾ, ਗੈਰ ਸ਼ਾਦੀशुदा ਦੀ 100 ਕੋੜੇ, ਤੇ ਉਹ ਰਜਮ ਦੀ ਸਜ਼ਾ ਜਿਹੜੀ ਉਹ ਫਿਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਨਾਫਜ਼ ਕੀਤੀ ਸ਼ਾਦੀशुदा ਵਾਸਤੇ। ਤੇ ਇਹ ਜਿਹੜਾ ਨਾ ਇਹ ਹਜੇ ਕਿਉਂਕਿ ਹਜੇ ਮਾਸ਼ਰਾ ਵਜੂਦ 'ਚ ਹੀ ਨਹੀਂ ਆ ਰਿਹਾ, ਕਈ ਸਾਰੇ ਮਸਾਇਲ ਆ, ਤੇ ਇਹਦੇ ਵਾਸਤੇ ਫਿਰ ਅਗਰ ਉਹ ਦੋਨੋਂ ਤੁਹਾਡੇ ਵਿੱਚੋਂ ਆ, ਤੇ ਫਿਰ ਉਹ ਜਿੱਦਾਂ ਕਹਿੰਦੇ ਆ ਵੀ ਪੰਚਾਇਤ ਜਾਂ ਸਿਆਣੇ ਲੋਕ ਜਿਹੜੇ ਵੀ ਮੌਕੇ ਤੇ ਫੈਸਲਾ ਕਰ ਦੇਣ, ਉਸ ਕਿਸਮ ਦੀ ਉਹਨਾਂ ਨੂੰ ਸਜ਼ਾ ਜਿਹੜੀ ਹੈ ਨਾ ਉਹ ਦੇ ਦਿਓ, ਫਆਜ਼ੂਹੁਮਾ। ਅੱਛਾ, ਇਹ ਜਦੋਂ ਇੱਥੇ ਕਈ ਤਫਸੀਰਾਂ 'ਚ ਕਈ ਕੁਛ ਹੀ ਲਿਖਿਆ, ਕਿਸੇ ਜਗ੍ਹਾ ਤੇ ਲਿਖਿਆ ਕਿ ਜੀ ਉਹ 2 ਮਰਦ ਅਗਰ ਆਪਸ ਦੇ ਵਿੱਚ ਕਰਨ, ਤੇ ਕਿਸੇ ਜਗ੍ਹਾ ਲਿਖਿਆ 2 ਔਰਤਾਂ ਆਪਸ 'ਚ ਕਰਨ। ਅਸਲ ਇਸ ਤਰ੍ਹਾਂ ਨਹੀਂ, ਇਹ ਇਸੇ ਤਰ੍ਹਾਂ ਵਾ ਕਿ ਅਗਰ ਉਹ ਦੋਨੋਂ ਤੁਹਾਡੇ ਵਿੱਚੋਂ ਆ, ਯਾਨੀ ਪਹਿਲੀ ਸੂਰਤ ਇਹ ਹੈ ਕਿ ਇੱਕ ਫਰੀਕ ਮਰਦ ਜਾਂ ਔਰਤ ਮੁਸਲਮਾਨ ਆ, ਦੂਸਰਾ ਮਰਦ ਜਾਂ ਔਰਤ ਕੋਈ ਯਹੂਦੀ ਹੈ ਜਾਂ ਕੋਈ ਈਸਾਈ ਆ, ਕੋਈ ਇੱਦਾਂ ਦਾ ਜੋ ਵੀ ਹੈ ਮੁਸ਼ਰਕ ਹੈ। ਤੇ ਫਰਮਾਇਆ ਕਿ ਫਆਜ਼ੂਹੁਮਾ, ਤੇ ਜਦੋਂ ਤੁਹਾਡੇ ਵਿੱਚੋਂ ਹੀ ਆ ਉਹ ਦੋਨੋਂ, ਤੇ ਉਹਨਾਂ ਨੂੰ ਸਜ਼ਾ ਦਿਓ। ਫਇਨ ਤਾਬਾ ਵ ਅਸਲਹਾ, ਫਿਰ ਅਗਰ ਉਹ ਤੌਬਾ ਅਗਰ ਉਹ ਤੌਬਾ ਕਰਨ, ਆਪਣੀ ਇਸਲਾਹ ਕਰਨ, ਫਆਰਿਜ਼ੂ ਅਨਹੁਮਾ, ਤੇ ਉਹਨਾਂ ਤੋਂ ਜਾਂਦੀ ਕਰ ਦਿਓ, ਛੱਡ ਦਿਓ ਉਹਨਾਂ ਨੂੰ। ਇਨ ਅੱਲਾਹ ਕਾਨਾ ਤਵਾਬਰ ਰਹੀਮਾ, ਬੇਸ਼ੱਕ ਅੱਲਾਹ ਤਾਲਾ तौबा कबूल करने वाला और रहम करने वाला। इन्नमा तौबा तो अल्लाह है, बेशक अल्लाह दे ता जुम्मे है तौबा, बड़ा अहम मजमून है।
लिल्लज़ीन यामलून सूअ बिजहाला, ਜਿਹੜੇ ਕੋਈ ਨਾਦਾਨੀ ਦੇ ਵਿੱਚ ਜਹਾਲਤ ਦੇ ਵਿੱਚ ਕੋਈ ਬੁਰਾਈ ਕਰ ਲੈਣ, ਸੁੰਮ ਯਤੂਬੂ ਮਿਨ ਕਰੀਬ, ਕਰੀਬ ਕਰੀਬ ਇੰਤਜ਼ਾਰ ਨਹੀਂ ਕਰਦੇ ਰਹਿਣ, ਫੌਰਨ ਤੌਬਾ ਕਰ ਲੈਣ। ਸੁੰਮ ਯਤੂਬੂਨ ਮਿਨ ਕਰੀਬ, ਫਿਰ ਫੌਰਨ ਤੌਬਾ ਕਰ ਲੈਣ। ਫਉਲਾਇਕਾ ਯਤੂਬੁल्लाहु अलैहिम, ਤੇ ਇਹ ਉਹ ਲੋਕ ਆ ਜਿਨ੍ਹਾਂ ਦੀ ਅੱਲਾਹ ਤੌਬਾ ਕਬੂਲ ਕਰ ਲੈਂਦਾ। ਵਕਾਨ ਅੱਲਾਹੁ ਅਲੀਮਨ ਹਕੀਮਾ, ਅੱਲਾਹ ਤਾਲਾ ਤੇ ਇਲਮ ਔਰ हिकमत वाला। वलैसत तौबतु लिल्लज़ीन यामलून सय्यात, और ਉਹਨਾਂ ਦੀ ਕੋਈ ਤੌਬਾ ਨਹੀਂ ਜਿਹੜੇ ਬੁਰੇ ਕੰਮ ਕਰਦੇ ਰਹਿੰਦੇ ਆ ਹੱਤਾ ਇਜ਼ਾ ਹਜ਼ਰ ਅਹਦਹੁਮੁਲ ਮੌਤ, ਕਿ ਕਿਸੇ ਦੀ ਮੌਤ ਦਾ ਵੇਲਾ ਆ ਜਾਂਦਾ। ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਉਹ ਜਾਨ ਜਿਹੜੀ ਹੈ ਉਹ ਫਿਰ ਹੰਸਲੀ ਤੱਕ ਪਹੁੰਚ ਜਾਂਦੀ ਹੈ। ਘਰ ਘਰ ਜਿਹੜਾ ਨਾ ਮੌਤ ਦਾ ਕੀ ਉਹਨੂੰ ਕਹਿੰਦੇ ਆ, ਉਹ ਜਿਹੜੀ ਇੱਕ ਆਵਾਜ਼ ਆਉਂਦੀ ਹੈ, ਤੇ ਫਿਰ ਉਹ ਤੌਬਾ ਕਰੇ ਜਾਂ ਮੌਤ ਨੂੰ ਵੇਖ ਕੇ ਤੌਬਾ ਕਰੇ। ਕਾਲਾ ਇੰਨੀ ਤੁਬਤੁ ਲਾਨ, ਤੇ ਹੁਣ ਉਹ ਕਹਿੰਦਾ ਮੌਤ ਵੇਖ ਕੇ ਕਹਿੰਦਾ ਮੈਂ ਤੌਬਾ ਕਰ ਲਈ। ਵਲੱਲਜ਼ੀਨ ਯਮੂਤੂਨ ਵਹੁਮ ਕੁਫਾਰ, ਔਰ ਨਾ ਉਹ ਲੋਕ ਜਿਹੜੇ ਮਰਨ ਕੁਫਰ ਦੀ ਹਾਲਤ ਦੇ ਵਿੱਚ। ਉਹ ਹੁਣ ਮਤਲਬ ਇਹ ਹੈ ਕਿ ਉਹਨਾਂ ਦੀ ਤੌਬਾ ਸ਼ੌਬਾ ਕਾਹਦੀ ਹੈ, ਤੇ ਉਹ ਕਿਆਮਤ ਵਾਲੇ ਦਿਨ ਤੌਬਾ ਵੀ ਕਰਨਗੇ ਤੇ ਕੋਈ ਤੌਬਾ ਨਹੀਂ ਗੀ। ਅਸਲ ਗੱਲ ਕੀ ਹੈ? ਅਸਲ ਗੱਲ ਇਹ ਹੈ ਕਿ ਤੌਬਾ ਜਲਦੀ ਹੋਣੀ ਚਾਹੀਦੀ ਹੈ। ਔਰ ਦੂਸਰੀ ਗੱਲ ਇਹ ਹੈ ਕਿ ਤੌਬਾ, ਹੁਣ ਇੱਕ ਆਦਮੀ ਸਰਕਾਰੀ ਮੁਲਾਜ਼ਮ ਹੈ, ਪਟਵਾਰੀ ਹੈ, ਥਾਣੇਦਾਰ ਹੈ, AC ਹੈ, DC ਹੈ, ਉਹ ਰਿਸ਼ਵਤ ਲਈ ਜਾਂਦਾ, ਤੇ ਜਦੋਂ ਰਿਟਾਇਰ ਹੋ ਜਾਂਦਾ ਉਸ ਵੇਲੇ ਤੌਬਾ ਕਰ ਲੈਂਦਾ ਹੈ। ਇਹ ਉਹੀ ਗੱਲ ਹੈ ਕਿ ਸਾਰੀ ਜ਼ਿੰਦਗੀ ਜ਼ਨਾ ਕਰਦਾ ਰਿਹਾ, ਜਦੋਂ ਬੁੱਢਾ ਹੋ ਗਿਆ ਔਰ ਬਿਲਕੁਲ ਖਤਮ ਹੋ ਗਿਆ, ਤੇ ਫਿਰ ਉਹ ਤੌਬਾ ਉਹਨੇ ਕਰ ਲਈ ਹੈ। ਤੇ ਅਸਲ ਗੱਲ ਇਹ ਹੀ ਹੈ ਵੀ ਉਹਨੇ ਇਹ ਮਰਨ ਵਾਲੀ ਤੌਬਾ ਹੀ ਹੈ। ਗੱਲ ਉਹ ਹੈ ਕਿ ਭਰਿਆ ਮੇਲਾ ਛੱਡੇ ਬੰਦਾ, ਠੀਕ ਹੈ ਨਾ, ਇਹ ਗੱਲ ਹੈ। ਤੇ ਫਰਮਾਇਆ ਕਿ वलल्लज़ीन यमूतून वहुम कुफ़ार उलाइका अतदना लहुम अज़ाबन अलीमा, और ना वो लोग ਜਿਹੜੇ तौबा ਕਰਦੇ ਆ ਵਲਲ ਨਾ ਉਹ ਜਿਹੜੇ ਲੋਕ ਜਿਹੜੇ ਆ ਨਾ ਉਹ ਕਾਫਰ ਮਰਦੇ ਆ, ਉਹਨਾਂ ਦੀ ਕੋਈ ਤੌਬਾ ਹੁੰਦੀ ਹੈ। ਯਾਨੀ ਹੁਣ ਈਮਾਨ ਲਿਆ ਨਹੀਂ, ਤੌਬਾ ਵੀ ਕਰੀ ਜਾਂਦਾ, ਤੇ ਉਹਦੀ ਤੌਬਾ ਕਾਹਦੀ ਆ। ਉਲਾਇਕਾ ਅਤਦਨਾ ਲਹੁਮ ਅਜ਼ਾਬਨ ਅਲੀਮਾ, ਇਹਨਾਂ ਵਾਸਤੇ ਤੇ ਦਰਦਨਾਕ ਅਜ਼ਾਬ ਅੱਲਾ ਨੇ ਤਿਆਰ ਕੀਤਾ। ਯਾ ਅਯੁਹੱਲਜ਼ੀਨ ਆਮਨੂ, ਐ ਈਮਾਨ ਵਾਲੋ, ਲਾ ਯਹਿੱਲੁ ਲਕੁਮ ਅਨ ਤਾਰਿਸੁ ਨਿਸਾ ਕਰਹਾ, ਤੁਹਾਡੇ ਵਾਸਤੇ ਹਲਾਲ ਨਹੀਂ ਤੇ ਕਿ ਤੁਸੀਂ ਔਰਤਾਂ ਦੇ ਵਾਰਿਸ ਜ਼ਬਰਦਸਤੀ ਬਣ ਜਾਓ। ਜ਼ਬਰਦਸਤੀ ਔਰਤਾਂ ਦੀ ਵਿਰਾਸਤ ਜਿਹੜੀ ਹੈ ਨਾ, ਉਹਦੇ ਤੁਸੀਂ ਆਪਣੇ ਆਪ ਨੂੰ ਮਾਲਕ ਬਣਾ ਲਓ, ਇਹ ਤੁਹਾਡਾ ਹੱਕ ਨਹੀਂ। ਇਹਦੀਆਂ ਕਈ ਸ਼ਕਲਾਂ ਹੁੰਦੀਆਂ ਸੀ, ਬਾਹਰ ਹੁਣ ਵਕਤ ਨੇ। ਵਲਾ ਤਾਦੁਲੂਹੁੰਨਾ ਲਿਤਜ਼ਹਬੂ ਬਿਬਾਦ ਮਾ ਆਤੈਤੁਮੂਹੁੰਨਾ ਸ਼ੈਆ, ਔਰ ਨਾ ਉਹਨਾਂ ਨੂੰ ਇਸ ਵਾਸਤੇ ਰੋਕੋ ਕਿ ਉਹਦੇ ਵਿੱਚੋਂ ਕੋਈ ਸ਼ੈ ਤੁਹਾਨੂੰ ਮੋੜਨ ਜਿਹੜੀ ਤੁਸੀਂ ਉਹਨਾਂ ਨੂੰ ਦਿੱਤੀ ਸੀ। ਯਾਨੀ ਇੱਕ ਔਰਤ ਹੈ, ਉਹਨੂੰ ਤੁਸੀਂ ਤਲਾਕ ਦੇ ਦਿੱਤੀ ਹੈ, ਤੇ ਹੁਣ ਮਤਲਬ ਇਹ ਹੈ ਕਿ ਉਹਨੂੰ ਅੱਗੋਂ ਨਿਕਾਹ ਤੋਂ ਰੋਕਦੇ ਹੋ। ਔਰ ਕਿਉਂ ਰੋਕਦੇ ਹੋ? ਕਿ ਇਹਨੂੰ ਮੈਂ ਇੰਨਾ ਹੱਕ ਮਹਿਰ ਦਿੱਤਾ ਸੀ, ਜਾਂ ਮੈਂ ਜਦੋਂ ਮੇਰੀ ਬੀਵੀ ਸੀ ਮੈਂ ਇਹ ਦਿੱਤਾ ਸੀ, ਉਹ ਦਿੱਤਾ ਸੀ। ਜ਼ਾਹਿਰ ਹੈ ਤੁਹਾਡੀ ਬੀਵੀ ਹੈ, ਤੁਸੀਂ ਕੋਈ ਤੋਹਫੇ ਤਾਇਫ ਕੋਈ ਸ਼ੈਆਂ ਲੈ ਕੇ ਦੇ ਦਿੰਦੇ ਹੋ, ਕਿਸੇ ਨੂੰ ਕੋਈ ਜ਼ੇਵਰ ਬਣਾ ਦਿੰਦੇ ਹੋ, ਉਹ ਮੈਨੂੰ ਦੇਵੇ। ਇਹ ਜਿੰਨਾ ਹੱਕ ਮਹਿਰ ਜਿਹੜਾ ਉਹਦਾ ਹੱਕ ਹੈ, ਇਹ ਤੁਸੀਂ ਦੇਣਾ ਹੀ ਦੇਣਾ ਵਾ। ਸਿਰਫ ਇੱਕ ਸੂਰਤ ਦੇ ਵਿੱਚ ਅੱਲਾ ਨੇ ਕੁਛ ਨਰਮੀ ਰੱਖੀ ਹੈ, ਔਰ ਉਹ ਇਹ ਆ ਕਿ ਉਹ ਔਰਤ ਬੇਹਯਾਈ ਕਰੇ, ਜ਼ਾਨੀਆ ਹੋਵੇ, ਉਹ ਪੂਰੇ ਗਵਾਹ ਭੁਗਤ ਜਾਣ, ਜਾਂ ਫਿਰ ਉਹਦਾ ਸ਼ੌਹਰ ਜਿਹੜਾ ਬਹਰਹਾਲ ਉਹਨੂੰ, ਉਹ ਮੇਰਾ ਸੂਰਾ ਨੂਰ ਦੇ ਵਿੱਚ ਉਹ ਤਫਸੀਲਾਂ ਹੈਗੀਆਂ ਸਾਰੀਆਂ। ਇਲਾ ਯਾਤੀਨਾ ਬਿਫਾਹਿਸ਼ਾਤਿਨ ਮੁਬੱਇਨਾ, ਸਿਵਾਏ ਇਹਦੇ ਕਿ ਉਹ ਬੇਹਯਾਈ ਦਾ ਇਰਤਕਾਬ ਕਰਨ, ਜਾਂ ਫਿਰ ਸੂਰਤ ਇਹ ਹਾਲ ਹੈ ਕਿ ਔਰਤ ਆਪ ਤਲਾਕ ਮੰਗੇ, ਫਿਰ ਵੀ ਤੁਸੀਂ ਕੋਈ ਵਾਪਸੀ ਦੀ ਗੱਲ ਕਰ ਸਕਦੇ ਹੋ। ਵ ਆਸ਼ਿਰੂਹੁੰਨਾ ਬਿਲ ਮਾਰੂਫ, ਔਰ ਉਹਨਾਂ ਨਾਲ ਮਾਸ਼ਰਤ ਰਹਿਣ ਸਹਿਣ ਅੱਛਾ ਰੱਖੋ।
ਫਾਇਨ ਕਰੇ ਤੋਂ ਮੂਹਨਾ, ਫਿਰ ਅਗਰ ਤੁਹਾਨੂੰ ਕਿਸੇ ਵਜ੍ਹਾ ਤੋਂ ਔਰਤ ਚੰਗੀ ਨਹੀਂ ਵੀ ਲੱਗਦੀ, ਬੀਵੀ ਚੰਗੀ ਨਹੀਂ ਲੱਗਦੀ, ਅਸਾ ਅੰਤਾ ਕਰਾਹੂ ਸ਼ਾਇਆ, ਹੋ ਸਕਦਾ ਤੁਹਾਨੂੰ ਕੋਈ ਚੀਜ਼ ਚੰਗੀ ਨਾ ਲੱਗਦੀ ਹੋਵੇ, ਵਯਾ ਜਲ ਅੱਲਾਹੁ ਫੀਹ ਖੈਰਨ ਕਸੀਰਾ, ਔਰ ਅੱਲਾ ਨੇ ਉਸ ਚੀਜ਼ 'ਚ ਤੁਹਾਡੇ ਵਾਸਤੇ ਬੜਾ ਖੈਰ ਰੱਖਿਆ ਹੋਵੇ। व इन अरादतुम इस्तिबदाल ज़ौजिन मकान ज़ौज, और फिर ਤੁਸੀਂ ਅਗਰ ਇੱਕ ਔਰਤ ਦੀ ਜਗ੍ਹਾ ਦੂਸਰੀ ਔਰਤ ਲਿਆਉਣਾ ਹੀ ਚਾਹੁੰਦੇ ਹੋ, ਬਦਲਣਾ ਚਾਹੁੰਦੇ ਹੋ, व आतयतुम इहदाहुन्ना किंतारा, ਔਰ ਤੁਸੀਂ ਉਹਨਾਂ ਨੂੰ ਢੇਰਾ ਮਾਲ ਵੀ ਦਿੱਤਾ ਸੀਗਾ, ਭਾਵੇਂ ਤੁਸੀਂ 200 ਊਠ ਦਿੱਤੇ ਸੀ ਉਹਨੂੰ ਹੱਕ ਮਿਹਰ ਦੇ, ਜਾਂ ਤੁਸੀਂ ਉਹਦੇ ਕੋਈ ਮਰਬਾ ਉਹਨੂੰ ਜ਼ਮੀਨ ਦਾ ਦਿੱਤਾ, ਕੋਈ ਪਲਾਟ ਦਿੱਤਾ ਹੱਕ ਮਿਹਰ ਦੇ ਤੌਰ ਤੇ ਤੁਸੀਂ ਉਹਦੇ ਵਿੱਚੋਂ ਹੱਕ ਮਿਹਰ ਦੇ ਤੌਰ ਤੇ ਵੀ, ਜਾਂ ਵੈਸੇ ਹੀ ਬਾਜ਼ ਔਕਾਤ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਤੋਹਫਤਨ ਕੋਈ ਚੀਜ਼ ਦਿੰਦੇ ਹਾਂ। ਦੇਖੋ ਅਸੀਂ ਆਮ ਦੋਸਤ, ਕਿਸੇ ਆਪਣੇ ਦੋਸਤ ਨੂੰ ਤੁਸੀਂ ਕੋਈ ਘੜੀ ਖਰੀਦ ਕੇ ਦੇ ਦਿੱਤੀ, ਕੋਈ ਸਾਊਦੀਆ ਤੋਂ ਆਇਆ, ਉਹ ਆਪਣੇ ਕਿਸੇ ਦੋਸਤ ਵਾਸਤੇ ਘੜੀ ਲੈ ਕੇ ਆਇਆ, ਕੱਲ ਨੂੰ ਉਹਨਾਂ ਦੀ ਦੋਸਤੀ ਖਤਮ ਹੁੰਦੀ ਹੈ ਤੇ ਉਹ ਉਹਦੇ ਬੂਹੇ ਤੇ ਚਲਾ ਜਾਏ ਕਿ ਉਹ ਮੈਂ ਘੜੀ ਵਾਪਸ ਕਰ ਮੇਰੀ ਜਿਹੜੀ ਮੈਂ ਤੈਨੂੰ ਉਦੋਂ ਦਿੱਤੀ ਸੀ। ਇਹਦੀ ਮਿਸਾਲ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ ਕੁੱਤੇ ਦੀ ਮਿਸਾਲ ਆ, ਜਿਹੜਾ ਆਪਣੀ ਬੀਵੀ ਨੂੰ ਕੋਈ ਤੋਹਫਾ ਦੇ ਕੇ, ਕੋਈ ਚੀਜ਼ ਦੇ ਕੇ ਤੇ ਫਿਰ ਉਹਦੇ ਕੋਲੋਂ ਮੰਗਦਾ ਵਾ, ਤੇ ਉਹ ਉਸ ਕੁੱਤੇ ਦੀ ਮਿਸਾਲ ਆ ਜਿਹੜਾ ਕਹਿ ਕਰ ਲੈਂਦਾ, ਉਲਟੀ ਕਰ ਲੈਂਦਾ, ਖਾਧੀ ਚੀਜ਼ ਉਲਟ ਦਿੰਦਾ, ਫਿਰ ਚੱਟਣ ਲੱਗ ਪੈਂਦਾ। ਫਲਾ ਤਾਖੁਜ਼ੂ ਮਿਨਹੁ ਸ਼ੈਆ, ਜਦੋਂ ਤੁਸੀਂ ਤਲਾਕ ਦੇ ਰਹੇ ਹੋ ਤਾਂ ਫਿਰ ਉਹਦੇ ਚੋਂ ਕੁਛ ਨਾ ਲਵੋ, ਉਹ ਭਾਵੇਂ ਤੁਸੀਂ ਜੋ ਵੀ ਦਿੱਤਾ ਸੀਗਾ ਉਹਦਾ। ਅਤਾਖੁਜ਼ੂਨਹੁ ਬੁਹਤਾਨਾ, क्या ਤੁਸੀਂ ਬੁਹਤਾਨ ਲਾ ਕੇ ਲਓਗੇ, व ਇਸਮਾ ਮੁਬੀਨਾ, ਔਰ ਖੁੱਲਾ ਗੁਨਾਹ ਕਮਾ ਕੇ, ਯਾਨੀ ਬੁਹਤਾਨ ਕੀ ਹੈ ਕਿ ਉਹਦੇ ਤੇ ਜ਼ਨਾ ਦਾ ਇਲਜ਼ਾਮ ਲਗਾ ਦਿਓ, ਤੇ ਉਹ ਸੂਰਤ ਦੇ ਵਿੱਚ ਤੁਸੀਂ ਕੋਈ ਅੜੀ ਕਰੋ, ਜਾਂ ਮਤਲਬ ਇਹ ਕਿ ਇਹ ਕੋਈ ਹੋਰ ਆਪਣੇ ਖਾਤੇ 'ਚ ਪਾਓ, ਉਹਨੇ ਤੇ ਜ਼ਨਾ ਨਹੀਂ ਕੀਤਾ ਤੇ ਗੁਨਾਹ ਕਿਹਨੂੰ ਮਿਲੇਗਾ। ਵਕਈ ਫਤਾ ਖੁਦੂ ਨਾ ਹੋ, ਔਰ ਕਿੱਦਾਂ ਤੁਸੀਂ ਹੁਣ ਲੈ ਸਕਦੇ ਹੋ, ਵਕਦ ਅਫਜ਼ਾ ਬਾਜ਼ੁਕੁਮ ਇਲਾ ਬਾਜ਼, ਆ ਜਿਹੜੇ ਲੋਕ ਲਾਹਨਤਾਂ ਖੱਟਦੇ ਆ ਕਿ ਬੀਵੀ ਦਾ ਜਹੇਜ਼ ਵੀ ਰੱਖ ਲੈਂਦੇ ਆ, ਇਹ ਉਹਨਾਂ ਵਾਸਤੇ ਬੜੀ ਬੜੀ ਲਾਨਤ ਹੈ ਔਰ ਬੜਾ ਜੁਰਮ ਹੈ। ਵਕਦ ਅਫਜ਼ਾ ਬਾਜ਼ੁਕੁਮ ਇਲਾ ਬਾਜ਼, ਔਰ ਜਦੋਂ ਕਿ ਤੁਸੀਂ ਇੱਕ ਦੂਸਰੇ ਨਾਲ ਤਅਲਕ ਕਾਇਮ ਕਰ ਚੁੱਕੇ, ਵਾਖਜ਼ਨਾ ਮਿਨਕੁਮ ਮੀਸਾਕਨ ਗਲੀਜ਼ਾ, ਔਰ ਉਹਨਾਂ ਨੇ ਤੁਹਾਡੇ ਕੋਲੋਂ ਇਹ ਤਅਲਕ ਕਾਇਮ ਕਰਨ ਦਾ ਜਿਹੜਾ ਮਤਲਬ ਤੁਸੀਂ ਸਮਝ ਲਓ ਕਿ ਇਹ ਇਸ ਸ਼ਰਤ ਤੇ ਹੀ ਤੁਸੀਂ ਤਅਲਕ ਕਾਇਮ ਕੀਤਾ ਨਾ ਕਿ ਇੰਨਾ ਹੱਕ ਮਹਿਰ ਦੇਵਾਂਗਾ, ਤਾਂ ਹੱਕ ਮਹਿਰ ਤੁਸੀਂ ਤਅਲਕ ਕਾਇਮ ਕਰ ਲਿਆ, ਹੱਕ ਮਹਿਰ ਦੇ ਦਿੱਤਾ, ਹੁਣ ਕਿੱਦਾਂ ਤੁਹਾਨੂੰ ਵਾਪਸ ਮੰਗਦੇ ਹੋ ਜਾਂ ਉਹਦੇ ਚੋਂ ਕੁਛ ਲੈਂਦੇ ਹੋ। ਇਹ ਤਅਲਕ ਕਾਇਮ ਕਰਨ ਦਾ ਹੱਕ ਮਹਿਰ ਸੀਗਾ ਨਾ। ਵਲਾ ਤਨਕਿਹੂ ਮਾ ਨਕਹਾ ਬਾਉਕੁਮ ਮਿਨ ਨਿਸਾਏ, ਔਰ ਨਿਕਾਹ ਨਾ ਕਰੋ ਜਿਨ੍ਹਾਂ ਉਹਨਾਂ ਔਰਤਾਂ ਨਾਲ ਜਿਨ੍ਹਾਂ ਨਾਲ ਤੁਹਾਡੇ ਵਾਲਦ ਨੇ ਨਿਕਾਹ ਕਰ ਲਿਆ, ਤੁਹਾਡੇ ਬਾਪ ਨੇ ਨਿਕਾਹ ਕਰ ਲਿਆ। ਅਸਲ ਦੇ 'ਚ ਉਸ ਵੇਲੇ ਜ਼ਮਾਨਾ ਜਾਹਲੀਅਤ ਦੇ 'ਚ ਇੱਦਾਂ ਹੁੰਦੀ ਸੀ ਨਾ ਕਿ ਇੱਕ ਆਦਮੀ ਕਈ ਔਰਤਾਂ ਨਾਲ ਵਿਆਹ ਕਰ ਲੈਂਦਾ ਸੀ, ਫਿਰ ਉਸ ਵੇਲੇ ਮਿਹਰ ਵੀ ਜਿੱਦਾਂ ਦਿੱਤੇ ਹੁੰਦੇ ਸੀ, ਉਹ ਵੀ ਆਪਣੀ ਸ਼ਾਨ ਸਮਝਦੇ ਸੀ ਕਿ ਬੜਾ ਮਿਹਰ ਦੇ ਕੇ ਵਿਆਹਿਆ, ਤੇ ਉਹ ਫਿਰ ਜਿਸ ਵੇਲੇ ਬੰਦਾ ਮਰ ਗਿਆ ਤੇ ਹੁਣ ਉਹ ਬੀਵੀਆਂ ਦੀਆਂ ਦੇ ਮਿਹਰ ਹੈਗੇ ਆ, ਉਹਨਾਂ ਦੀਆਂ ਗਾਵਾਂ ਮੱਝਾਂ ਫਿਰਦੀਆਂ, ਊਠ ਫਿਰਦੇ ਆ, ਹੁਣ ਉਹ ਜਿਹੜਾ 4-5 ਬੀਵੀਆਂ ਸੀ, ਭਾਵੇਂ 10 ਵੀ ਹੋਣ ਸੀ ਉਦੋਂ, 4-5 ਤੇ ਇਸਲਾਮ ਦੀ ਸ਼ਰਤ ਆ ਨਾ। ਹੁਣ ਉਹ ਵੱਡਾ ਬੇਟਾ ਜਿਹੜਾ ਨਾ, ਉਹ ਜਿਹੜੀਆਂ ਸੌਤੇਲੀਆਂ ਮਾਵਾਂ ਸੀ ਨਾ, ਉਹਨਾਂ ਨਾਲ ਨਿਕਾਹ ਕਰ ਲੈਂਦਾ ਸੀ ਕਿ ਇਹ ਅਗਰ ਮੈਂ ਨਿਕਾਹ ਨਹੀਂ ਕਰਾਂਗਾ ਤੇ ਇਹ ਫਿਰ ਅੱਗੇ ਜਿਹੜਾ ਮਾਲ ਹੈ ਇਹ ਲੈ ਜਾਣਗੀਆਂ, ਉਹਨਾਂ ਦਾ ਮਾਲ ਫਿਰਦਾ, ਇਹ ਲੈ ਲੂ ਜਾਣਗੀਆਂ, ਤੇ ਇਹ ਮਾਲ ਨੂੰ ਰੋਕਣ ਵਾਸਤੇ ਨਾ। ਤੇ ਅੱਲਾਹ ਤਾਲਾ ਕਹਿੰਦਾ ਕਿ ਜੇ ਇਸ ਔਰਤ ਨਾਲ ਤੁਹਾਡੇ ਬਾਪ ਨੇ ਨਿਕਾਹ ਕਰ ਲਿਆ, ਤੁਸੀਂ ਹੁਣ ਉਹਦੇ ਨਾਲ ਨਿਕਾਹ ਨਾ ਕਰੋ, ਇੱਲਾ ਮਾ ਕਦ ਸਲਫ, ਸਿਵਾਏ ਇਸਦੇ ਜਿਹੜਾ ਪਹਿਲਾਂ ਹੋ ਗਿਆ, ਗਾਂ ਇਹ ਕੰਮ ਨਹੀਂ ਕਰਨਾ, ਇੰਨਹੁ ਕਾਨ ਫਾਹਿਸ਼ਾ, ਇਹ ਬੇਹਯਾਈ ਦਾ ਕੰਮ ਹੈ। व मकता, और बहुत नाराज ਹੁੰਦਾ अल्लाह इस ਗੱਲ ਨਾਲ, वसा सबीला, और बहुत ही बुरा तरीका। हुर्रिमत अलैकुम उम्महातुकुम, हराम कर ਦਿੱਤੀਆਂ ਗਈਆਂ ਤੁਹਾਡੇ ਵਾਸਤੇ ਤੁਹਾਡੀਆਂ ਮਾਵਾਂ, ਯਾਨੀ ਤੁਸੀਂ ਆਪਣੀਆਂ ਮਾਵਾਂ ਨਾਲ ਵੀ ਨਿਕਾਹ ਨਹੀਂ ਕਰ ਸਕਦੇ।
ਇਹ ਹੁਣ ਦੱਸਿਆ ਜਾ ਰਿਹਾ ਕਿਹਨਾਂ ਔਰਤਾਂ ਨਾਲ ਤੁਸੀਂ ਨਿਕਾਹ ਨਹੀਂ ਕਰ ਸਕਦੇ, ਕਿਹੜੀਆਂ ਔਰਤਾਂ, ਕਿਹੜੇ ਰਿਸ਼ਤੇ ਹਰਾਮ ਆ। ਹੁਰਮਤ ਅਲੈਕੁਮ ਉਮਹਾਤੁਕੁਮ, ਹਰਾਮ ਕਰ ਦਿੱਤੀਆਂ ਗਈਆਂ ਤੁਹਾਡੇ ਉੱਤੇ ਤੁਹਾਡੀਆਂ ਮਾਵਾਂ, ਵਾ ਬਨਾਤੁਕੁਮ, ਔਰ ਤੁਹਾਡੀਆਂ ਬੇਟੀਆਂ ਵੀ, ਉਹ ਵੀ ਹਰਾਮ ਆ, ਉਹਨਾਂ ਬੇਟੀ ਨਾਲ ਵੀ ਨਿਕਾਹ ਨਹੀਂ ਕਰ ਸਕਦਾ। ਵਾ ਅਖਵਾਤੁਕੁਮ, ਔਰ ਤੁਹਾਡੀਆਂ ਭੈਣਾਂ ਵੀ ਨਿਕਾਹ ਨਹੀਂ ਕਰ ਸਕਦਾ। ਵਾ ਆਮਾਤੁਕੁਮ, ਔਰ ਫੁੱਫੀ ਨਾਲ ਵੀ ਨਿਕਾਹ ਨਹੀਂ ਕਰ ਸਕਦਾ, ਫੁੱਫੀਆਂ। ਵਾ ਖਾਲਾਤੁਕੁਮ, ਔਰ ਤੁਹਾਡੀਆਂ ਖਾਲਾਂ ਨਾਲ ਵੀ ਨਿਕਾਹ ਨਹੀਂ ਕਰ ਸਕਦਾ। ਵਾ ਬਨਾਤੁਲ ਅਖੀ, ਔਰ ਜਿਹੜਾ ਨਾ ਉਹ ਭਰਾ ਦੀਆਂ ਬੇਟੀਆਂ, ਜਿਹਨਾਂ ਨੂੰ ਭਤੀਜੀਆਂ ਕਹਿੰਦੇ ਆ, ਉਹਨਾਂ ਵੀ ਨਿਕਾਹ ਨਹੀਂ ਕਰ ਸਕਦਾ। ਵਾ ਬਨਾਤੁਲ ਉਖਤੀ, ਔਰ ਭੈਣ ਦੀਆਂ ਬੇਟੀਆਂ, ਬੇਟੀ ਜਿਹਨੂੰ ਭਾਣਜੀ ਕਹਿੰਦੇ ਆ, ਉਹਨਾਂ ਵੀ ਨਿਕਾਹ ਨਹੀਂ ਕਰ ਸਕਦਾ, ਉਹ ਵੀ ਹਰਾਮ ਹੈ। ਵਾ ਉਮਹਾਤੁਕੁਮ ਉੱਲਤੀ ਅਰਦਾਨਾਕੁਮ, ਔਰ ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਨੇ ਦੁੱਧ ਪਿਲਾਇਆ, ਜਿੱਦਾਂ ਦਾਈ ਹਲੀਮਾ ਨੇ ਪਿਲਾਇਆ ਸੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ, ਤੁਹਾਡੀਆਂ ਉਹ ਵੀ ਮਾਵਾਂ ਹੀ ਆ, ਉਹਨਾਂ ਨਾਲ ਵੀ ਨਿਕਾਹ ਨਹੀਂ ਕਰ ਸਕਦੇ। ਵਾ ਅਖਵਾਤੁਕੁਮ ਮਿਨਰ ਰਜ਼ਾ, ਔਰ ਤੁਹਾਡੀਆਂ ਉਹ ਭੈਣਾਂ ਜਿਨ੍ਹਾਂ ਨੇ ਤੁਹਾਡੇ ਨਾਲ ਮਿਲ ਕੇ ਦੁੱਧ ਪੀਤਾ, ਮਿਲ ਕੇ ਦੁੱਧ ਪੀਤਾ, ਯਾਨੀ ਇੱਕੋ ਹੀ ਔਰਤ ਦਾ ਦੁੱਧ ਕੋਈ ਦੂਸਰੀ, ਜਿੱਦਾਂ ਦਾਈ ਹਲੀਮਾ ਸੀ, ਉਹਦਾ ਦੁੱਧ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਪੀਤਾ, ਹੋਰ ਜਿੰਨਿਆਂ ਵੀ ਬੱਚਿਆਂ ਨੇ ਪੀਤਾ, ਉਹਨਾਂ ਨੂੰ ਕਹਿੰਦੇ ਆ ਕਿ ਉਹ ਦੁੱਧ ਸ਼ਰੀਕ ਭੈਣ ਭਰਾ ਬਣ ਗਏ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ। ਇੱਦਾਂ ਕੋਈ ਔਰਤ ਦੋ ਬੱਚਿਆਂ ਨੂੰ ਦੁੱਧ ਪਿਲਾਵੇ ਤੇ ਉਹ ਫਿਰ ਇਸ ਤਰ੍ਹਾਂ ਹੋ ਜਾਏਗਾ, ਉੱਥੇ ਵੀ ਨਿਕਾਹ ਨਹੀਂ ਹੁੰਦਾ। ਵਾ ਉਮਹਾਤੁ ਨਿਸਾਇਕੁਮ, ਔਰ ਤੁਹਾਡੀਆਂ ਬੀਵੀਆਂ ਦੀਆਂ ਮਾਵਾਂ, ਯਾਨੀ ਤੁਹਾਡੀਆਂ ਬੀਵੀ ਦੀਆਂ ਮਾਵਾਂ ਕਿ ਤੁਹਾਡੀਆਂ ਕੀ ਲੱਗੀਆਂ, ਸੱਸ ਨਾਲ ਵੀ ਨਿਕਾਹ ਨਹੀਂ ਹੋ ਸਕਦਾ। ਵਾ ਰਬਾਇਬੁਕੁਮ ਉੱਲਤੀ ਫੀ ਹੁਜੂਰਿਕੁਮ ਮਿਨ ਨਿਸਾਇਕੁਮ, ਔਰ ਤੁਹਾਡੀਆਂ ਰਬੀਬਾਵਾਂ ਜਿਨ੍ਹਾਂ ਨੇ ਤੁਹਾਡੇ ਘਰ ਵਿੱਚ ਪਰਵਰਿਸ਼ ਪਾਈ ਆ, ਔਰ ਉਹ ਤੁਹਾਡੀਆਂ ਬੀਵੀਆਂ ਦੇ ਵਿੱਚੋਂ ਆ। ਮਸਲਨ ਇੱਕ ਆਦਮੀ ਨਿਕਾਹ ਕਰਦਾ, ਔਰ ਜਿਹੜੀ ਔਰਤ ਨਾਲ ਨਿਕਾਹ ਕਰਦਾ ਉਹ ਪਹਿਲੇ ਤੋਂ ਸ਼ਾਦੀशुदा ਸੀਗੀ, ਹੁਣ ਜਾਂ ਬੇਵਾ ਹੋ ਗਈ ਆ ਜਾਂ ਤਲਾਕ ਹੋ ਗਿਆ, ਕੁਛ ਹੋਇਆ ਨਾ, ਜਾਂ ਤਲਾਕ ਹੋ ਗਈ ਹੈ ਤੇ ਜਾਂ ਬੇਵਾ ਹੋ ਗਈ ਹੈ। ਹੁਣ ਉਹਦੀ ਕੋਈ ਛੋਟੀ ਜਿਹੀ ਬੱਚੀ ਹੈ, ਹੁਣ ਉਹ ਬੱਚੀ ਵੀ ਨਾਲ ਆਈ ਹੈ, ਹੁਣ ਉਹਨੂੰ ਕਹਿੰਦੇ ਆ ਰਬੀਬਾ। ਉਹ ਉਸ ਆਦਮੀ ਦੀ ਜਿਹਨਾਂ ਹੁਣ ਉਹਨੇ ਨਿਕਾਹ ਕੀਤਾ, ਉਸ ਔਰਤ ਨੇ, ਉਹਦੀ ਸਕੀ ਬੇਟੀ ਨਹੀਂ, ਲੇਕਿਨ ਉਹਦੀ ਰਬੀਬਾ, ਔਰ ਉਹ ਰਬੀਬਾ ਜਿਹੜੀ ਹੈ ਉਹਦੇ ਨਾਲ ਵੀ ਨਿਕਾਹ ਉਸ ਬੰਦੇ ਦਾ ਨਹੀਂ ਹੋ ਸਕਦਾ, ਠੀਕ ਹੈ ਨਾ। ਜਿਹਦੀ ਉਹ ਰਬੀਬਾ, ਜਿਹਦੇ ਘਰ ਵਿੱਚ ਪਲ ਰਹੀ ਹੈ, ਬੇਟੀ ਨਹੀਂ ਉਹਦੀ, ਲੇਕਿਨ ਉਹਦੀ ਬੀਵੀ ਦੀ ਬੇਟੀ ਹੈ, ਤੇ ਉਹਦੀ ਪਰਵਰਿਸ਼ ਜਿਹੜੀ ਉਹ ਕਰ ਰਿਹਾ, ਹੁਣ ਉਹ ਵੱਡੀ ਹੋ ਜਾਵੇ, ਉਹਦੇ ਨਾਲ ਵੀ ਉਹਦਾ ਨਿਕਾਹ ਨਹੀਂ ਹੋ ਸਕਦਾ, ਉਹਨੂੰ ਕਹਿੰਦੇ ਰਬੀਬਾ। ਵਾ ਰਬਾਇਬੁਕੁਮ ਉੱਲਤੀ ਫੀ ਹੁਜੂਰਿਕੁਮ ਮਿਨ ਨਿਸਾਇਕੁਮ, ਔਰ ਤੁਹਾਡੀਆਂ ਉਹ ਰਬੀਬਾਵਾਂ, ਔਰ ਜਿਹੜੀਆਂ ਮਤਲਬ ਇਹ ਆ ਕਿ ਇੱਦਾਂ ਬੇਟੀਆਂ ਤੁਹਾਡੇ ਘਰਾਂ 'ਚ ਪਲਦੀਆਂ, ਔਰ ਤੁਹਾਡੀਆਂ ਔਰਤਾਂ ਦੀਆਂ ਉਹ ਧੀਆਂ ਹੁੰਦੀਆਂ। ਅੱਲਾਤੀ ਦਖਲਤੁਮ ਬਿਹਿੰਨਾ, ਹੁਣ ਇੱਥੇ ਇੱਕ ਸ਼ਰਤ ਦੱਸੀ ਹੈ, ਅੱਲਾਤੀ ਦਖਲਤੁਮ ਬਿਹਿੰਨਾ, ਉਹ ਤੁਹਾਡੀਆਂ ਬੀਵੀਆਂ ਜਿਨ੍ਹਾਂ ਦੇ ਨਾਲ ਤੁਸੀਂ ਹਮਬਿਸਤਰੀ ਕਰ ਲਈ ਹੈ। ਅਗਰ ਤੁਸੀਂ ਹਮਬਿਸਤਰੀ ਨਹੀਂ ਕੀਤੀ, ਸਿਰਫ ਨਿਕਾਹ ਕੀਤਾ ਸੀ, ਹਮਬਿਸਤਰੀ ਨਹੀਂ ਹੋਈ, ਤੇ ਫਿਰ ਉਹ ਰਬੀਬਾ ਜਿਹੜੀ ਹੈ ਨਾ, ਉਹਦੇ ਨਾਲ ਤੁਹਾਡਾ ਨਿਕਾਹ ਹੋ ਸਕਦਾ। ਮਸਲਨ ਤੁਸੀਂ ਏਦਾਂ ਸਮਝੋ ਕਿ ਇੱਕ ਔਰਤ ਨਾਲ ਇੱਕ ਆਦਮੀ ਜਿਹੜਾ ਨਾ ਨਿਕਾਹ ਕਰਦਾ ਹੈ, ਨਿਕਾਹ ਕਰਕੇ ਉਹਨੂੰ ਜਿਹੜਾ ਨਾ ਉਹ ਆਪਣੇ ਘਰ ਲੈ ਆਉਂਦਾ ਹੈ। ਅੱਛਾ, ਉਹ ਉਹਦੇ ਘਰ ਆ ਜਾਂਦੀ ਹੈ, ਕਿਸੇ ਵਜ੍ਹਾ ਤੋਂ ਉਹ ਔਰਤ ਜਿਹੜੀ ਆ ਤਲਕਾਤ ਕਾਇਮ ਕਰਨ ਦੇ ਕਾਬਲ ਨਹੀਂ ਹੈਗੀ। ਇਹ ਵੀ ਤੇ ਔਰਤਾਂ ਨੂੰ ਕੋਈ ਬਿਮਾਰੀ ਲੱਗ ਗਈ, ਕੋਈ ਮਸਲਾ ਬਣ ਗਿਆ। ਅੱਛਾ, ਉਹਨੂੰ ਹੀ ਨਹੀਂ ਮਸਲਾ ਬਣਿਆ, ਬੰਦੇ ਨੂੰ ਬਣ ਗਿਆ, ਯਾਨੀ ਬੰਦਾ ਹੀ ਔਰਤ ਦੇ ਕਰੀਬ ਜਾਣ ਦੇ ਕਿਸੇ ਵਜ੍ਹਾ ਤੋਂ ਕੋਈ ਐਸੀ ਬਿਮਾਰੀ ਲੱਗ ਗਈ ਜਿਹਦੀ ਵਜ੍ਹਾ ਤੋਂ ਹੁਣ ਉਹ ਔਰਤ ਦੇ ਕਰੀਬ ਨਹੀਂ ਜਾ ਸਕਦਾ, ਤਲਕ ਕਾਇਮ ਨਹੀਂ ਹੋਇਆ। ਬੇਟੀ ਆ ਗਈ, ਬੀਵੀ ਆ ਗਈ, ਲੇਕਿਨ ਬੀਵੀ ਦੇ ਨਾਲ ਉਹ ਹਮਬਿਸਤਰੀ ਨਹੀਂ ਹੋਈ, ਔਰ ਇਸ ਤੋਂ ਬਾਅਦ ਕੋਈ ਵਜ੍ਹਾ ਬਣੀ, ਔਰਤ ਮਰ ਗਈ, ਸਮਝ ਲਓ ਨਾ, ਜਾਂ ਕਿਸੇ ਵਜ੍ਹਾ ਤੋਂ ਔਰਤ ਨੂੰ ਉਹਨੇ ਤਲਾਕ ਦੇ ਦਿੱਤੀ, ਹਮਬਿਸਤਰੀ ਤੋਂ ਬਗੈਰ ਹੀ ਹੈ। ਹੁਣ ਉਹ ਲੜਕੀ ਅਗਰ ਜਵਾਨ ਹੋ ਜਾਏਗੀ, ਨਿਕਾਹ
ਉਹਦੇ ਨਾਲ ਜਿਹੜਾ ਨਾ ਉਹ ਬਹਰਹਾਲ ਉਹ ਜਵਾਨ ਹੋ ਜਾਏਗੀ ਜਾਂ ਪਹਿਲਾਂ ਹੋ ਜਾਏਗੀ, ਕਿਉਂਕਿ ਨਿਕਾਹ ਤੇ ਛੋਟੀ ਉਮਰ 'ਚ ਵੀ ਹੋ ਜਾਂਦਾ, ਤੇ ਉਹਦੇ ਨਾਲ ਉਹਦਾ ਹੁਣ ਨਿਕਾਹ ਹੋ ਸਕਦਾ, ਕਿਉਂਕਿ ਉਹਨੇ ਉਹਦੇ ਨਾਲ ਤਲਕ ਨਹੀਂ ਕਾਇਮ ਕੀਤਾ। ਇਹ ਗੱਲ ਹੈ, ਉਸ ਰਬੀਬਾ ਨਾਲ ਨਿਕਾਹ ਹੁੰਦਾ। ਜਿਹੜੀ ਔਰਤ ਨਾਲ ਤਲਕ ਹੋ ਜਾਏ ਉਹ ਫਿਰ ਉਹ ਰਬੀਬਾ ਜਿਹੜੀ ਹੈ ਨਾ ਉਹਦੇ ਨਾਲ ਨਹੀਂ ਹੁੰਦਾ। ਫਾਇਲਮ ਤਕੂਨ ਦਖਲ ਤੁਮ ਬਿਹਨਾ, ਫਿਰ ਅਗਰ ਤੁਸੀਂ ਉਹਨਾਂ ਦੇ ਨਾਲ ਹਮ ਬਿਸਤਰੀ ਨਹੀਂ ਕੀਤੀ, ਫਲਾ ਜੁਨਾਹ ਅਲੈਕੁਮ, ਫਿਰ ਕੋਈ ਗੁਨਾਹ ਨਹੀਂ। ਹਮ ਬਿਸਤਰੀ ਨਹੀਂ ਕੀਤੀ, ਬਸ ਨਿਕਾਹ ਕੀਤਾ ਸੀਗਾ ਤੇ ਤਲਕ ਨਹੀਂ ਕਾਇਮ ਹੋਇਆ, ਕੋਈ ਵੀ ਵਜ੍ਹਾ ਬਣ ਸਕਦੀ ਹੈ, ਤੇ ਫਿਰ ਉਹਦੀ ਬੇਟੀ ਨਾਲ ਵੀ, ਉਹ ਰਬੀਬਾ ਨਾਲ ਵੀ ਹੋ ਸਕਦਾ। ਵਾ ਹਲਾਇਲ ਅਬਨਾਇਕੁਮ, ਔਰ ਹਲਾਲ ਕਰ ਦਿੱਤੀਆਂ, ਸੌਰੀ, ਵਾ ਹਲਾਇਲ ਅਬਨਾਇਕੁਮ, ਔਰ ਤੁਹਾਡੇ ਬੇਟਿਆਂ ਦੀਆਂ ਬੀਵੀਆਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਬਹੂ, ਉਹ ਵੀ ਤੁਹਾਡੇ ਤੇ ਹਰਾਮ ਹੈ। ਬਹੂ ਵੀ ਸਹੁਰੇ ਵਾਸਤੇ ਹਰਾਮ ਹੈ, ਉਹ ਨਹੀਂ ਨਿਕਾਹ ਕਰ ਸਕਦਾ। ਅੱਲਾਜ਼ੀਨ ਮਿਨ ਅਸਲਾਬਿਕੁਮ, ਤੁਹਾਡੇ ਉਹਨਾਂ ਬੇਟਿਆਂ ਦੀਆਂ ਜਿਹੜੇ ਤੁਹਾਡੇ ਆਪਣੇ ਜੰਮੇ ਹੋਏ ਆ। ਅਸਲਾਬਿਕੁਮ, ਇੱਕ ਹੁੰਦੇ ਆ, ਮਤਲਬ ਇਹ ਆ ਵੀ ਐਵੇਂ ਬੇਟੇ ਹੁੰਦੇ ਆ ਨਾ, ਮੂੰਹ ਬੋਲੇ ਬੇਟੇ ਕਹਿ ਲਓ, ਜਾਂ ਤੁਸੀਂ ਇਹ ਕਹਿ ਲਓ ਕਿ ਇੱਕ ਆਦਮੀ ਇੱਕ ਔਰਤ ਨਾਲ ਨਿਕਾਹ ਕਰਦਾ, ਹੁਣ ਔਰਤ ਦੇ ਨਾਲ ਨਿਕਾਹ ਕੀਤਾ, ਉਹ ਔਰਤ ਦੇ ਪਿੱਛੇ ਕੋਈ ਬੇਟੇ ਹੈਗੇ ਆ ਨਾ, ਉਹਨੇ ਮਤਲਬ ਇਹ ਕਿ ਦੂਸਰਾ ਨਿਕਾਹ ਕੀਤਾ ਨਾ। ਬਾਜ਼ ਔਕਾਤ ਏਦਾਂ ਹੁੰਦਾ ਨਾ, ਸ਼ੌਹਰ ਨੇ ਤਲਾਕ ਦੇ ਦਿੱਤੀ, ਜਾਂ ਸ਼ੌਹਰ ਜਿਹੜਾ ਨਾ ਮਰ ਗਿਆ, ਉਹਦਾ ਕੋਈ ਹੋਰ ਬੇਟੇ ਵੀ ਹੈਗੇ ਸੀ, ਉਹ ਬੇਟੇ ਜਿਹੜੇ ਨਾ ਉਹ ਸੁਲਭ ਚੋਂ ਨਹੀਂ ਹੈਗੇ, ਉਹਨਾਂ ਦੀਆਂ ਬੀਵੀਆਂ ਦੀ ਗੱਲ ਨਹੀਂ ਹੋ ਰਹੀ, ਉਹਨਾਂ ਨਾਲ ਨਿਕਾਹ ਹੋ ਸਕਦਾ। ਅੱਲਾਜ਼ੀਨਾ ਮਿਨ ਅਸਲਾਬਿਕੁਮ, ਤੁਹਾਡੇ ਉਹ ਬੇਟੇ ਜਿਹੜੇ ਤੁਹਾਡੇ ਵਿੱਚੋਂ ਹੀ ਹੈ, ਉਹਨਾਂ ਦੀਆਂ ਬੀਵੀਆਂ ਤੁਹਾਡੇ ਵਾਸਤੇ ਹਰਾਮ ਹੈ। ਵਾ ਅਨ ਤਜਮਾਉ ਬੈਨ ਅਲ ਉਖਤੈਨ, ਔਰ ਇਹ ਗੱਲ ਵੀ ਹਰਾਮ ਹੈ ਕਿ ਤੁਸੀਂ ਦੋ ਭੈਣਾਂ ਨੂੰ ਇਕੱਠਾ ਕਰ ਲਓ, ਯਾਨੀ ਇੱਕ ਨਿਕਾਹ 'ਚ ਦੋ ਭੈਣਾਂ ਇੱਕੋ ਵਕਤ ਦੇ ਵਿੱਚ, ਇੱਕ ਮਰ ਜਾਏ ਜਾਂ ਇੱਕ ਨੂੰ ਤਲਾਕ ਦੇ ਦੇਵੇ ਤੇ ਫੇਰ ਹੋ ਸਕਦਾ। ਇੱਲਾ ਮਾ ਕਦ ਸਲਫ, ਸਵਾਏ ਦੇ ਕਿ ਜੋ ਕੁਛ ਪਹਿਲੇ ਹੋ ਗਿਆ। ਇਨ ਅੱਲਾਹ ਕਾਨਾ ਗਫੂਰ ਰਹੀਮਾ, ਤੇ ਅੱਲਾ ਮਾਫ ਕਰ ਦਿੰਦਾ। ਹੁਣ ਜਦੋਂ ਅੱਲਾਹ ਤਾਲਾ ਦਾ ਹੁਕਮ ਹੀ ਨਹੀਂ ਆਇਆ ਸੀ ਤੇ ਉਦੋਂ ਜੋ ਕਰਦੇ ਰਹੇ ਹੋ, ਉਹ ਅੱਲਾ ਮਾਫ ਕਰ ਦਿੰਦਾ, ਗਫੂਰ ਹੈ, ਰਹਿਮ ਕਰਨ ਵਾਲਾ। ਹੁਣ ਇਹ ਜਿਹੜੀ ਗੱਲ ਹੈ ਨਾ ਜੀ, ਇੱਥੇ ਜਰਾ ਇੱਕ ਗੱਲ ਨੋਟ ਕਰ ਲਓ, ਬੜੀ ਅਹਿਮ ਗੱਲ ਹੈ। ਇਹ ਨਾ ਜਿਹੜੇ ਮੁਨਕਰੀਨ ਸੁਨਨਤ ਹੈ, ਉਹ ਮਤਲਬ ਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਜੇ ਕੁਰਾਨ ਦੇ ਵਿੱਚ ਕੁਰਾਨ ਕਾਫੀ ਹੈ, ਕੁਰਾਨ ਨੇ ਸਾਰਾ ਹਲਾਲ ਹਰਾਮ ਦੱਸ ਦਿੱਤਾ ਹੈ, ਮਤਲਬ ਅਸਲ 'ਚ ਸੁਨਨਤ ਦੇ ਉਹ ਇਨਕਾਰੀ ਹੁੰਦੇ ਆ। ਤੇ ਇਹ ਗੱਲ ਸਮਝ ਲਓ ਕਿ ਕੁਰਾਨ ਔਰ ਸੁਨਨਤ ਜਿਹੜਾ ਨਾ, ਇਹ ਦੋਵੇਂ ਇਕੱਠੇ ਆ। ਅਗਰ ਅਸੀਂ ਸਿਰਫ ਕੁਰਾਨ ਨੂੰ ਸਮਝੀਏ, ਕਹੀਏ ਕਾਫੀ ਹੈ, ਤਾਂ ਅਸੀਂ ਗੁੰਮਰਾਹ ਹੋ ਜਾਵਾਂਗੇ। ਔਰ ਇਹ ਦੋਨੋਂ ਇਕੱਠੇ ਆ, ਬਲਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਜਿਹੜੀ ਆ ਉਹ ਕੁਰਾਨ ਦੀ ਹੀ ਤਸ਼ਰੀਹ ਹੈ। ਹੁਣ ਦੇਖੋ, ਇੱਥੇ ਇੱਕ ਖਾਸ ਚੀਜ਼ ਜਿਹਦੀ ਤਰਫ ਮੈਂ ਤੁਹਾਡੀ ਤਵੱਜੋ ਕਰਾਉਣਾ ਚਾਹੁੰਦਾ, ਉਹ ਇਹ ਹੈ ਕਿ ਅੱਲਾਹ ਤਾਲਾ ਨੇ ਹਲਾਲ ਰਿਸ਼ਤੇ ਦੱਸਿਆ ਨਾ, ਕਿ ਇਹ ਰਿਸ਼ਤੇ ਜਿਹੜੇ ਆ, ਇੱਥੇ ਤੁਸੀਂ ਸ਼ਾਦੀ ਨਹੀਂ ਕਰ ਸਕਦੇ। ਹੁਣ ਤੁਹਾਡੀ ਬੀਵੀ ਦੀ ਫੁੱਫੀ ਜਿਹੜੀ ਹੈ ਔਰ ਤੁਹਾਡੀ ਬੀਵੀ ਦੀ ਜਿਹੜੀ ਖਾਲਾ ਹੈ, ਉਹਦਾ ਇੱਥੇ ਜ਼ਿਕਰ ਨਹੀਂ ਆਇਆ। ਯਾਨੀ ਇੱਕ ਆਦਮੀ ਆਪਣੀ ਬੀਵੀ ਦੀ ਫੁੱਫੀ ਦੇ ਨਾਲ ਵਿਆਹ ਕਰ ਸਕਦਾ, ਬੀਵੀ ਦੇ ਹੁੰਦਿਆਂ, ਬੀਵੀ ਹੈਗੀ ਆ, ਜਿੱਦਾਂ ਕਿ ਦੋ ਭੈਣਾਂ ਇਕੱਠੀਆਂ ਨਹੀਂ ਕਰਨੀਆਂ, ਤੇ ਬੀਵੀ ਦੀ ਫੁੱਫੀ ਨੂੰ ਵਿਆਹ ਕੇ ਲੈ ਆਵੇ, ਤੇ ਬੀਵੀ ਦੀ ਖਾਲਾ ਨੂੰ ਵਿਆਹ ਕੇ ਲੈ ਆਵੇ। ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਨੂੰ ਵੀ ਹਰਾਮ ਕਰ ਦਿੱਤਾ, ਕੁਰਾਨ 'ਚ ਨਹੀਂ ਹੈਗਾ। ਸਮਝ ਆਈ ਨਾ ਬਾਤ? ਇਸੇ ਤਰੀਕੇ ਨਾਲ ਬੀਵੀ ਦੀ ਭਤੀਜੀ ਦਾ ਵੀ ਇੱਥੇ ਜ਼ਿਕਰ ਨਹੀਂ ਆਇਆ, ਔਰ ਬੀਵੀ ਦੀ ਭਾਣਜੀ ਦਾ ਵੀ ਜ਼ਿਕਰ ਨਹੀਂ ਆਇਆ। ਯਾਨੀ ਇਹ ਚਾਰ ਰਿਸ਼ਤੇ, ਬੀਵੀ ਮੌਜੂਦ ਆ ਤੇ ਬੀਵੀ ਦੀ ਫੁੱਫੀ ਨੂੰ ਵੀ ਵਿਆਹ ਕੇ ਨਹੀਂ ਵਿਆਹ ਸਕਦਾ, ਔਰ ਬੀਵੀ ਦੀ ਖਾਲਾ ਨੂੰ ਵੀ ਨਹੀਂ ਵਿਆਹ ਸਕਦਾ,
ਔਰ ਬੀਵੀ ਮੌਜੂਦ ਹੈ ਤੇ ਬੀਵੀ ਦੀ ਭਤੀਜੀ ਨੂੰ ਵੀ ਨਹੀਂ ਵਿਆਹ ਸਕਦਾ, ਉਹਦੇ ਨਾਲ ਵੀ ਨਿਕਾਹ ਨਹੀਂ ਕਰ ਸਕਦਾ, ਬੀਵੀ ਦੀ ਭਾਣਜੀ ਨਾਲ ਵੀ ਨਿਕਾਹ ਨਹੀਂ ਕਰ ਸਕਦਾ। ਇਹ ਹੁਕਮ ਕਿਹਦਾ? ਇਹ ਕੁਰਾਨ ਦੇ ਵਿੱਚ ਤੇ ਇਹ ਹੁਕਮ ਨਹੀਂ ਹੈਗਾ। ਇਹ ਹੁਕਮ ਹੈ ਮੁਹੰਮਦੁਰ ਰਸੂਲੁल्लाह सल्लल्लाहु अलैहि वसल्लम ਦਾ। ਤੇ ਇਹ ਸਮਝ ਲਓ ਕੁਰਾਨ ਔਰ ਸੁਨਤ ਜਿਹੜਾ ਨਾ ਇਹ ਜਿਹੜਾ ਇਹ ਇਹਨਾਂ 'ਚ ਕੋਈ ਜੁਦਾਈ ਨਹੀਂ ਹੈਗੀ। ਤੇ ਇਸੇ ਤਰ੍ਹਾਂ ਸੂਰਾ ਤੌਬਾ ਦੀ ਆਇਤ ਨੰਬਰ 29 ਜਿਹੜੀ ਹੈ ਨਾ, ਉਹਦੇ ਵਿੱਚ ਵੀ ਅਗਰ ਤੁਸੀਂ ਪੜੋਗੇ ਨਾ ਸੂਰਾ ਤੌਬਾ ਦੀ ਆਇਤ ਨੰਬਰ 29 'ਚ, ਉਹਦੇ 'ਚ ਵੀ ਇਹ ਮੁਨਕਰੀਨ ਸੁਨਤ ਜਿਹੜੇ ਆ ਨਾ, ਇਹਨਾਂ ਦਾ ਤੋੜ ਅੱਲਾ ਨੇ ਦੱਸਿਆ ਕਿ ਮੁਹੰਮਦ ਰਸੂਲੁल्लाह सल्लल्लाहु अलैहि वसल्लम ਵੀ ਕਿਸੇ ਚੀਜ਼ ਨੂੰ ਹਰਾਮ ਕਰਾਰ ਦੇ ਸਕਦੇ ਆ। ਔਰ ਜਿਹਨੂੰ ਮੁਹੰਮਦ ਰਸੂਲੁल्लाह सल्लल्लाहु अलैहि वसल्लम ਹਰਾਮ ਕਰਾਰ ਦੇਣਗੇ, ਉਹ ਇਦਾਂ ਹੀ ਆ ਜਿਵੇਂ ਅੱਲਾ ਨੇ ਹਰਾਮ ਕਰਾਰ ਦੇ ਦਿੱਤੀ ਹੈ। ਤੇ ਇੱਥੇ ਜਿਹੜੇ ਦੱਸੇ ਨਾ ਕਿ ਇਹਦੇ ਨਾਲ ਨਿਕਾਹ ਨਹੀਂ ਹੁੰਦਾ, ਇਹਦੇ ਵਿੱਚ ਇਹ ਰਿਸ਼ਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਸ਼ਾਮਲ ਕੀਤੇ ਆ। ਅੱਛਾ ਜੀ, ਅੱਗੇ ਆ ਜਾਓ। ਵਲ ਮੁਹਸਨਾਤ ਮਿਨਨ ਨਿਸਾ। ਹੁਣ ਇੱਥੇ ਪਹਿਲੇ ਇੱਕ ਗੱਲ ਸਮਝ ਲਓ, ਇਹ ਥੋੜੀ ਜਿਹੀ ਤਾਂ ਆਪਾਂ ਪੜ੍ਹਨੀਆਂ ਵਾ। ਮੁਹਸਨਾ ਕਿਹਨੂੰ ਕਹਿੰਦੇ ਆ? ਹਿਸਨ ਕਹਿੰਦੇ ਆ ਕਿਲੇ ਨੂੰ। ਕਿਲਾ ਉਹਨੂੰ ਕਹਿੰਦੇ ਆ ਜਿਹਦੇ ਗਿਰਦ ਇੱਕ ਵੱਡੀ ਵੱਡੀ ਦੀਵਾਰ ਹੁੰਦੀ ਆ ਔਰ ਉਹਦੇ ਵਿੱਚ ਉਹ ਵਿੱਚ ਵਾਲੇ ਜਿਹੜੇ ਨਾ ਮਹਿਫੂਜ਼ ਹੁੰਦੇ ਆ। ਔਰਤ ਜਿਹੜੀ ਆ ਨਾ, ਇਹਦੇ ਦੋ ਕਿਲੇ ਆ। ਇੱਕ ਕਿਲਾ ਹੈਗਾ ਉਹਦਾ ਖਾਨਦਾਨ। ਜਦੋਂ ਉਹਦੀ ਸ਼ਾਦੀ ਨਹੀਂ ਹੋਈ ਹੁੰਦੀ ਨਾ, ਤੇ ਔਰਤ ਨੂੰ ਕੌਣ ਪ੍ਰੋਟੈਕਸ਼ਨ ਦਿੰਦਾ, ਕੌਣ ਉਹਦੀ ਇੱਜ਼ਤ ਦਾ ਉਹਦਾ ਮੁਹਾਫਿਜ਼ ਕੌਣ ਬਣਦਾ? ਉਹਦਾ ਖਾਨਦਾਨ, ਉਹਦਾ ਬਾਪ, ਉਹਦੇ ਭਰਾ। ਠੀਕ ਹੈ ਨਾ। ਔਰਤ ਇੱਕ ਕਿਲੇ 'ਚ ਹੁੰਦੀ ਹੈ ਜਿਸ ਵੇਲੇ ਉਹ ਆਪਣੇ ਭਰਾ ਬਾਪ ਦੇ ਘਰ ਹੁੰਦੀ ਹੈ। ਠੀਕ ਹੈ ਨਾ। ਉਹ ਇੱਕ ਕਿਲੇ ਦਾ ਕੰਮ ਕਰਦੇ ਆ। ਅੱਛਾ, ਫਿਰ ਉਹਦੀ ਸ਼ਾਦੀ ਹੋ ਜਾਂਦੀ ਆ ਤੇ ਫਿਰ ਉਹਨੂੰ ਨਵਾਂ ਕਿਲਾ ਮਿਲ ਜਾਂਦਾ। ਉਹ ਨਵਾਂ ਕਿਲਾ ਉਹਦਾ ਸ਼ੌਹਰ ਹੁੰਦਾ। ਫਿਰ ਉਹ ਸ਼ੌਹਰ ਉਹਦੇ ਨਾਂ ਨਫਕਾ ਜ਼ਰੂਰਤ, ਉਹਦੀ ਪਰੇਸ਼ਾਨੀਆਂ ਦਾ, ਉਹਦੇ ਮਾਮਲਾ ਦਾ ਹਿਸਾਬ ਕਿਤਾਬ ਕਰਦਾ। ਤੇ ਬਸ ਇਹ ਚੂੰਕਿ ਫਿਰ ਮੁਹਸਨਾ ਦਾ ਲਫ਼ਜ਼ ਆ ਰਿਹਾ ਨਾ, ਤੇ ਇਹ ਹਰ ਜਗ੍ਹਾ ਦੇ ਉੱਤੇ, ਕਿਸੇ ਜਗ੍ਹਾ ਤੇ ਉਹ ਖਾਨਦਾਨ ਦੇ ਹਵਾਲੇ ਨਾਲ ਇਸਤੇਮਾਲ ਹੋ ਰਿਹਾ, ਯਾਨੀ ਉਹ ਘਰਾਣਾ, ਬਾਪ, ਭਰਾ ਹੈ, ਉਹ ਉਸ ਮਾਨੀ 'ਚ ਇਸਤੇਮਾਲ ਹੋ ਰਿਹਾ। ਕਿਸੇ ਜਗ੍ਹਾ ਤੇ ਉਹ ਸ਼ੌਹਰ ਦੇ ਹਵਾਲੇ ਨਾਲ ਆ ਰਿਹਾ। ਹੁਣ ਇੱਥੇ ਕੀ ਆ ਰਿਹਾ? ਮੁਹਸਨਾਤ ਵਲ ਮੁਹਸਨਾਤ ਮਿਨਨ ਨਿਸਾ। ਔਰਤਾਂ ਦੇ ਵਿੱਚੋਂ ਜਿਹੜੀਆਂ ਮੁਹਸਨਾਤ ਹੈ, ਇੱਥੇ ਇਹਨਾਂ ਮੁਹਸਨਾਤ ਦਾ ਮਤਲਬ ਇਹ ਹੈ ਕਿ ਜਿਹੜੀਆਂ ਸ਼ੌਹਰ ਵਾਲੀਆਂ ਵਿਆਹੀਆਂ, ਜਿਹੜੀਆਂ ਸ਼ੌਹਰ ਦੀ ਵਜ੍ਹਾ ਤੋਂ ਮੁਹਸਨਾ ਬਣ ਗਈਆਂ, ਸ਼ੌਹਰ ਦੇ ਉਹ ਕਿਲੇ 'ਚ ਆ ਗਈਆਂ, ਸਮਝ ਲਓ। ਅਸਲ 'ਚ ਗੱਲ ਪਿੱਛੋਂ ਟੁਰੀ ਆਉਂਦੀ ਹੈ ਨਾ ਕਿ ਇਹ ਰਿਸ਼ਤੇ ਜਿਹੜੇ ਆ, ਇਹਨਾਂ ਨਾਲ ਨਿਕਾਹ ਨਹੀਂ ਹੋ ਸਕਦਾ। ਹੁਣ ਅਗਲਾ ਦੱਸਿਆ ਵਲ ਮੁਹਸਨਾਤ ਮਿਨਨ ਨਿਸਾ। ਔਰ ਔਰਤਾਂ 'ਚੋਂ ਜਿਹੜੀਆਂ ਮੁਹਸਨਾਤ ਆ, ਜਿਹੜੀਆਂ ਮੁਹਸਨਾ ਪਹਿਲੇ ਹੀ ਵਿਆਹੀਆਂ, ਜਿਨ੍ਹਾਂ ਦਾ ਪਹਿਲੇ ਹੀ ਨਿਕਾਹ ਹੋਇਆ, ਉਹ ਵੀ ਹਰਾਮ ਹੈ। ਇਹ ਪਿਛਲੇ ਉਸ ਸਪਾਰਾ ਬਦਲ ਗਿਆ, ਪਰ ਗੱਲ ਪਿੱਛੇ ਵਾਲੀ ਟੂਰੀ ਆ ਰਹੀ ਹੈ ਨਾ ਕਿ ਫਲਾਨਾ ਵੀ ਹਰਾਮ, ਫਲਾਨਾ ਵੀ ਹਰਾਮ। ਤੇ ਜਿਹੜਾ ਪਹਿਲੇ ਨਿਕਾਹ ਹੋਇਆ, ਜਿਹਨੂੰ ਅਸੀਂ ਕਹਿੰਦੇ ਨਿਕਾਹ ਤੇ ਨਿਕਾਹ ਨਹੀਂ ਹੁੰਦਾ, ਉਹ ਵੀ ਹਰਾਮ ਆ। ਇੱਲਾ ਮਾ ਮਲਕਤ ਅਇਮਾਨੁਕੁਮ, ਸਿਵਾਏ ਉਹਨਾਂ ਸ਼ੌਹਰ ਵਾਲੀਆਂ ਦੇ ਜਿਹੜੀਆਂ ਦੇ ਤੁਸੀਂ ਮਾਲਕ ਬਣ ਗਏ। ਮਾਲਕ ਕਿੱਦਾਂ ਬਣ ਗਏ? ਕਨੀਜ਼। ਇੱਕ ਔਰਤ ਹੈ, ਉਹ ਕਨੀਜ਼ ਬਣ ਗਈ ਹੈ। ਮਤਲਬ ਇਹ ਕਨੀਜ਼ਾਂ ਜੰਗ 'ਚ ਫੜ ਲੈਂਦੇ ਸੀ ਜਾਂ ਜਿੱਦਾਂ ਵੀ ਸੀ। ਠੀਕ ਹੈ ਨਾ। ਹੁਣ ਜੰਗ ਦੇ 'ਚ ਫੜ ਲਈ ਹੈ। ਅੱਜ ਕੱਲ੍ਹ ਫੌਜ ਦੇ 'ਚ ਔਰਤਾਂ ਵੀ ਹੁੰਦੀਆਂ, ਉਦੋਂ ਵੀ ਆ ਜਾਂਦੀਆਂ ਸੀ। ਤੇ ਉਹ ਹੁਣ ਔਰਤ ਜਿਹੜੀ ਆ ਉਹ ਫੜ ਲਈ ਹੈ। ਔਰਤ ਪਿੱਛੇ ਵਿਆਹੀ ਹੋਈ ਹੈ। ਠੀਕ ਹੈ ਨਾ। ਲੇਕਿਨ ਹੁਣ ਉਹ ਵਿਆਹੀ ਹੋਣ ਦੇ ਬਾਵਜੂਦ ਜਿਸ ਬੰਦੇ ਨੂੰ ਮਿਲਦੀ ਹੈ ਨਾ, ਉਹਦੇ ਨਾਲ ਜਿਹੜਾ ਨਾ ਉਹ ਬੀਵੀ ਵਾਲਾ ਤਲਕ ਰੱਖ ਸਕਦਾ ਹੈ। ਠੀਕ ਹੈ ਨਾ। ਔਰ ਅਗਰ ਉਹ ਈਮਾਨ ਲੈ ਆਉਂਦੀ ਆ ਤੇ ਉਹਨੂੰ ਪਿੱਛੋਂ ਤਲਾਕ ਲੈਣ ਦੀ ਲੋੜ ਨਹੀਂ। ਉਹਦਾ ਅੱਗੇ ਨਿਕਾਹ ਵੀ ਹੋ ਸਕਦਾ, ਉਸ ਕਨੀਜ਼ ਦਾ ਨਿਕਾਹ ਵੀ ਹੋ ਸਕਦਾ। ਤੇ ਇੱਥੇ ਇਹ ਗੱਲ ਦੱਸੀ ਹੈ ਕਿ ਕਨੀਜ਼ਾਂ ਭਾਵੇਂ ਪਿੱਛੇ ਵਿਆਹੀਆਂ ਵੀ ਹੋਣ ਤੇ ਉਹਨਾਂ ਨਾਲ ਨਿਕਾਹ ਹੋ ਸਕਦਾ। ਇੱਲਾ ਮਾ ਮਲਕਤ ਅਇਮਾਨੁਕੁਮ। ਪਹਿਲਾਂ ਦੱਸਿਆ ਵਲ ਮੁਹਸਨਾਤ ਮਿਨਨ ਨਿਸਾ।
ਉਹ ਜਿਹੜੀਆਂ ਮੁਹਸਨਾਵਾਂ ਵਿਆਹੀਆਂ ਸ਼ੌਹਰ ਵਾਲੀਆਂ ਉਹ ਤੇ ਹਰਾਮ ਹੈ। ਇਲਾ ਮਾ ਮਲਕਤ ਇਮਾਨੁਕੁਮ, ਸਵਾਏ ਉਹਨਾਂ ਦੇ ਜਿਨ੍ਹਾਂ ਦੀ ਜਿਹੜੀਆਂ ਤੁਹਾਡੀਆਂ ਕਨੀਜ਼ਾਂ ਬਣ ਗਈਆਂ ਹੈ, ਤੁਸੀਂ ਉਹਨਾਂ ਦੇ ਮਾਲਕ ਬਣ ਗਏ, ਤੇ ਉਹਨਾਂ ਦੇ ਪਿੱਛੋਂ ਤਲਾਕਾਂ ਦੀ ਜ਼ਰੂਰਤ ਨਹੀਂ ਹੈਗੀ। ਉਹ ਸ਼ੌਹਰ ਵਾਲੀਆਂ ਵੀ ਆ ਤੇ ਉਹ ਤੁਹਾਡੀਆਂ ਵੀ ਬੀਵੀਆਂ ਬਣ ਸਕਦੀਆਂ। ਕਿਤਾਬ ਅੱਲਾਹ ਅਲੈਕੁਮ, ਔਰ ਇਹ ਅੱਲਾਹ ਤਾਲਾ ਨੇ ਤੁਹਾਨੂੰ ਹੁਕਮ ਦੇ ਦਿੱਤਾ ਵਾ, ਵਾਉਹਿਲ ਲਕੁਮ ਮਾ ਵਰਾ ਜ਼ਾਲਿਕੁਮ, ਇਹ ਜਿਹੜੇ ਰਿਸ਼ਤੇ ਦੱਸੇ ਆ ਅੱਲਾ ਨੇ ਕਿ ਇਹ ਹਰਾਮ ਆ, ਅੱਲਾ ਕਹਿੰਦਾ ਵਾਉਹਿਲ ਲਕੁਮ ਮਾ ਵਰਾ ਜ਼ਾਲਿਕੁਮ, ਇਸ ਤੋਂ ਬਾਅਦ ਬਾਕੀ ਤੁਹਾਡੇ ਵਾਸਤੇ ਹਲਾਲ ਹੈ। ਅਲਬਤਾ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੇ ਉਹ 4 ਰਿਸ਼ਤੇ ਦੱਸੇ ਆ, ਔਰ ਉਹ ਅੱਲਾ ਨੇ ਹੀ ਹੱਕ ਦਿੱਤਾ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੂੰ। ਸੂਰਾ ਤੌਬਾ ਦੀ ਆਇਤ 29 ਚ ਜਾ ਕੇ ਪੜ੍ਹ ਲਓ। ਅਨ ਤਬਤਗੂ ਬਿਅਮਵਾਲਿਕੁਮ ਮੁਹਸਿਨੀਨ, ਤਾਂ ਕਿ ਤੁਸੀਂ ਉਹਨਾਂ ਨੂੰ ਆਪਣੀਆਂ ਬੀਵੀਆਂ ਬਣਾਓ ਮਾਲ ਦੇ ਕੇ, ਹੱਕ ਮਹਿਰ ਦੇ ਕੇ, ਮੁਹਸਿਨੀਨ, ਔਰ ਉਹਨਾਂ ਨੂੰ ਆਪਣੇ ਨਿਕਾਹ ਵਿੱਚ ਰੱਖਣ ਵਾਸਤੇ। ਮੁਹਸਿਨੀਨ ਯਾਨੀ ਉਹਨਾਂ ਦੇ ਨਾਲ ਜਿਹੜਾ ਰਿਸ਼ਤਾ ਬੰਨਣਾ ਇਹ ਪੱਕਾ ਰਿਸ਼ਤਾ ਬੰਨਣ ਵਾਸਤੇ। ਇਹ ਸਮਝ ਲਓ ਉਸ ਵੇਲੇ ਨਿਕਾਹ ਦੇ ਵੇਲੇ ਨੀਅਤ ਉਸ ਔਰਤ ਨੂੰ ਜ਼ਿੰਦਗੀ ਭਰ ਵਸਾਉਣ ਦੀ ਹੋਣੀ ਚਾਹੀਦੀ ਹੈ, ਫਿਰ ਇਹ ਨਿਕਾਹ ਸਹੀ ਹੁੰਦਾ। ਇਹ ਜਿਹੜਾ ਮਤਲਬ ਹੈ ਕਿ ਦਰਮਿਆਨ ਚੋਂ ਤਲਾਕ ਵਾਲੀ ਗੱਲ ਹੈ ਨਾ, ਇਹ ਤੇ ਇਦਾਂ ਹੀ ਆ। ਦੇਖੋ ਅਸੀਂ ਪੈਦਾ ਹੋਏ ਆ, ਅੱਲਾ ਨੇ ਮੈਨੂੰ ਦੋਨੋਂ ਲੱਤਾਂ ਦਿੱਤੀਆਂ, ਇਹ ਲੱਤਾਂ ਮੈਂ ਕਹਿਣਾ ਕਿ ਇੱਕ ਲੱਤ ਮੇਰੀ ਬੇਕਾਰ ਆ, ਮੈਨੂੰ ਇੱਕ ਲੱਤ ਨਹੀਂ ਚਾਹੀਦੀ। ਲੇਕਿਨ ਕਿਸੇ ਵਜ੍ਹਾ ਤੋਂ ਕੋਈ ਬਿਮਾਰੀ ਲੱਗ ਜਾਂਦੀ, ਕਿਸੇ ਨੂੰ ਕੈਂਸਰ ਹੀ ਲੱਗ ਜਾਂਦਾ, ਤੇ ਬੰਦਾ ਆਪ ਕਹਿੰਦਾ ਕਿ ਯਾਰ ਲੱਤ ਵਢਾ ਲਵਾਂ ਨਹੀਂ ਤੇ ਸਾਰੇ ਜਿਸਮ ਨੂੰ ਲੱਗ ਜਾਏਗਾ। ਇਹ ਬਸ ਤਲਾਕ ਏਦਾਂ ਦੀ ਗੱਲ ਹੈ। ਅਨ ਤਬਤਗੂ ਬਿਅਮਵਾਲਿਕੁਮ ਮੁਹਸਿਨੀਨ, ਕਿ ਤੁਸੀਂ ਆਪਣੇ ਜਿਹੜੇ ਨਾ ਮਾਲ ਖਰਚ ਕਰਕੇ ਉਹਨਾਂ ਨੂੰ ਆਪਣੇ ਨਿਕਾਹ 'ਚ ਰੱਖਣ ਵਾਸਤੇ ਨਿਕਾਹ ਕਰੋ। ਗੈਰਾ ਮੁਸਾਫਿਹੀਨ, ਬਗੈਰ ਸਿਰਫ ਹਵਸ ਰਾਣੀ, ਯਾਨੀ ਐਵੇਂ ਟਾਈਮ ਪੂਰਾ ਕਰਨ ਵਾਸਤੇ, ਮੁੜ ਕੇ ਛੱਡ ਦੇਵਾਂਗੇ, ਤਲਾਕ ਦੇ ਦੇਵਾਂਗੇ, ਨਾ ਰੱਖਾਂਗੇ। ਫਮਸਤਮਤਅਤੁਮ ਬਿਹੀ ਮਿਨਹੁੰਨਾ, ਔਰ ਫਿਰ ਜਿਸ ਵੇਲੇ ਤੁਸੀਂ ਉਹਨਾਂ ਦੇ ਨਾਲ ਆਪਣਾ ਤਲਕ ਕਾਇਮ ਕਰ ਲਓ, ਜਿਹਦੇ ਵਾਸਤੇ ਤੁਸੀਂ ਵਿਆਹ ਕੀਤਾ, ਤਲਕ ਕਾਇਮ ਕਰ ਲਿੱਤਾ, ਫਆਤੂਹੁੰਨਾ ਅਜੂਰਹੁੰਨਾ ਫਰੀਜ਼ਾ, ਕਿਉਂਕਿ ਇਹ ਸਮਝ ਲਓ ਇਹ ਉਹ ਜਿਹੜਾ ਬੰਦੇ ਦਾ ਤਲਕ ਹੁੰਦਾ ਨਾ ਔਰਤ ਦੇ ਨਾਲ, ਉਸ ਤਲਕ ਦਾ ਹੀ ਸਮਝ ਲਓ ਇਹ ਹੱਕ ਮਹਿਰ ਹੁੰਦਾ, ਤੇ ਫਿਰ ਉਹਨਾਂ ਨੂੰ ਦੇ ਦਿਓ ਉਹਨਾਂ ਦਾ ਜਿਹੜਾ ਹੱਕ ਬਣਦਾ। ਵਲਾ ਜੁਨਾਹ ਅਲੈਕੁਮ, ਗੁਨਾਹ ਨਹੀਂ ਤੁਹਾਡੇ ਤੇ, ਫੀ ਮਾ ਤਰਾਜ਼ਅਤੁਮ ਬਿਹੀ ਮਿਨ ਬਾਦਲ ਫਰੀਜ਼ਾ, ਕਿ ਮੁਕਰਰ ਕਰ ਤੋਂ ਬਾਅਦ ਤੁਸੀਂ ਬਾਹਮੀ ਰਜ਼ਾਮੰਦੀ ਨਾਲ ਕੁਛ ਕਰ ਲਿਆ। ਉਹ ਮੈਂ ਅੱਗੇ ਵੀ ਦੱਸ ਚੁੱਕਿਆ ਕਿ ਅਗਰ ਬਾਹਮੀ ਰਜ਼ਾਮੰਦੀ ਨਾਲ ਬੀਵੀ ਜਿਹੜੀ ਹੈ ਉਹ ਕੋਈ ਛੱਡ ਦੇਵੇ, ਬਾਹਮੀ ਰਜ਼ਾਮੰਦੀ ਉਹ ਨਹੀਂ ਹੋਣੀ ਚਾਹੀਦੀ ਜਿਹੜੀ ਤੁਸੀਂ ਥਾਣੇਦਾਰ ਨੂੰ ਰਿਸ਼ਵਤ ਜਾ ਕੇ ਦਿੰਦੇ ਹੋ ਤਾਂ ਕਹਿੰਦੇ ਮੈਂ ਰਜ਼ਾਮੰਦੀ ਨਾਲ ਦੇ ਰਿਹਾ, ਜਾਂ ਪਟਵਾਰੀ ਨੂੰ ਦਿੰਦੇ ਹੋ ਤਾਂ ਕਹਿੰਦੇ ਮੈਂ ਰਜ਼ਾਮੰਦੀ ਨਾਲ ਰਿਸ਼ਵਤ ਦੇ ਰਿਹਾ, ਮੈਂ ਤੋਹਫਾ ਦੇ ਰਿਹਾ, ਮੈਂ ਖੁਸ਼ੀ ਨਾਲ ਦੇ ਰਿਹਾ। ਇਹ ਨਹੀਂ, ਵਰਨਾ ਹਰਾਮ ਹੈ, ਵਰਨਾ ਤੁਹਾਡੇ ਵਾਸਤੇ ਜਾਇਜ਼ ਨਹੀਂ। ਉਹ ਆਪਣੀ ਖੁਸ਼ੀ ਦੇ ਨਾਲ ਤੁਹਾਨੂੰ ਦੇਵੇ, ਛੱਡੇ। ਇਨ ਅੱਲਾਹ ਕਾਨ ਅਲੀਮਨ ਹਕੀਮਾ, ਬੇਸ਼ੱਕ ਅੱਲਾਹ ਤਾਲਾ ਇਲਮ ਵਾਲਾ, ਹਕਮਤ ਵਾਲਾ। ਇਹ ਉਹਦੇ ਇਲਮ ਉਹ ਹਕਮਤ ਦਾ ਮਜ਼ਹਰ ਆ। ਵਮਨ ਲਮ ਯਸਤਤਿ ਮਿਨਕੁਮ ਤੌलन ਯਨਕਿਹਲ ਮੁਹਸਨਾਤ ਅਲ ਮੁਅਮਿਨਾਤ, ਹੁਣ ਇੱਥੇ ਮੁਹਸਨਾ ਦੂਸਰੇ ਮਾਨੇ 'ਚ ਆ ਰਹੀ ਆ, ਔਰ ਜਿਹਦੇ ਵਿੱਚ ਇਹ ਇਸਤਤਾਤ ਨਾ ਹੋਵੇ ਕਿ ਉਹ ਕਿਸੇ ਮੁਹਸਨਾ ਔਰਤ ਦੇ ਨਾਲ ਨਿਕਾਹ ਕਰੇ। ਹੁਣ ਦੇਖੋ ਇੱਥੇ ਮੁਹਸਨਾ ਮਤਲਬ ਇੱਥੇ ਉਹ ਮੁਹਸਨਾ ਜਿਹੜੀ ਕਿਸੇ ਖਾਨਦਾਨ ਦੇ ਵਿੱਚ ਦੀ ਔਰਤ ਹੈ। ਹੁਣ ਅਸਲ ਦੇ ਵਿੱਚ ਸਾਨੂੰ ਸਮਝ ਇਸ ਤੋਂ ਨਹੀਂ ਆਉਂਦੀ ਨਾ, ਆਪਣੇ ਤਾਂ ਸਾਰੇ ਖਾਨਦਾਨੀ ਕਹਿੰਦੇ ਨਾ ਆਪਣੇ ਆਪ ਨੂੰ। ਅਸਲ ਦੇ ਵਿੱਚ ਇੱਕ ਹੁੰਦੀ ਹੈ ਕਨੀਜ਼, ਲੌਂਡੀ, ਉਹਨੂੰ ਉਹਦਾ ਖਾਨਦਾਨ ਤੇ ਪਿੱਛੇ ਹੀ ਕਿਤੇ ਹੁੰਦਾ ਨਾ। ਜਿਹੜੀ ਇੱਕ ਆਮ ਔਰਤ ਹੁੰਦੀ ਹੈ, ਉਹਦਾ ਬਾਪ ਹੈ, ਭਾਈ ਹੈ, ਉਹਦਾ ਕਬੀਲਾ ਹੈ, ਇਹ ਉਹਦਾ ਖਾਨਦਾਨ ਹੈ। ਇਹਨੂੰ ਕਹਿੰਦੇ ਆ ਖਾਨਦਾਨੀ ਔਰਤ ਹੈ, ਤੇ ਇਹ ਖਾਨਦਾਨੀ ਨਹੀਂ ਹੈਗੀ, ਬਗੈਰ ਖਾਨਦਾਨ ਵਾਲੀ ਹੈ, ਲੌਂਡੀ ਹੈ, ਕਨੀਜ਼ ਆ, ਇਹਦਾ ਖਾਨਦਾਨ ਇੱਥੇ ਕੋਈ ਨਹੀਂ ਹੈਗਾ। ਹੁਣ ਉਸ ਜ਼ਮਾਨੇ 'ਚ ਵੀ ਇਹ ਹੁੰਦਾ ਸੀਗਾ ਕਿ ਜਿਹੜੀ ਇੱਕ ਖਾਨਦਾਨ ਵਾਲੀ ਔਰਤ ਹੁੰਦੀ ਸੀ,
ਉਹਦਾ ਮਿਹਰ ਵੀ ਜ਼ਿਆਦਾ ਹੁੰਦਾ ਸੀ, ਉਹਨਾਂ ਦੇ ਨਖਰੇ ਵੀ ਜ਼ਿਆਦਾ ਹੁੰਦੇ ਸੀਗੇ, ਉਹਦਾ ਰੋਹਬ ਵੀ ਜ਼ਿਆਦਾ ਹੁੰਦਾ ਸੀ, ਉਹਦੇ ਪਿੱਛੇ ਉਹਦੇ ਭਰਾ ਵੀ ਹੁੰਦੇ ਸੀਗੇ। ਇੱਕ ਕਨੀਜ਼ ਹੁੰਦੀ ਸੀ, ਉਹ ਵਿਚਾਰੀ ਜਿਹੜੀ ਹੈ ਉਹਦਾ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਸੀਗਾ। ਹੁਣ ਉਹਦੇ ਨਾਲ, ਕਨੀਜ਼ ਦੇ ਨਾਲ ਕੋਈ ਨਿਕਾਹ ਦੀ ਇਜਾਜ਼ਤ ਅੱਲਾ ਨੇ ਦਿੱਤੀ ਹੈ ਕਿ ਅਗਰ ਕੋਈ ਮੁਸਲਮਾਨ ਨਿਕਾਹ ਕਰਨਾ ਚਾਹੁੰਦਾ ਤੇ ਐਸੀ ਕਨੀਜ਼ ਨਾਲ ਨਿਕਾਹ ਕਰ ਸਕਦਾ ਜਿਹੜੀ ਮੁਸਲਮਾਨ ਹੋ ਗਈ ਹੈ। ਲੇਕਿਨ ਅਗਰ ਉਹ ਕਨੀਜ਼ ਕਿਸੇ ਦੂਸਰੇ ਮੁਸਲਮਾਨ ਦੀ ਕਨੀਜ਼ ਹੈ ਤੇ ਉਹ ਮੁਸਲਮਾਨ ਇਜਾਜ਼ਤ ਦੇਵੇਗਾ ਤੇ ਉਹ ਕਿਸੇ ਦੇ ਨਾਲ ਨਿਕਾਹ ਕਰ ਸਕਦੀ ਹੈ। ਕਨੀਜ਼ ਉਹਦੀ ਰਵੇਗੀ ਔਰ ਬੀਵੀ ਬਣ ਜਾਏਗੀ ਉਹ ਨਵੇਂ ਬੰਦੇ ਦੀ। ਲੇਕਿਨ ਨਾਲ ਇਹ ਗੱਲ ਕਹੀ, ਇਹ ਗੱਲ ਹੈ ਕਿ ਜਿਸ ਵੇਲੇ ਉਹਨੇ ਇਜਾਜ਼ਤ ਦੇ ਦਿੱਤੀ ਦੂਸਰੇ ਬੰਦੇ ਨੂੰ ਨਿਕਾਹ ਕਰਨ ਦੀ, ਹੁਣ ਉਹਦੇ ਨਾਲ ਮੀਆਂ, ਉਹਦਾ ਜਿਹੜਾ ਮਾਲਕ ਹੈ ਨਾ, ਯਾਨੀ ਜਿਹਦੀ ਕਨੀਜ਼ ਹੈ, ਜਿਹਨੇ ਇਜਾਜ਼ਤ ਦਿੱਤੀ, ਹੁਣ ਉਹ ਉਹਦੇ ਨਾਲ ਮੀਆਂ ਬੀਵੀ ਵਾਲਾ ਤਲਕ ਨਹੀਂ ਰੱਖੇਗਾ, ਖਤਮ ਕਰ ਦੇਗਾ। ਹੁਣ ਬੀਵੀ ਉਹਦੀ ਰਹੇਗੀ, ਹੁਣ ਇਹਦਾ ਤਲਕ ਖਤਮ ਹੋ ਜਾਏਗਾ। ਇਹ ਗੱਲ ਅੱਲਾਹ ਤਾਲਾ ਕਹਿੰਦਾ ਕਿ ਕੋਈ ਆਦਮੀ, ਕੋਈ ਈਮਾਨ ਵਾਲਾ ਜਿਹੜਾ ਹੈ, ਉਹ ਇੰਨੀ ਜੋਗਾ ਨਹੀਂ ਹੈਗਾ, ਉਹਦੇ ਹਾਲਾਤ ਨਹੀਂ ਹੈਗੇ, ਇੰਨਾ ਮਿਹਰ ਨਹੀਂ ਦੇ ਸਕਦਾ ਕਿ ਕੋਈ ਖਾਨਦਾਨ ਵਾਲੀ ਔਰਤ ਜਿਹੜੀ ਆ ਉਹਦੇ ਨਾਲ ਵਿਆਹ ਕਰ ਲਵੇ। ਆਜ਼ਾਦ, ਉਹਨੂੰ ਆਜ਼ਾਦ ਵੀ ਕਹਿੰਦੇ, ਆਜ਼ਾਦ ਔਰਤ ਤੇ ਕਨੀਜ਼ ਆਜ਼ਾਦ ਔਰਤ ਨਾਲ ਨਿਕਾਹ ਕਰ ਲਵੇ। فَمِمَّا مَلَكَتْ أَيْمَانُكُمْ مِنْ فَتَيَّاتِكُمُ الْمُؤْمِنَاتِ। ਤੇ ਫਿਰ ਉਹ ਚਲੋ ਆਜ਼ਾਦ ਔਰਤ ਨਹੀਂ ਲੱਭਦੀ ਤੇ ਅੱਲਾਹ ਤਾਲਾ ਕਹਿੰਦਾ ਹੈ ਕਿ ਜਿਹੜੀਆਂ ਤੁਹਾਡੇ ਵਿੱਚੋਂ ਮੋਮਿਨ ਕਨੀਜ਼ਾਂ ਵਾ, ਉਹ ਮਤਲਬ ਕਨੀਜ਼ ਹੈ, ਮੋਮਿਨ ਹੈ, ਉਹਦਾ ਮਿਹਰ ਥੋੜਾ ਹੋਣਾ ਵਾ, ਉਹਦੇ ਨਖਰੇ ਥੋੜੇ ਹੋਣੇ ਆ, ਉਹ ਸੂਤ ਆ ਜਾਣੀ ਹੈ, ਸਸਤੇ ਸੌਦੇ। ਵੀ ਅਮੀਰ ਘਰ ਵਿਆਹ ਨਹੀਂ ਹੁੰਦਾ ਤੇ ਗਰੀਬ ਘਰ ਕਰ ਲਓ, ਤੇ ਉਹ ਉਸ ਦੇ ਨਾਲ ਨਿਕਾਹ ਕਰ ਲਵੇ, ਉਹਦੇ ਨਾਲ ਫਿਰ ਹੁਣ ਨਿਕਾਹ ਕਰ ਲਵੇ, ਕਿਉਂਕਿ ਇਹ ਉਹਦੀ ਲੌਂਡੀ ਨਹੀਂ, ਲੌਂਡੀ ਕਿਸੇ ਹੋਰ ਦੀ ਹੈ, ਉਹਨੇ ਨਿਕਾਹ ਕਰਕੇ ਬੀਵੀ ਬਣਾ ਲਿਆ। ਵੱਲਾਹੁ ਆਲਮ ਬਈਮਾਨਿਕੁਮ, ਅੱਲਾ ਜਾਣਦਾ ਤੁਹਾਡੇ ਈਮਾਨਾਂ ਨੂੰ। ਉਹ ਆਜ਼ਾਦ ਔਰਤ ਦਾ ਈਮਾਨ ਕਿੰਨਾ ਵਾ ਤੇ ਲੌਂਡੀ ਦਾ ਕਿੰਨਾ ਵਾ, ਇਹ ਈਮਾਨ ਹਵਾਲੇ ਕੋਈ ਫਰਕ ਨਹੀਂ। ਬਾਅਦੁਕੁਮ ਮਿਨ ਬਾਅਦ, ਤੁਸੀਂ ਇੱਕ ਦੂਏ ਵਿੱਚੋਂ ਹੀ ਹੋ। ਉਹ ਆਜ਼ਾਦ ਔਰਤ ਵੀ ਇੱਕ ਮਰਦ ਔਰ ਔਰਤ ਯਾਨੀ ਆਦਮ ਦੀ ਔਲਾਦ ਆ, ਤੇ ਤੁਸੀਂ ਇੱਕ ਲੌਂਡੀ ਬਣ ਗਈ ਆ, ਇਹ ਵੀ ਆਦਮ ਦੀ ਔਲਾਦ ਆ। ਫਨ ਕੇ ਹੁਨਾ ਬੇਇਜ਼ਨ ਆਹਲਿਹਿੰਨਾ, ਇਹਨਾਂ ਲੌਂਡੀਆਂ ਨਾਲ ਅਗਰ ਨਿਕਾਹ ਕਰਨਾ ਤੇ ਉਹਨਾਂ ਦੇ ਮਾਲਕਾਂ ਦੀ ਇਜਾਜ਼ਤ ਨਾਲ ਕਰੋ। ਵਾ ਆਤੂ ਹੁਨਾ ਅਜੂਰਾ ਹੁਨਾ, ਔਰ ਇਹਨਾਂ ਨੂੰ ਵੀ ਇਹਨਾਂ ਦੇ ਮਿਹਰ ਦਿਆ ਕਰੋ। ਲੌਂਡੀ ਦਾ ਵੀ ਮਿਹਰ ਹੈਗਾ, ਮਿਹਰ ਦਿਆ ਕਰੋ ਬਿਲ ਮਾਰੂਫ, ਮਾਰੂਫ ਤਰੀਕੇ ਨਾਲ। ਮੁਹਸਨਾਤਿਨ ਗੈਰਾ ਮੁਸਾਫਿਹਾਤ, ਔਰ ਇਹਨਾਂ ਦੇ ਨਾਲ ਵੀ ਨਿਕਾਹ ਕਰੋ ਤੇ ਇਹਨਾਂ ਨੂੰ ਆਪਣੇ ਘਰਾਂ ਵਿੱਚ ਰੱਖਣ ਵਾਸਤੇ ਕਰਨਾ ਹੈ, ਵਕਤੀ ਤੌਰ ਦੇ ਉੱਤੇ ਆਪਣੀ ਜ਼ਰੂਰਤ ਪੂਰੀ ਕਰਨੀ, ਐਵੇਂ ਜਿਹੜਾ ਨਾ ਸ਼ੁਗਲ ਮੇਲਾ ਨਹੀਂ ਸਮਝਣਾ। ਮੁਹਸਨਾਤਿਨ ਇੱਥੇ ਹੁਣ ਮੁਹਸਨਾ ਯਾਨੀ ਉਹਨਾਂ ਨੂੰ ਪੱਕੀ ਹਿਫਾਜ਼ਤ ਦੇਣੀ ਹੈ, ਪੱਕਾ ਉਹ ਸ਼ੌਹਰ ਦੀ ਜਿਹੜੀ ਹਿਫਾਜ਼ਤ ਹੁੰਦੀ ਹੈ, ਉਹ ਹਿਫਾਜ਼ਤ ਦੇ ਕੇ, ਗੈਰਾ ਮੁਸਾਫਿਹਾਤ, ਸ਼ੌਹਰ ਦੇ ਹਕੂਕ ਦੇ ਕੇ, ਨਾ ਕਿ ਵਕਤੀ ਤੌਰ ਦੇ ਉੱਤੇ ਬਸ ਐਵੇਂ ਥੋੜਾ ਬਹੁਤ ਤਲਕ ਕਾਇਮ ਕੀਤਾ ਤੇ ਛੱਡ ਦਿੱਤਾ। ਵਲਾ ਮੁਤਖਿਜ਼ਾਤਿਲ ਅਖਦਾਨ, ਔਰ ਨਾ ਚੋਰੀ ਛੁਪੇ ਦੀਆਂ ਦੋਸਤੀਆਂ ਕਰਨ ਉਹ। ਫਾਇਜ਼ਾ ਉਹਸਿਨਾ, ਫਿਰ ਜਦੋਂ ਉਹ ਨਿਕਾਹ ਦੇ ਵਿੱਚ ਆ ਜਾਣ, ਕੋਈ ਕਨੀਜ਼ ਹੈ ਹੁਣ ਉਹ ਨਿਕਾਹ ਦੇ ਵਿੱਚ ਆ ਗਈ ਹੈ, ਉਹਸਿਨਾ ਉਹ ਸ਼ੌਹਰ ਦੇ ਹਿਫਾਜ਼ਤ ਚ ਆ ਗਈ ਹੈ। ਫਇਨ ਆਤਈਨਾ ਬਿਫਾਹਿਸ਼ਾ, ਹੁਣ ਸ਼ੌਹਰ ਦੀ ਬੀਵੀ ਬਣ ਕੇ ਉਹ ਕਨੀਜ਼ ਨੇ ਕੋਈ ਬੇਹਯਾਈ ਕੀਤੀ, ਕੋਈ ਜ਼ਨਾਹ ਕੀਤਾ, ਔਰ ਉਹ ਚਾਰ ਗਵਾਹ ਵਾਲੀ ਗੱਲ ਹੈਗੀ ਹੈ, ਚਾਰ ਗਵਾਹ ਹੋਣਗੇ, ਜਾਂ ਜਿਹੜਾ ਵੀ ਜੋ ਸ਼ਰੀਅਤ ਨਾਲ ਸੂਰਾ ਨੂਰ ਦੇ ਵਿੱਚ ਦੱਸਿਆ। ਫਅਲੈਹਿਨ ਨਿਸਫੁ ਮਾ ਅਲਲ ਮੁਹਸਨਾਤ ਮਿਨਲ ਅਜ਼ਾਬ, ਤੇ ਇਸ ਮਤਲਬ ਹੈ ਕਿ ਇਸ ਜਿਹੜੀ ਕਨੀਜ਼ ਹੈ ਹੁਣ ਬੀਵੀ ਬਣੀ ਹੋਈ ਹੈ, ਇਹਦੇ ਵਾਸਤੇ ਅੱਧੀ ਸਜ਼ਾ ਹੋਏਗੀ ਉਹ ਆਜ਼ਾਦ ਔਰਤ ਦੇ ਮੁਕਾਬਲੇ ਦੇ ਵਿੱਚ, ਠੀਕ ਹੈ ਨਾ। ਇਸ ਵਾਸਤੇ ਕਿ ਇਹ ਵਿਚਾਰੀ ਤੇ ਗਰੀਬ ਹੈ, ਘਰਾਂ 'ਚ ਪਤਾ ਨਹੀਂ ਕਿੱਥੋਂ ਕਿੱਥੋਂ ਵਿਕਦੀ ਵਿਕਾਂਦੀ ਆਈ ਹੈ, ਤੇ ਉਹ ਬੰਦੇ ਦਾ ਅਖਲਾਕ ਜਿਹੜਾ ਕੁਝ ਜ਼ਾਹਿਰ ਗੱਲ ਆ ਹਰ ਜਗ੍ਹਾ ਦੇ ਉੱਤੇ, ਫਿਰ ਜਿੱਦਾਂ ਦੇ ਬੰਦੇ ਹੁੰਦੇ ਉੱਦਾਂ ਦਾ ਅਖਲਾਕ ਬਣ ਜਾਂਦਾ। ਤੇ ਇੱਕ ਖਾਨਦਾਨ ਵਾਲਿਆਂ ਨੇ ਆਪਣੀ ਬੇਟੀ ਦੀ ਤਰਬੀਅਤ ਕੀਤੀ ਹੁੰਦੀ ਹੈ, ਸਮਝਦੇ ਹੋ ਨਾ ਗੱਲ। ਤੇ ਇਸ ਵਾਸਤੇ ਉਹਨੂੰ ਗੁੰਜਾਇਸ਼ ਦਿੱਤੀ ਆ ਕਿ ਇਹਨੂੰ
ਆਜ਼ਾਦ ਔਰਤ ਅਗਰ ਜ਼ਨਾ ਕਰਦੀ ਹੈ ਤੇ ਜਿੰਨੀ ਉਹਨੂੰ ਸਜ਼ਾ ਦਿੰਦੇ ਹੋ ਉਦੋਂ ਅੱਧੀ ਸਜ਼ਾ ਇਹਨੂੰ ਦਿਓ। ਜ਼ਾਲਿਕਾ ਲਿਮਨ ਖਸ਼ਿਆ ਲਾਨਤ ਮਿਨਕੁਮ। ਤੇ ਅੱਲਾ ਕਹਿੰਦਾ ਕਿ ਇਹ ਇਜਾਜ਼ਤ ਤੁਹਾਡੇ ਵਿੱਚੋਂ ਉਸ ਬੰਦੇ ਨੂੰ ਇਸ ਨਿਕਾਹ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕਨੀਜ਼ ਕਿਸੇ ਹੋਰ ਦੀ ਹੋਵੇ ਤੇ ਨਿਕਾਹ ਤੁਸੀਂ ਕਰੋ, ਇਹ ਇਜਾਜ਼ਤ ਤੁਹਾਡੇ ਵਿੱਚੋਂ ਉਸ ਨੂੰ ਦਿੱਤੀ ਜਾ ਰਹੀ ਹੈ ਜਿਹੜਾ ਤੁਹਾਡੇ ਵਿੱਚੋਂ ਤਕਲੀਫ ਬਰਦਾਸ਼ਤ ਨਹੀਂ ਕਰਦਾ। ਯਾਨੀ ਜਿਹਨੂੰ ਮੁਸ਼ਕਲ ਲੱਗਦੀ ਹੈ ਕਿ ਮੈਂ ਨਿਕਾਹ ਨਾ ਕਰਾਂਗਾ ਤੇ ਫਿਰ ਮੈਂ ਕਿਤੇ ਜ਼ਨਾ ਨਾ ਕਰ ਬੈਠਾਂ ਤੇ ਆਜ਼ਾਦ ਔਰਤ ਲੱਭਦੀ ਨਹੀਂ, ਤੇ ਅੱਲਾ ਕਹਿੰਦਾ ਕਿ ਅਗਰ ਉਹਨੂੰ ਉਹ ਤੰਗੀ ਵਿੱਚ ਹੈ, ਯਾਨੀ ਇਹ ਬੀਵੀ ਨਾ ਹੋਣਾ ਵੀ ਤੇ ਤੰਗੀ ਹੈ ਨਾ, ਤੇ ਉਹਨੂੰ ਇਹ ਅੱਲਾ ਇਜਾਜ਼ਤ ਦਿੰਦਾ ਕਿ ਇਦਾਂ ਦਾ ਵਿਆਹ ਕਰ ਲਾ, ਇਦਾਂ ਨਿਕਾਹ ਕਰ ਲਾ। ਵਅਨ ਤਸਬਰੂ, ਅਗਰ ਤੁਸੀਂ ਸਬਰ ਕਰ ਸਕਦੇ ਹੋ, ਖੈਰੁਲ ਲਕੁਮ, ਤੁਹਾਡੇ ਵਾਸਤੇ ਬਿਹਤਰ ਹੈ। ਫਿਰ ਇਹ ਕਿਉਂਕਿ ਇਹ ਵੀ ਇੱਕ ਪ੍ਰੋਬਲਮ ਨਾ ਕਿ ਬੀਵੀ ਮੇਰੀ ਹੈ ਤੇ ਉਹ ਕਨੀਜ਼ ਕਿਸੇ ਹੋਰ ਬੰਦੇ ਦੀ ਹੈ। ਜ਼ਾਹਰ ਹੈ ਉਹਦੇ ਕੋਲ ਤਾਂ ਜਾਂ ਉਹਨੂੰ ਪੈਸੇ ਦੇ ਕੇ ਤੇ ਆਜ਼ਾਦ ਕਰਵਾਵਾਂ, ਹੈਂ, ਤੇ ਪੈਸੇ ਹੀ ਤਾਂ ਹੈ ਨਹੀਂ, ਤਾਂ ਹੀ ਤਾਂ ਇਦਾਂ ਦਾ ਨਿਕਾਹ ਕਰਦਾ। ਬਹਰਹਾਲ ਫਰਮਾਇਆ ਵਅਨ ਤਸਬਿਰੂ, ਅਗਰ ਤੁਸੀਂ ਸਬਰ ਕਰੋ, ਖੈरुल लकुम वल्लाहु गफूरुर रहीम, और अल्लाह माफ करने वाला और रहम करने वाला। अल्लाह तो दुआ जी अल्लाह सानू कुरान दा फहम अता फरमाए, अमल दी तौफीक अता फरमाए। अकूल कौली हाज़ा वस्तगफिरहु ली वलकुम वलिसाइरिल मुस्लिमीन वल मुस्लिमात।